ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ ਪਲੇਟਫਾਰਮ ਮਾਸਟਰ ਕਲਾਸਿਸ ਪਟਿਆਲਾ ਤੇ। ਜਿਵੇਂ ਕਿ ਤੁਸੀਂ ਥੰਬਨੇਲ 'ਚ ਦੇਖ ਹੀ ਲਿਆ ਕਿ ਮਾਸਟਰ ਕਲਾਸਿਸ ਪਟਿਆਲਾ ਤੇ ਅਸੀਂ ਆਫਲਾਈਨ ਬੈਚ ਸ਼ੁਰੂ ਕਰਨ ਜਾ ਰਹੇ ਹਾਂ। ਸੋ ਇਹ ਨਵਾਂ ਆਫਲਾਈਨ ਬੈਚ ਸਭ ਤੋਂ ਪਹਿਲੀ ਗੱਲ ਕਿ ਕਿੰਨਾ ਵਾਸਤੇ ਹੋਊਗਾ, ਠੀਕ ਆ। ਤਾਂ ਪੰਜਾਬ ਪੁਲਿਸ ਤੇ ਸੀਨੀਅਰ ਅਸਿਸਟੈਂਟ ਤੇ ਹੋਰ PSSB ਦੇ ਜਿੰਨੇ ਗਰੁੱਪ B ਦੇ ਵਧੀਆ ਐਗਜ਼ਾਮ ਆ ਰਹੇ ਆ ਉਹਨਾਂ ਨੂੰ ਟਾਰਗੇਟ ਕਰਕੇ ਅਸੀਂ ਆਫਲਾਈਨ ਬੈਚ ਪਟਿਆਲੇ 'ਚ ਸਟਾਰਟ ਕਰਨ ਜਾ ਰਹੇ ਹਾਂ, ਠੀਕ ਆ। ਹੁਣ ਇਸ ਬੈਚ 'ਚ ਕੀ ਕੁਝ ਹੋ ਸਕਦਾ ਹੈ ਜਾਂ ਸਾਡੇ ਵਾਸਤੇ ਇਹ ਬੈਚ ਜਿਹੜਾ ਹੈ ਕਿਵੇਂ ਬੈਨੀਫੀਸ਼ੀਅਲ ਹੋ ਸਕਦਾ ਹੈ ਆਨਲਾਈਨ ਦੇ ਮੁਕਾਬਲੇ 'ਚ। ਦੇਖੋ, ਵੈਸੇ ਤਾਂ ਬੜਾ ਅੰਡਰਸਟੂਡ ਜਿਹਾ ਕੰਸੈਪਟ ਆ ਕਿ ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਹੁੰਦਾ ਕਿ ਜੇ ਤੁਸੀਂ ਸਾਡੀਆਂ ਆਨਲਾਈਨ ਕਲਾਸਿਸ ਲਾ ਕੇ ਦੇਖੀਆਂ ਤਾਂ ਤੁਹਾਨੂੰ ਸਾਡੀਆਂ ਆਨਲਾਈਨ ਕਲਾਸਿਸ ਦੇ ਵਿੱਚ ਵੀ ਕਨੈਕਟੀਵਿਟੀ ਬ੍ਰੇਕ ਹੁੰਦੀ ਨਹੀਂ ਮਿਲੂਗੀ। ਪਰ ਫਿਰ ਵੀ ਬਹੁਤ ਸਾਰੇ ਐਸਪੀਰੈਂਟਸ ਦੀ ਇਹ ਡਿਮਾਂਡ ਹੁੰਦੀ ਆ ਕਿ ਸਰ ਕਲਾਸ 'ਚ ਬਹਿ ਕੇ ਟੈਸਟ ਦੇਣੇ ਆ, ਡਿਸਿਪਲਿਨ 'ਚ ਰਹਿ ਕੇ ਤਿਆਰੀ ਕਰਨੀ ਆ, ਇੱਕ ਲਗਾਤਾਰ ਕਨੈਕਟੀਵਿਟੀ ਜੀ ਬਣੀ ਰਹਿੰਦੀ ਆ, ਹੌਸਲਾ ਜਿਹਾ ਰਹਿੰਦਾ ਹੈ। ਸੋ ਜਿਹੜੇ ਆਲਰੇਡੀ ਸਾਡੇ ਕੋਲ ਸਟੂਡੈਂਟਸ ਪੁਰਾਣੇ ਬੈਚਿਸ 'ਚ ਚੱਲ ਰਹੇ ਆ ਉਹਨਾਂ ਤੋਂ ਤੁਸੀਂ ਰਿਵਿਊ ਲੈ ਸਕਦੇ ਹੋ, ਆਫਲਾਈਨ ਵਾਲਿਆਂ ਤੋਂ ਵੀ ਆਨਲਾਈਨ ਵਾਲਿਆਂ ਤੋਂ ਵੀ। ਤਾਂ ਸਾਡਾ ਸਾਰੇ ਦਾ ਸਾਰਾ ਸਟੱਡੀ ਮਟੀਰੀਅਲ ਬਾਈਲਿੰਗੁਅਲ ਹੋਊਗਾ। ਡੈਮੋ ਕਲਾਸ ਜਿਹੜੀ ਆ ਤੁਸੀਂ ਇਸ ਵੀਡੀਓ ਤੋਂ ਅੱਗੇ ਵੀ ਦੇਖੋਗੇ ਤੇ ਇਸ ਵੀਡੀਓ ਨੂੰ ਸੈਪਰੇਟ ਵੀ ਦੇਖ ਸਕਦੇ ਹੋ। ਤਾਂ ਜਿੰਨੀਆਂ ਡੈਮੋ ਕਲਾਸਿਸ ਨੇ ਉਹ ਸਾਡੀਆਂ ਹੁਣ ਸ਼ੁਰੂ ਹੋ ਚੁੱਕੀਆਂ ਨੇ। ਅਸੀਂ ਰੀਜ਼ਨਿੰਗ 'ਚ ਡਾਟਾ ਇੰਟਰਪ੍ਰੀਟੇਸ਼ਨ ਤੋਂ ਤੇ GS ਜਿਹੜੀ ਆ ਉਹ ਅਸੀਂ ਜੀਓਗ੍ਰਾਫੀ ਤੋਂ ਸ਼ੁਰੂ ਕਰਵਾ ਚੁੱਕੇ ਆ। ਸੋ ਕਿਸੇ ਨੇ ਵੀ ਸਾਡੇ ਨਾਲ ਸੰਪਰਕ ਕਰਨਾ ਹੈ ਤਾਂ 80 544 00797 ਸਾਡਾ ਆਫਲਾਈਨ ਜਾਂ ਆਨਲਾਈਨ ਵਾਸਤੇ ਵੀ ਤੁਸੀਂ ਐਡਮਿਸ਼ਨ ਲੈਣੀ ਆ ਤਾਂ ਇਹ ਤੁਹਾਨੂੰ ਅਵੇਲੇਬਲ ਮਿਲੂਗਾ। ਅਸੀਂ ਅਕਸਰ ਕਹਿੰਦੇ ਹੁੰਦੇ ਆ ਕਿ ਜਿਹੜੇ ਬੱਚੇ ਸਾਡੇ ਤੱਕ ਨਹੀਂ ਪਹੁੰਚ ਸਕਦੇ ਉਹ ਸਾਡੇ ਜਿਹੜੇ ਆਲਰੇਡੀ ਚੱਲ ਰਹੇ ਆਨਲਾਈਨ ਬੈਚ ਨੇ ਉਹਨਾਂ 'ਚ ਵੀ ਟੈਸਟ ਸੀਰੀਜ਼ ਨੂੰ ਟਾਰਗੇਟ ਮੰਨ ਕੇ ਆਪਣੇ ਆਉਣ ਵਾਲੇ ਪੇਪਰਾਂ ਦੀ 15 ਮਹੀਨੇ ਦੀ ਤਿਆਰੀ ਕਰ ਸਕਦੇ ਆ। ਆਫਲਾਈਨ ਬੈਚ ਜਿਹੜੇ ਸਟੂਡੈਂਟ ਇਨਰੋਲਡ ਹੁੰਦੇ ਆ ਉਹਨਾਂ ਵਾਸਤੇ ਆ ਸਾਰੀਆਂ ਬੁੱਕਸ ਉਹਨਾਂ ਦੇ ਕੋਰਸ ਦਾ ਪਾਰਟ ਆ ਤੇ ਸਾਰੀਆਂ ਕਿਤਾਬਾਂ ਬਾਈਲਿੰਗੁਅਲ ਆ। ਮਾਸਟਰ ਕਲਾਸਿਸ ਪਟਿਆਲਾ ਦਾ ਟੈਲੀਗ੍ਰਾਮ ਦਾ ਚੈਨਲ ਆ, ਉੱਥੇ ਤੁਸੀਂ ਇਹਨਾਂ ਸਾਰੀਆਂ ਬੁੱਕਸ ਦੇ 40 50 ਪੇਜਾਂ ਦੀਆਂ ਡੈਮੋਜ਼ ਪਈਆਂ ਨੇ, ਤਸੱਲੀ ਬਖਸ਼ ਚੈੱਕ ਕਰ ਲਓ, ਠੀਕ ਆ। YouTube ਦੇ ਚੈਨਲ ਤੇ ਜਾ ਕੇ ਪਲੇਲਿਸਟ ਵਾਲੇ ਫੋਲਡਰ 'ਚ ਸਾਡੇ ਟੈਸਟ ਸੀਰੀਜ਼, ਪ੍ਰੀਵੀਅਸ ਈਅਰ ਕੁਐਸਚਨਸ, ਸੀਨੀਅਰ ਅਸਿਸਟੈਂਟ ਦਾ ਡੈਮੋ ਪੂਰੀ ਦੀਆਂ ਪੂਰੀਆਂ ਪਲੇਲਿਸਟ ਬਣੀਆਂ ਨੇ। ਕੁਆਲਿਟੀ ਤੋਂ ਸੈਟੀਸਫਾਈਡ ਹੋਵੋਗੇ ਤੇ ਤੁਹਾਨੂੰ ਲੱਗਦਾ ਹੈ ਕਿ ਇੱਕ ਕਨੈਕਟੀਵਿਟੀ ਵਾਸਤੇ ਆਫਲਾਈਨ ਬੈਚ ਦੀ ਜ਼ਰੂਰਤ ਆ ਤਾਂ ਤੁਸੀਂ ਆ ਦਸੰਬਰ ਦੇ ਹੁਣ ਫਸਟ ਤੇ ਸੈਕਿੰਡ ਵੀਕ 'ਚ ਤੁਸੀਂ ਸਾਡੇ ਕੋਲ ਪਹੁੰਚ ਸਕਦੇ ਹੋ। ਧੰਨਵਾਦ। ਹਾਂਜੀ, ਸੋ ਅੱਜ ਆਪਾਂ ਆਪਣੇ ਨੈਕਸਟ ਲੈਕਚਰ ਸਟਾਰਟ ਕਰਨ ਜਾ ਰਹੇ ਹਾਂ, ਦੈਟ ਇਜ਼ ਹਿਮਾਲਿਆਜ਼ ਐਂਡ ਇਟਸ ਓਰੀਜਨ, ਠੀਕ ਆ। ਪਹਿਲੀ ਗੱਲ ਅਸੀਂ ਅੱਜ ਇਹ ਸਮਝਾਂਗੇ ਕਿ ਹਿਮਾਲਿਆ ਬਣਿਆ ਕਿਵੇਂ ਤੇ ਦੂਸਰਾ ਸਟੈਪ ਹੋਊਗਾ ਆਪਣਾ ਕਿ ਹਿਮਾਲਿਆ ਇਹਦੀਆਂ ਜੋ ਵੀ ਪਰਬਤ ਸ਼੍ਰੰਖਲਾਵਾਂ ਨੇ ਮਤਲਬ ਮਾਊਂਟੇਨ ਰੇਂਜਿਸ ਨੇ ਉਹ ਕਿਹੜੀਆਂ। ਸੋ ਇਹਦੀ ਆਪਾਂ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਹਿਮਾਲਿਆ ਦਾ ਓਰੀਜਨ ਕੀ ਹੈ, ਇਹਦੇ ਵਾਸਤੇ ਨਾ ਸਾਨੂੰ ਬਸ ਇੱਕ ਚੀਜ਼ ਸਮਝਣ ਦੀ ਲੋੜ ਆ, ਜਿਹੜੀ ਇਹ ਇੱਕ ਥਿਊਰੀ ਜਿਹੜੀ ਬਹੁਤ ਮਸ਼ਹੂਰ ਹੋਈ, ਦੈਟ ਵਾਜ਼ ਕੰਟੀਨੈਂਟਲ ਡ੍ਰਿਫਟ ਥਿਊਰੀ, ਕਿ ਜਿਹੜੇ ਮਹਾਂਦੀਪ ਨੇ ਉਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਖਿਸਕਦੇ ਆ। ਸੋ ਮਹਾਂਦੀਪਾਂ ਦੇ ਖਿਸਕਣ ਦੀ ਕਹਾਣੀ ਜਿਹੜੀ ਆ ਉਹ ਸ਼ੁਰੂ ਕਿੱਥੋਂ ਹੋਈ, ਕਹਿੰਦੇ ਆ ਜਦੋਂ ਧਰਤੀ ਬਣਨ ਤੋਂ ਬਾਅਦ ਕਈ ਵਾਰ ਉਹ ਟੁੱਟਦੀ ਬਣਦੀ ਰਹੀ ਹੈ। ਸੋ ਜਦੋਂ ਲਾਸਟ ਵਾਰ ਇਹ ਹਾਦਸਾ ਵਾਪਰਿਆ ਹੈ ਉਸ ਵੇਲੇ ਇੱਕੋ ਹੀ ਆਈਲੈਂਡ ਹੁੰਦਾ ਸੀਗਾ ਜਾਂ ਇੱਕੋ ਹੀ ਲੈਂਡ ਮਾਸ ਹੁੰਦਾ ਸੀ, ਇੱਕੋ ਹੀ ਧਰਾਤਲ ਹੁੰਦਾ ਸੀਗਾ, ਦੈਟ ਵਾਜ਼ ਪੈਂਜੀਆ, ਤੇ ਉਹਦੇ ਆਲੇ ਦੁਆਲੇ ਇੱਕੋ ਹੀ ਸਮੁੰਦਰ ਹੁੰਦਾ ਸੀ, ਇਟ ਵਾਜ਼ ਪੈਂਥਲਾਜ਼ਾ। ਇੱਕ ਪੈਂਜੀਆ ਨਾਮ ਦੀ ਧਰਤੀ ਤੇ ਪੈਂਥਲਾਜ਼ਾ ਨਾਮ ਦਾ ਸਮੁੰਦਰ ਸੀਗਾ। ਖੈਰ ਬੜੇ ਫੈਕਟਰਸ ਸੀਗੇ, ਬਹੁਤ ਸਾਰੇ ਕਾਰਕ ਸੀ ਜਿਹਦੇ ਕਰਕੇ ਇਹਦੀਆਂ ਜਿਹੜੀਆਂ ਪਲੇਟਾਂ ਨੇ ਉਹ ਖਿਸਕਣੀਆਂ ਸ਼ੁਰੂ ਹੋਈਆਂ। ਉਹਨਾਂ ਚੋਂ ਇੱਕ ਆਹ ਵਾਲੀ ਪਲੇਟ ਜਿਹੜੀ ਆ ਅਫਰੀਕਾ ਬਣੀ, ਆਹੀ ਪਲੇਟ ਖਿਸਕ ਕੇ ਸਾਊਥ ਅਮਰੀਕਾ ਬਣੀ, ਆਹੀ ਪਲੇਟ ਖਿਸਕ ਕੇ ਨਾਰਥ ਅਮਰੀਕਾ ਬਣੀ, ਆਹੀ ਪਲੇਟ ਖਿਸਕ ਕੇ ਯੂਰੇਸ਼ੀਆ ਬਣੀ, ਤੇ ਆਹ ਪਲੇਟ ਖਿਸਕ ਕੇ ਇੰਡੀਆ ਬਣੀ, ਤੇ ਆਹ ਪਲੇਟ ਖਿਸਕ ਕੇ ਆਸਟ੍ਰੇਲੀਆ ਬਣੀ, ਤੇ ਆਹ ਪਲੇਟ ਥੱਲੇ ਨੂੰ ਆ ਗਈ ਤੇ ਅੰਟਾਰਕਟਿਕਾ ਬਣੀ, ਠੀਕ ਆ। ਸੋ ਇਸ ਤਰੀਕੇ ਨਾਲ ਇਹ ਪਲੇਟਾਂ ਘੁੰਮਦੀਆਂ ਗਈਆਂ ਤੇ ਜਦੋਂ ਇਹ ਦੋ ਹਿੱਸਿਆਂ 'ਚ ਟੁੱਟ ਗਿਆ, ਉੱਪਰਲੇ ਹਿੱਸੇ ਨੂੰ ਲੋਕਾਂ ਨੇ ਲੁਰੇਸ਼ੀਆ ਕਿਹਾ ਤੇ ਥੱਲੇ ਵਾਲੇ ਹਿੱਸੇ ਨੂੰ ਕਿਹਾ ਗੋਡਵਾਨਾ। ਉਸ ਤੋਂ ਬਾਅਦ ਟੁੱਟ ਕੇ ਇਹ ਇਸ ਤਰੀਕੇ ਨਾਲ ਬਿਖਰਿਆ ਤੇ 130 ਮਿਲੀਅਨ ਸਾਲ ਪਹਿਲਾਂ ਉਹ ਅਫਰੀਕਾ ਕੋਲੋਂ ਚੱਲਿਆ ਤੇ
ਤਕਰੀਬਨ 10 ਤੋਂ 12 ਸੈਂਟੀਮੀਟਰ ਪ੍ਰਤੀ ਸਾਲ ਦੀ ਰਫ਼ਤਾਰ ਤੇ ਮੂਵ ਕਰਦਾ ਹੋਇਆ ਇਹ ਵਾਲੀ ਪਲੇਟ ਜਿਹੜੀ ਆ ਇਹ ਇਸ ਪਲੇਟ 'ਚ ਜਾ ਕੇ ਟਕਰਾਈ। ਜਦੋਂ ਦੋ ਪਲੇਟਾਂ ਆਪਸ 'ਚ ਟਕਰਾਈਆਂ ਹੋਣਗੀਆਂ ਤਾਂ ਇੱਕ ਗੱਲ ਦੇਖੋ, ਅਸਲ 'ਚ ਇੱਕ ਵਿੱਚ ਵਾਲੀ ਜਗ੍ਹਾ ਜਿਹੜੀ ਸੀਗੀ, ਇਹ ਜਿਹੜੀ ਆਹ ਵਾਲੀ ਜਗ੍ਹਾ ਸੀ, ਆਹ ਵਾਲੀ ਜਗ੍ਹਾ ਜਿੱਥੇ ਉਸ ਪਲੇਟ ਨੇ ਆ ਕੇ ਟਕਰਾਉਣਾ ਹੈ, ਇਸ ਜਗ੍ਹਾ ਤੇ ਪਹਿਲਾਂ ਆਲਰੇਡੀ ਇੱਕ ਸਮੁੰਦਰ ਸੀ। ਇਸ ਜਗ੍ਹਾ ਤੇ ਆਲਰੇਡੀ ਇੱਕ ਸਮੁੰਦਰ ਸੀ ਤੇ ਉੱਪਰਲੇ ਪਾਸੇ ਧਰਤੀ ਦੇ ਇਸ ਪਾਸੇ ਇੱਕ ਨਦੀ ਹੁੰਦੀ ਸੀਗੀ। ਠੀਕ ਆ, ਉਸ ਨਦੀ ਨੂੰ ਇੰਡੋ ਬਰਮਾ ਦਰਿਆ ਕਹਿੰਦੇ ਸੀ। ਕੀ ਨਾਮ ਸੀਗਾ? ਇੰਡੋ ਬਰਮਾ ਦਰਿਆ। ਤੇ ਆਹ ਵਾਲੇ ਸਮੁੰਦਰ ਨੂੰ ਕਹਿੰਦੇ ਸੀ ਤੈਥੀਸ ਸੀ। ਕਿਹੜਾ? ਤੈਥੀਸ ਸਮੁੰਦਰ। ਤੇ ਇੱਥੇ ਇੱਕ ਖਾਈ ਹੁੰਦੀ ਸੀ, ਆਹ ਵਾਲੀ ਖਾਈ ਇਸ ਤੈਥੀਸ ਸਮੁੰਦਰ 'ਚ ਡਿੱਗਦੀ, ਇਹਨੂੰ ਕਹਿੰਦੇ ਸੀ ਗਲਫ ਆਫ ਸਿੰਧ, ਸਿੰਧ ਦੀ ਖਾੜੀ। ਸੋ ਖੈਰ, ਜਦੋਂ ਆਹ ਪਲੇਟ ਆ ਕੇ ਬੜੀ ਜ਼ੋਰ ਦੀ ਇਹਦੇ 'ਚ ਟਕਰਾਈ, ਸਭ ਤੋਂ ਪਹਿਲਾਂ ਤਾਂ ਅੰਦਰ ਜਿਹੜਾ ਵਿੱਚ ਸਮੁੰਦਰ ਸੀ ਉਹਨੂੰ ਖਾ ਗਈ। ਇਹਦਾ ਮਤਲਬ ਦੋ ਧਰਤੀ ਦੀਆਂ ਪਲੇਟਾਂ ਦੇ ਟਕਰਾਉਣ ਤੋਂ ਪਹਿਲਾਂ ਦੋ ਹੋਰ ਪਲੇਟਾਂ ਟਕਰਾਈਆਂ। ਇੱਕ ਧਰਤੀ ਵਾਲੀ ਪਲੇਟ ਜਿਹੜੀ ਉਧਰੋਂ ਆ ਰਹੀ ਸੀ ਤੇ ਇੱਕ ਅੱਗੇ ਕਿਹੜੀ ਪਲੇਟ ਸੀ? ਸਮੁੰਦਰ ਦੀ ਪਲੇਟ। ਸਮੁੰਦਰ ਵੀ ਕਿਸੇ ਨਾ ਕਿਸੇ ਪਲੇਟ ਦੇ ਉੱਪਰ ਹੀ ਹੁੰਦਾ ਹੈ, ਇਹ ਗੱਲ ਤੁਹਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਹੈ। ਸਮੁੰਦਰ ਦੀ ਪਲੇਟ ਹਮੇਸ਼ਾ ਫਰੈਸ਼ ਹੁੰਦੀ ਆ ਐਜ਼ ਕੰਪੇਅਰ ਟੂ ਧਰਤੀ ਦੀ ਪਲੇਟ। ਫਿਜ਼ੀਕਲ ਜਿਓਗ੍ਰਾਫੀ 'ਚ ਅਸੀਂ ਇਹ ਸਾਬਤ ਕਰਦੇ ਹਾਂ ਕਿ ਜਿਹੜੀ ਸਮੁੰਦਰ ਦੀ ਪਲੇਟ ਹੁੰਦੀ ਆ ਨਾ, ਉਹ ਤਾਜ਼ੇ ਫਲਾਂ ਵਰਗੀ ਆ, ਤੇ ਜਿਹੜੀ ਧਰਤੀ ਦੀ ਪਲੇਟ ਹੁੰਦੀ ਆ ਉਹ ਸੁੱਕੀ ਹੁੰਦੀ ਆ, ਕਿਉਂਕਿ ਉਹ ਬਹੁਤ ਪੁਰਾਣੀ ਹੋ ਚੁੱਕੀ ਹੁੰਦੀ ਆ। ਇਹਦੇ ਮਗਰ ਦਾ ਲੌਜਿਕ ਫਿਜ਼ੀਕਲ ਜਿਓਗ੍ਰਾਫੀ 'ਚ ਜ਼ਿਆਦਾ ਹੀ ਡਿਟੇਲ 'ਚ ਆਉਂਦਾ ਹੈ। ਖੈਰ, ਜੇ ਇੱਕ ਤਾਜ਼ੀ ਤੇ ਇੱਕ ਬਹੀ ਹੋਈ ਪਲੇਟਾਂ ਆਪਸ 'ਚ ਟਕਰਾਉਣਗੀਆਂ, ਤਾਜ਼ੀ ਪਲੇਟ ਡੈਂਸਰ ਹੁੰਦੀ ਆ, ਸੰਘਣੀ ਹੁੰਦੀ ਆ, ਫਰੈਸ਼ ਹੁੰਦੀ ਆ। ਜਦੋਂ ਉਹ ਦੋ ਪਲੇਟਾਂ ਟਕਰਾਉਣਗੀਆਂ ਤੇ ਇਹ ਪਲੇਟ ਦੂਜੀ ਦੇ ਥੱਲੇ ਧੱਸ ਜੂਗੀ। ਸਾਰੇ ਦਾ ਸਾਰਾ ਸਮੁੰਦਰ ਧਰਤੀ ਦੇ ਥੱਲੇ ਧੱਸ ਗਿਆ। 12 ਸੈਂਟੀਮੀਟਰ ਪ੍ਰਤੀ ਸਾਲਾਨਾ ਦੀ ਸਪੀਡ ਨਾਲ ਆ ਰਹੀ ਇੱਕ ਪਲੇਟ ਸਾਰਾ ਸਮੁੰਦਰ ਖਾ ਗਈ। ਉਸ ਸਮੁੰਦਰ ਦੇ ਅੰਦਰ ਜੋ ਮੱਛੀ, ਜੋ ਜੀਵ ਜੰਤੂ ਸੀਗੇ, ਸਾਰੇ ਉਸ ਪਲੇਟ ਦੇ ਅੰਦਰ ਵੜ ਗਏ। ਫਿਰ ਉਸ ਤੋਂ ਬਾਅਦ ਅੱਗੇ ਜਾ ਕੇ ਉਹਨੂੰ ਆਹ ਵਾਲੀ ਪਲੇਟ ਨੇ ਟੱਕਰਨਾ ਹੈ। ਹੁਣ ਆਹ ਵਾਲੀ ਪਲੇਟ ਸਮੁੰਦਰ ਨੂੰ ਤਾਂ ਖਾ ਗਈ, ਹੁਣ ਉਸ ਤੋਂ ਬਾਅਦ ਉਹਨੂੰ ਅਗਲੀ ਪਲੇਟ ਨੇ ਟੱਕਰਨਾ ਹੈ, ਫਿਰ ਉਸ ਪਲੇਟ 'ਚ ਜਾ ਕੇ ਟਕਰਾਉਣਾ ਹੈ। ਹੁਣ ਰੌਲਾ ਪੈ ਗਿਆ, ਉਹ ਵੀ ਅੱਗਿਓਂ ਮਿੱਟੀ ਦੀ ਪਲੇਟ ਆ, ਕਿਉਂਕਿ ਉਹ ਵੀ ਧਰਤੀ ਆ, ਇਹ ਵੀ ਧਰਤੀ ਆ। ਜੇ ਤਾਂ ਇੱਕ ਸਮੁੰਦਰ ਵਾਲੀ ਪਲੇਟ ਹੁੰਦੀ, ਇੱਕ ਮਹਾਦੀਪੀ ਪਲੇਟ ਹੁੰਦੀ, ਯਾਨੀ ਕਿ ਕੰਟੀਨੈਂਟਲ ਪਲੇਟ ਹੁੰਦੀ, ਧਰਤੀ ਦੀ ਪਲੇਟ ਹੁੰਦੀ, ਫਿਰ ਤਾਂ ਮੈਨੂੰ ਪਤਾ ਕਿ ਸਮੁੰਦਰ ਵਾਲੀ ਨੇ ਥੱਲੇ ਚਲਾ ਜਾਣਾ ਹੈ ਤੇ ਦੂਜੀ ਪਲੇਟ ਨੇ ਉਹਦੇ ਉੱਪਰ ਚੱਲ ਜਾਣਾ ਤੇ ਸਮੁੰਦਰ ਸਾਰਾ ਸਮਾ ਜਾਊਗਾ। ਜਦੋਂ ਦੋਵੇਂ ਹੀ ਪਲੇਟਾਂ ਕੰਟੀਨੈਂਟਲ ਨੇ, ਮਹਾਦੀਪੀ ਪਲੇਟਾਂ ਨੇ, ਦੋਵੇਂ ਧਰਤੀ ਵਾਲੀਆਂ ਪਲੇਟਾਂ ਹੈ, ਦੋਵੇਂ ਆਪਸ 'ਚ ਟਕਰਾਈਆਂ, ਇੱਕ ਦੂਜੇ 'ਚ ਫਸ ਗਈਆਂ। ਨਾ ਉਹ ਥੱਲੇ ਗਈ ਨਾ ਉਹ ਥੱਲੇ ਗਈ। ਜਿੱਥੇ ਇੱਕ ਦੂਜੇ 'ਚ ਲੌਕ ਫਸ ਗਿਆ ਉਹਨਾਂ ਦਾ, ਉੱਥੋਂ ਧਰਤੀ ਉੱਪਰ ਉੱਠ ਗਈ, ਕਿਉਂਕਿ ਇੱਕ ਦੂਜੇ 'ਚ ਐਵੇਂ ਫਸ ਗਈਆਂ ਨਾ। ਤਾਂ ਦੇਖ ਲਓ ਸੈਂਟਰ ਜੇ 'ਚ ਹੱਥ ਉੱਪਰ ਉੱਠਿਆ ਲੱਗ ਰਿਹਾ ਤੁਹਾਨੂੰ। ਜਿੱਥੇ ਇਹ ਦੋ ਪਲੇਟਾਂ ਆਪਸ 'ਚ ਇੱਕ ਦੂਜੇ 'ਚ ਅਟਕ ਗਈਆਂ, ਉਹਨੂੰ ਕਹਿੰਦੇ ਆ ਇੰਡੋ ਤਿੱਬਤ ਸਚਰ ਜ਼ੋਨ। ਉਸ ਜਗ੍ਹਾ ਤੋਂ ਧਰਤੀ ਉੱਠ ਗਈ ਤਾਂ ਨੂੰ, ਤੇ ਉਸੇ ਜਗ੍ਹਾ ਤੇ ਤਿੱਬਤ ਪਲੇਟੂ ਆ। ਹੁਣ ਜਿਹੜੀ ਪਲੇਟ ਇਧਰੋਂ ਆ ਰਹੀ ਸੀ ਉਹਦੀ ਸਪੀਡ 12 ਸੈਂਟੀਮੀਟਰ ਪ੍ਰਤੀ ਸਾਲ ਸੀ। ਦੋ ਪਲੇਟਾਂ ਦੇ ਅਟਕਣ ਨਾਲ ਵੀ ਉਸ ਪਲੇਟ ਦੀ ਸਪੀਡ ਸਲੋ ਨਹੀਂ ਹੋਈ, ਰੁਕੀ ਨਹੀਂ ਪਲੇਟ। ਜਦੋਂ ਇੱਕ ਬਹੁਤ ਵੱਡੀ ਚੀਜ਼ ਟੱਕਰ ਮਾਰਦੀ ਆ, ਕੀ ਤੁਸੀਂ ਉਮੀਦ ਕਰਦੇ ਹੋ ਕਿ ਇੱਕੋ ਦਮ ਰੁਕ ਜਾਣਗੀਆਂ? ਨਹੀਂ, ਇਹ ਪਲੇਟ ਫਿਰ ਵੀ ਆਉਂਦੀ ਗਈ, ਫਿਰ ਇੱਥੇ ਫੋਲਡ ਹੁੰਦੀ ਗਈ। ਕੀ ਹੁੰਦੀ ਗਈ? ਫੋਲਡ। ਪਹਿਲਾਂ ਤਾਂ ਇਹ ਪਲੇਟ ਇਹਦੇ 'ਚ ਆਈ, ਇੱਕ ਪਾਸਾ ਉੱਚਾ ਚੱਕਿਆ ਗਿਆ, ਫਿਰ ਹੋਰ ਆਉਂਦੇ ਹੋਏ ਆਹ ਪਲੇਟ ਹੋਰ ਫੋਲਡ ਹੁੰਦੀ ਗਈ। ਇਹਦਾ ਮਤਲਬ ਪਹਿਲਾਂ ਤਾਂ ਦੋ ਪਲੇਟਾਂ ਦੀ ਆਪਸ 'ਚ ਟੱਕਰ ਕਰਕੇ ਆਹ ਚੀਜ਼ ਜਿਹੜੀ ਆ ਉੱਚੀ ਹੋ ਗਈ, ਫਿਰ ਵੀ ਆਹ ਪਲੇਟ ਇੱਧਰ ਆਈ ਗਈ ਤੇ ਇਹਨੂੰ ਫੋਲਡਿੰਗ ਕਰਦੀ ਗਈ, ਫਿਰ ਇਹ ਪਲੇਟ ਹੋ ਗਈ ਅੱਗੇ ਜਾ ਕੇ ਫੋਲਡ। ਇਸ ਤਰੀਕੇ ਨਾਲ ਆਹ ਫੋਲਡਿੰਗ ਤੋਂ ਬਾਅਦ ਆਹ ਸਾਰੀ ਚੀਜ਼ ਕੀ ਬਣ ਗਈ? ਅੱਗੇ ਜਾ ਕੇ ਹਿਮਾਲਿਆਜ਼ ਬਣ ਗਈ। ਸੋ ਹਿਮਾਲਿਆਜ਼ ਦੇ ਬਣਨ ਦੀ ਕਹਾਣੀ ਇਹ ਆ ਕਿ ਬਈ ਜਦੋਂ ਇਹ ਪਲੇਟ, ਇੱਕ ਪਲੇਟ ਦੂਜੀ ਪਲੇਟ 'ਚ ਟਕਰਾਈ, ਹੁਣ ਦੇਖੋ ਆਹ ਹੋ ਰਹੀ ਆ ਪਲੇਟਾਂ ਦੀ ਟੱਕਰ, ਇੱਕ ਪਾਸੇ ਵਾਲੀ ਪਲੇਟ ਤੇ ਦੂਜੇ ਪਾਸੇ ਵਾਲੀ ਪਲੇਟ। ਠੀਕ ਆ, ਆਹ ਪਲੇਟ ਜਿਹੜੀ ਆ, ਆਹ ਜਿਹੜੀ ਇੰਡੀਆ ਦੀ ਪਲੇਟ ਉੱਥੋਂ ਆ ਰਹੀ ਸੀ, ਪਹਿਲਾਂ ਉਹਨੇ ਸਾਰੇ ਦਾ ਸਾਰਾ ਟੈਥੀਸ ਸਮੁੰਦਰ ਖਾਧਾ। ਠੀਕ ਆ, ਫਿਰ ਉਹਨੂੰ ਖਾਣ ਤੋਂ ਬਾਅਦ ਇਹ ਦੋ ਪਲੇਟਾਂ ਆਪਸ 'ਚ ਟਕਰਾਈਆਂ, ਤੇ ਜਦੋਂ ਦੋ ਪਲੇਟਾਂ ਆਪਸ 'ਚ ਟਕਰਾਈਆਂ ਤੇ ਇੱਕ ਜਗ੍ਹਾ ਤੋਂ ਧਰਤੀ ਉੱਠ ਗਈ ਤੇ ਬਾਕੀ ਜਗ੍ਹਾ ਤੇ ਫੋਲਡਿੰਗ ਹੋ ਗਈ, ਤੇ ਫੋਲਡਿੰਗ ਕਰਕੇ ਕੀ ਬਣਿਆ? ਹਿਮਾਲਿਆਜ਼। ਜਦੋਂ ਹਿਮਾਲਿਆ ਫੋਲਡ ਕਰਕੇ ਤਾਂ ਬਣਿਆ, ਅੱਜ ਵੀ ਹਿਮਾਲਿਆ ਦੀ ਮਿੱਟੀ ਖੋਲ ਕੇ ਦੇਖਦੇ ਆ ਨਾ ਜਦੋਂ ਆਪਾਂ, ਤਾਂ ਉਹਦੇ 'ਚ ਮਰੇ ਹੋਏ ਮੱਛੀਆਂ ਦੇ ਅਵਸ਼ੇਸ਼ ਮਿਲਦੇ ਆ। ਹੁਣ ਹਿਮਾਲਿਆ ਦੇ ਕੋਲ ਮੱਛੀਆਂ ਕਿੱਥੋਂ ਆ ਗਈਆਂ? ਸਮੁੰਦਰ ਦੀਆਂ, ਕਿਉਂਕਿ ਜਿਸ ਜਗ੍ਹਾ ਤੇ ਹਿਮਾਲਿਆ ਫੋਲਡ ਹੋ ਕੇ ਬਣਿਆ ਹੈ ਉਸ ਜਗ੍ਹਾ ਤੇ ਪਹਿਲਾਂ ਇੱਕ ਸਮੁੰਦਰ ਹੁੰਦਾ ਸੀ। ਕਿਹੜਾ ਸਮੁੰਦਰ? ਟੈਥੀਸ ਸਮੁੰਦਰ। ਠੀਕ ਆ, ਇਹ ਸਾਰੇ ਉਹਦੇ ਅਵਸ਼ੇਸ਼ ਆ, ਇਹ ਸਾਰੇ ਉਹਦੇ ਫੋਸਿਲਸ ਨੇ ਜੋ ਸਾਨੂੰ ਹੁਣ ਦੀ ਘੜੀ 'ਚ ਉੱਥੇ ਮਿਲ ਰਹੇ ਆ। ਸੋ ਜਿਹੜੀ ਪਲੇਟ 12 ਸੈਂਟੀਮੀਟਰ ਪ੍ਰਤੀ ਸਾਲ ਦੀ ਸਪੀਡ ਨਾਲ ਆ ਰਹੀ ਸੀ, ਉਹ ਇੱਕੋ ਫੋਲਡ ਨਾਲ ਰੁਕ ਜੇ, ਇਹ ਤਾਂ ਹੋ ਹੀ ਨਹੀਂ ਸੀ ਸਕਦਾ। ਆ ਪਹਿਲਾ ਫੋਲਡ,
ਫਿਰ ਇੱਕ ਦੂਜਾ ਫੋਲਡ ਪਿਆ, ਫਿਰ ਇੱਕ ਤੀਜਾ ਫੋਲਡ ਪਿਆ, ਫਿਰ ਅੱਗੇ ਜਾ ਕੇ ਆ ਸਾਰਾ ਕੁਝ ਹੋਇਆ। ਉਧਰਲੇ ਪਾਸੇ ਜਿੱਧਰਲੇ ਪਾਸੇ ਇਹ ਪਲੇਟ ਵੱਜੀ ਜਾ ਕੇ ਉਸ ਪਾਸੇ ਇੱਕ ਲੰਬੀ ਨਦੀ ਹੁੰਦੀ ਸੀ ਜਿਹਨੂੰ ਇੰਡੋ ਬਰਮਾ ਦਰਿਆ ਕਹਿੰਦੇ ਸੀ। ਉਹ ਨਦੀ ਵੀ ਅੱਧ ਚੋਂ ਟੁੱਟ ਗਈ। ਉਸ ਨਦੀ ਦਾ ਇੱਕ ਹਿੱਸਾ ਬਣ ਗਿਆ ਇੰਦਸ ਨਦੀ, ਉਸ ਨਦੀ ਦਾ ਦੂਜਾ ਹਿੱਸਾ ਬਣ ਗਿਆ ਬ੍ਰਹਮਪੁੱਤਰਾ ਨਦੀ। ਫਿਰ ਦੋਵਾਂ ਨੂੰ ਕੋਈ ਸਮੁੰਦਰ ਨਾ ਨੇੜੇ ਲੱਭੇ। ਜਿਹੜੇ ਸਮੁੰਦਰ ਚੋਂ ਵਹਿੰਦੀਆਂ ਸੀ ਉਹ ਸਮੁੰਦਰ ਕਿਹੜਾ ਸੀਗਾ? ਤੈਤੀ ਸਮੁੰਦਰ, ਉਹ ਵੀ ਖਤਮ ਹੋ ਗਿਆ। ਫਿਰ ਉਹਨਾਂ ਨੇ ਆਪੋ ਆਪਣੇ ਰਾਹ ਰੂ ਬਣਾਏ। ਇੱਕ ਜਾ ਕੇ ਅਰਬ ਸਾਗਰ 'ਚ ਡਿੱਗਣ ਲੱਗ ਪਈ, ਦੂਜੀ ਨੇ ਪਿੱਛੋਂ ਦੀ ਘੁੰਮਦੇ ਹੋਏ ਰਾਹ ਬਣਾਇਆ, ਉਹ ਘੁੰਮਦੀ ਘਮਾਉਂਦੀ ਜਾ ਕੇ ਬੇ ਆਫ ਬੰਗਾਲ 'ਚ ਡਿੱਗੀ ਆ ਬ੍ਰਹਮਪੁੱਤਰਾ ਰਿਵਰ। ਕਿਉਂਕਿ ਦੋਵੇਂ ਨਦੀਆਂ ਟੁੱਟ ਗਈਆਂ, ਵਿੱਚੋਂ ਦੀ ਇੱਕ ਨਦੀ ਹੋਰ ਕ੍ਰੀਏਟ ਹੋਈ ਇਸੇ ਰਾਹ ਥਾਣੀ, ਜਿਹਨੂੰ ਅਸੀਂ ਗੰਗਾ ਨਦੀ ਕਹਿੰਦੇ ਆ। ਸਾਡਾ ਜਿਹੜਾ ਰਿਵਰ ਸਿਸਟਮ ਆ ਨਾ, ਗੰਗਾ ਰਿਵਰ ਸਿਸਟਮ, ਇਹ ਰਿਵਰ ਸਿਸਟਮ ਸਾਡਾ ਹਿਮਾਲਿਆ ਦੇ ਬਣਨ ਤੋਂ ਬਾਅਦ ਦਾ ਹੈ। ਉਸ ਤੋਂ ਪਹਿਲਾਂ ਦੀਆਂ ਸਾਡੇ ਕੋਲ 2-4 ਨਦੀਆਂ ਹੀ ਆ। ਸਤਲੁਜ ਪਹਿਲਾਂ ਵਹਿੰਦੀ ਹੁੰਦੀ ਸੀ, ਸਤਲੁਜ ਦੇ ਅੱਗੇ ਆ ਕੇ ਹਿਮਾਲਿਆ ਖੜ ਗਿਆ। ਸਤਲੁਜ ਨੇ ਫਿਰ ਹਿਮਾਲਿਆ ਨੂੰ ਕੱਟ ਕੇ ਵਿੱਚੋਂ ਦਰਾ ਬਣਾਇਆ ਆਪਣਾ। ਆਪਾਂ ਕਹਿੰਦੇ ਆ ਨਾ ਕਿ ਸਤਲੁਜ ਜਿਹੜੀ ਆ ਉਹ ਐਂਟੀਸੀਡੈਂਟ ਰਿਵਰ ਆ, ਹਿਮਾਲਿਆ ਦੇ ਵੀ ਬਣਨ ਤੋਂ ਪੁਰਾਣੀ ਰਿਵਰ ਆ। ਇੰਡੋ ਬਰਮਾ ਵੀ ਪੁਰਾਣੀ ਆ, ਮਤਲਬ ਬ੍ਰਹਮਪੁੱਤਰਾ ਵੀ ਪੁਰਾਣੀ ਹੋਗੀ, ਇੰਡਸ ਵੀ ਪੁਰਾਣੀ ਆ। ਪਰ ਕਈ ਨਦੀਆਂ 70% ਨਦੀਆਂ ਇਸ ਰਿਵਰ ਸਿਸਟਮ ਇਸ ਹਿਮਾਲਿਅਨ ਤੰਤਰ ਦੇ ਬਣਨ ਤੋਂ ਬਾਅਦ ਪੈਦਾ ਹੋਈਆਂ। ਖੈਰ ਇਹ ਕਹਾਣੀ ਤਾਂ ਹੋ ਗਈ ਹਿਮਾਲਿਆਸ ਦੇ ਬਣਨ ਦੀ, ਪਰ ਗੌਰ ਨਾਲ ਦੇਖੋ ਇਹੀ ਕਹਾਣੀ ਤੁਹਾਨੂੰ ਲੱਗਦਾ ਨਹੀਂ ਕਿ ਜਦੋਂ ਮੈਂ ਅੱਗੇ ਜਾ ਕੇ ਇੱਕ ਚੈਪਟਰ ਪੜ੍ਹਾਊਂਗਾ ਡਰੇਨੇਜ ਆਫ ਇੰਡੀਆ, ਭਾਰਤ ਦਾ ਜਲ ਤੰਤਰ, ਤੇ ਸਭ ਤੋਂ ਪਹਿਲਾਂ ਮੈਂ ਕਹੂੰਗਾ ਕਿ ਪੜ੍ਹੀਏ ਆਪਾਂ ਇੰਡਸ ਰਿਵਰ ਸਿਸਟਮ। ਸੇਮ ਕਹਾਣੀ ਮੈਂ ਉੱਥੇ ਸੁਣਾਉਣੀ ਆ। ਉੱਥੇ ਬਸ ਮੈਂ ਹਿਮਾਲਿਆਸ ਦੀ ਫਾਰਮੇਸ਼ਨ ਦੀ ਅਹਿਮੀਅਤ ਘਟਾ ਦੇਣੀ ਆ। ਉੱਥੇ ਮੈਂ ਇਹ ਕਹਿਣਾ ਕਿ ਇੱਕ ਗਲਫ ਸਿੰਧ ਦੀ ਖਾੜੀ ਹੁੰਦੀ ਸੀ, ਉਹਦੇ 'ਚ ਇੱਕ ਨਦੀ ਵਗਦੀ ਸੀ। ਉੱਥੇ ਮੈਂ ਉਸ ਚੀਜ਼ ਤੇ ਸਟ੍ਰੈਸ ਵੱਧ ਦੇਣਾ ਹੈ ਕਿ ਨਦੀਆਂ ਕਿਹੜੀਆਂ ਤੇ ਕਿੱਧਰ ਨੂੰ ਟੁੱਟੀਆਂ। ਪਰ ਇੱਕ ਗੱਲ ਦੇਖੋ, ਭਾਰਤ ਦਾ ਜਿਹੜਾ ਉੱਪਰਲਾ ਜਲ ਤੰਤਰ ਆ, ਚਾਹੇ ਸਿੰਧੂ ਘਾਟੀ ਜਲ ਤੰਤਰ ਆ, ਇੰਡਸ ਰਿਵਰ ਸਿਸਟਮ ਆ, ਚਾਹੇ ਗੰਗਾ ਜਲ ਤੰਤਰ ਆ, ਗੰਗਾ ਰਿਵਰ ਸਿਸਟਮ ਆ, ਚਾਹੇ ਬ੍ਰਹਮਪੁੱਤਰਾ ਜਲ ਤੰਤਰ ਆ, ਲਾਲ ਨਦੀ ਜਲ ਤੰਤਰ ਜਿਹਨੂੰ ਕਹਿ ਦਿੰਦੇ ਆਪਾਂ, ਭਾਵੇਂ ਬ੍ਰਹਮਪੁੱਤਰਾ ਰਿਵਰ ਸਿਸਟਮ ਆ, ਇਹ ਤਿੰਨੇ ਰਿਵਰ ਸਿਸਟਮ ਹਿਮਾਲਿਆ ਦੀ ਹੀ ਪੈਦਾਇਸ਼ ਤੋਂ ਬਾਅਦ ਪੈਦਾ ਹੋਏ ਆ। ਕਨਸੈਪਟ ਕਲੀਅਰ ਹੋ ਗਏ ਕਿ ਇਹ ਨਦੀਆਂ ਸਾਡੇ ਕਿਵੇਂ ਕਿਉਂ ਬਣੀਆਂ, ਤਾਂ ਇਹਨਾਂ ਦੇ ਬਣਨ ਦੀ ਕਹਾਣੀ ਕਿਸ ਤਰੀਕੇ ਨਾਲ ਸੁਣਾਈ ਜਾ ਸਕਦੀ ਆ। ਸੋ ਇਹ ਦੱਸੋ, ਆ ਕਹਾਣੀ ਕਲੀਅਰ ਹੋ ਗਈ। ਸੋ ਆ ਸਾਰੀ ਕਹਾਣੀ ਆ ਕਿ 250 ਮਿਲੀਅਨ ਸਾਲ ਪਹਿਲਾਂ ਇੱਕੋ ਹੀ ਪੈਂਜੀਆ ਐਗਜ਼ਿਸਟ ਕਰਦਾ ਸੀ। ਉਹਦਾ ਉੱਪਰਲਾ ਹਿੱਸਾ ਲੁਰੇਸ਼ੀਆ ਕਹਾਉਂਦਾ ਸੀ, ਲੁਰੇਸ਼ੀਆ ਕਹਿ ਲਓ, ਅੰਗਾਰਾ ਲੈਂਡ ਕਹਿ ਲਓ, ਦੱਖਣੀ ਭਾਗ ਨੂੰ ਗੋਡਵਾਨਾ ਕਹਿੰਦੇ ਸੀਗੇ। ਠੀਕ ਆ, ਦੋਵੇਂ ਆਪਸ ਦੇ ਵਿੱਚ ਟਕਰਾਏ ਤੇ ਉੱਥੋਂ ਕੌਂਟੀਨੈਂਟਸ ਨਿਕਲ ਕੇ ਆਏ। ਇਹਦੇ ਵਾਸਤੇ ਇੱਕ ਥਿਊਰੀ, ਕੌਂਟੀਨੈਂਟਲ ਡ੍ਰਿਫਟ ਥਿਊਰੀ 1910 ਦੇ ਵਿੱਚ ਐਲਫਰਡ ਵੈਗਨਰ ਨੇ ਦਿੱਤੀ। ਉਸੇ ਦੀ ਥਿਊਰੀ ਨੂੰ ਅਰਧ ਸੱਚ ਮੰਨਿਆ ਜਾਊਗਾ ਅੱਜ, ਕਿਉਂਕਿ ਜਿਹੜੀ ਥਿਊਰੀ ਉਹਨੇ ਕਹੀ, ਉਹਨੇ ਕਿਹਾ ਸੀ ਪਲੇਟਾਂ ਮੂਵ ਕਰਦੀਆਂ। ਗੱਲ ਸਹੀ ਆ, ਕਹਿੰਦਾ ਪਾਣੀ ਤੇ ਮੂਵ ਕਰਦੀਆਂ, ਗੱਲ ਗਲਤ ਆ। ਪਾਣੀ ਤੇ ਆਪ ਵਿਚਾਰਾ ਪਲੇਟਾਂ 'ਚ। ਇਸ ਗੱਲ ਨੂੰ ਫਿਰ ਮੈਕੈਂਜੀ ਹੋਣਾ ਨੇ 1967 ਦੇ ਵਿੱਚ ਸਾਬਤ ਕੀਤਾ ਕਿ ਅੱਧੀ ਗੱਲ ਤਾਂ ਐਲਫਰਡ ਵੈਗਨਰ ਦੀ ਸਹੀ ਆ ਕਿ ਪਲੇਟਾਂ ਮੂਵ ਕਰਦੀਆਂ, ਪਰ ਉਹ ਕਿਸੇ ਪਾਣੀ ਤੇ ਮੂਵ ਨਹੀਂ ਕਰਦੀਆਂ, ਉਹ ਕਿਸੇ ਫਲੂਇਡ ਤੇ ਮੂਵ ਕਰਦੀਆਂ, ਕਿਸੇ ਮੈਗਮਾ ਤੇ ਮੂਵ ਕਰਦੀਆਂ। ਉਹ ਮੈਗਮਾ ਧਰਤੀ ਦੇ ਅੰਦਰ ਆ, ਉਹਨੂੰ ਮੈਂਟਲ ਕਿਹਾ ਜਾਂਦਾ ਹੈ। ਉਹਦੇ ਉੱਪਰ ਜਿਹੜੀਆਂ ਭੂ ਪਾਪੜੀਆਂ, ਜਿੱਥੇ ਜਿਹੜੀਆਂ ਪਲੇਟਾਂ ਮੂਵ ਕਰਦੀਆਂ, ਇਹ ਕਰਸਟ 'ਚ ਪਈਆਂ, ਇਹ ਭੂ ਪਾਪੜੀ 'ਚ ਪਈਆਂ ਹੋਈਆਂ। ਤੇ ਇਹਨਾਂ ਪਲੇਟਾਂ ਨੂੰ ਲਿਥੋਸਫੇਰਿਕ ਪਲੇਟਸ ਕਿਹਾ ਜਾਂਦਾ ਹੈ। ਚਟਾਨਾਂ ਨਾਲ ਭਰਪੂਰ ਪਲੇਟਾਂ ਕਹੀਆਂ ਜਾਂਦੀਆਂ। ਤੇ ਧਰਤੀ ਤੇ ਇਹ ਕਈ ਪਲੇਟਾਂ ਹੈ। ਵੱਡੇ ਤੌਰ ਤੇ ਦੇਖਿਆ ਜਾਵੇ ਤਾਂ 7-8 ਦੀ ਗਿਣਤੀ 'ਚ। ਜੇ ਉਹਨਾਂ ਨੂੰ ਅੰਦਰੂਨ 'ਚ ਦੇਖਿਆ ਜਾਵੇ, ਅੰਦਰੋਂ ਵੀ ਉਹਨਾਂ ਦੀਆਂ ਜਿਹੜੀਆਂ ਤਰੇੜਾਂ ਨੂੰ ਗੌਰ ਕੇ ਦੇਖਿਆ ਜਾਵੇ, ਤਾਂ ਇਹਨਾਂ ਦੀ ਗਿਣਤੀ ਬਹੁਤ ਵੱਧ ਜਾਂਦੀ ਹੈ। ਇਸੇ ਕਰਕੇ ਇਹਨਾਂ ਪਲੇਟਾਂ ਨੂੰ 2 ਕੈਟੇਗਰੀਜ਼ 'ਚ ਵੰਡਿਆ ਗਿਆ, ਮੇਜਰ ਪਲੇਟਾਂ ਤੇ ਮਾਈਨਰ ਪਲੇਟਾਂ। ਖੈਰ ਉਹਨਾਂ 'ਚੋਂ ਹੀ 2 ਇਤਿਹਾਸਕ ਪਲੇਟਾਂ ਦੀ ਟੱਕਰ ਕਰਕੇ ਭਾਰਤ ਉਸ ਸਥਿਤੀ 'ਚ ਆਇਆ ਜਿਸ ਸਥਿਤੀ 'ਚ ਇਹਨੂੰ ਅੱਜ ਅਸੀਂ ਦੇਖਦੇ ਹਾਂ। ਅਜੇ ਵੀ ਜਿਹੜੀ ਮੈਂ ਕਹਾਣੀ ਸ਼ੁਰੂ ਕੀਤੀ ਆ, ਇਹ ਖਤਮ ਨਹੀਂ ਹੋਈ। ਵਜ੍ਹਾ, ਜਦੋਂ ਤੁਸੀਂ ਕਹੋਗੇ ਸਰ ਦੱਖਣੀ ਪਠਾਰ ਕਿਵੇਂ ਬਣਿਆ, ਵੈਸਟਰਨ ਗਾਟਸ ਕਿਵੇਂ ਬਣਿਆ, ਤੁਹਾਨੂੰ ਪਤਾ ਜਿਹੜੀ ਮੈਂ ਅੱਜ ਹਿਮਾਲਿਆ ਦੇ ਬਣਨ ਦੀ ਸਟੋਰੀ ਸੁਣਾਈ ਆ, ਇਹਨੂੰ 3-3 ਮਿੰਟ ਦੀ ਸਟੋਰੀ ਨੂੰ 4-5 ਵਾਰ ਰਿਪੀਟ ਕਰੂੰਗਾ ਮੈਂ ਜਦੋਂ ਗੰਗਾ ਰਿਵਰ ਸਿਸਟਮ ਪੜ੍ਹਾਊਂਗਾ। ਫਿਰ ਉਸ ਤੋਂ ਬਾਅਦ ਜਦੋਂ ਪੈਨਿਨਸੂਲਰ ਇੰਡੀਆ ਪੜ੍ਹਾਊਂਗਾ, ਆਪਣਾ ਜਿਹੜਾ ਪ੍ਰਾਦੀਪੀਆ ਭਾਰਤ, ਫਿਰ ਜਦੋਂ ਵੈਸਟਰਨ ਘਾਟ ਪੜ੍ਹਾਊਂਗਾ, ਵੈਸਟਰਨ ਘਾਟਸ ਦੇ ਬਣਨ ਦੀ ਕਹਾਣੀ ਵੀ ਸੇਮ ਇਸੇ ਨਾਲ ਜੁੜਦੀ ਆ ਕੇ। ਹੁਣ ਤੁਸੀਂ ਕਹੋਗੇ ਸਰ ਵੈਸਟਰਨ ਘਾਟਸ ਤਾਂ ਸਾਊਥ 'ਚ, ਇਹ ਤਾਂ ਉੱਪਰਲੇ ਪਾਸੇ ਨਾਰਥ ਵਾਲੇ ਪਾਸੇ ਦੀ ਘਟਨਾ ਹੈ, ਉਹ ਕਿਵੇਂ ਜੁੜੀ ਆ? ਜਦੋਂ ਉੱਥੇ ਜਾਊਂਗਾ ਉੱਥੇ ਵੀ ਇਹੀ ਕਹਾਣੀ ਸੁਣਾਉਣੀ ਹੈ ਮੈਂ ਕਿ ਇਸ ਤਰੀਕੇ ਨਾਲ ਬਣਿਆ। ਖੈਰ ਇੱਥੋਂ ਤੱਕ ਤੇ ਆਪਾਂ ਨੂੰ ਗੱਲ ਪਤਾ ਲੱਗ ਗਈ ਕਿ ਚੀਜ਼ ਬਣੀ ਆ। ਹੁਣ ਜੇ ਆਪਾਂ ਨੂੰ ਪਤਾ ਲੱਗ ਗਿਆ, ਆਹ ਸਟੋਰੀ ਦੱਸੀ ਸਾਰੀ ਕਿ ਕਿਸ ਤਰੀਕੇ ਨਾਲ ਮੂਵ ਕਰਦੇ ਕਰਦੇ ਸਾਰੀ ਸਟੋਰੀ ਸਮਝ ਆ ਗਈ, ਸਾਰੀ ਕਨਸੈਪਟ ਕਲੀਅਰ ਹੋ ਗਿਆ ਹੋਣਾ। ਹੁਣ ਅੱਗੇ ਸ਼ੁਰੂ ਹੋ ਜਾਂਦੀ ਆ ਸਾਡੀ ਫਿਰ ਜਿਓਗ੍ਰਾਫੀ ਫੈਕਟ ਬੇਸਡ, ਕਿ ਬਈ
ਅਸੀਂ ਆਪਣੇ ਹਿਮਾਲਿਆਜ਼ ਨੂੰ ਅਸੀਂ ਆਪਣੇ ਹਿਮਾਲਿਆਜ਼ ਦੀ ਵੰਡ ਕਰਦੇ ਕਿਵੇਂ ਆ? ਦੇਖੋ, ਹਿਮਾਲਿਆਜ਼ ਦੀ ਵੰਡ ਦੋ ਪੱਖ ਤੋਂ ਕੀਤੀ ਜਾ ਸਕਦੀ ਹੈ, ਜਾਂ ਤਾਂ ਉੱਤਰ ਤੋਂ ਦੱਖਣ ਵੱਲ, ਤੇ ਜਾਂ ਹਿਮਾਲਿਆਜ਼ ਨੂੰ ਵੰਡਿਆ ਜਾ ਸਕਦਾ ਹੈ ਪੱਛਮ ਤੋਂ ਪੂਰਬ ਵੱਲ। ਮੀਨਸ ਨਾਰਥ ਤੋਂ ਸਾਊਥ, ਆਈਦਰ ਨਾਰਥ ਟੂ ਸਾਊਥ ਔਰ ਵੈਸਟ ਟੂ ਈਸਟ। ਜਦੋਂ ਅਸੀਂ ਪੱਛਮ ਤੋਂ ਪੂਰਬ ਵੱਲ ਯਾਨੀ ਕਿ ਵੈਸਟ ਤੋਂ ਈਸਟ ਵੱਲ ਵੰਡਦੇ ਆ ਤਾਂ ਵੱਖਰੀ ਕਲਾਸੀਫਿਕੇਸ਼ਨ ਆ। ਫਿਰ ਕੋਈ ਕਹੂਗਾ ਸਰ ਅੱਛਾ ਪੰਜਾਬ ਹਿਮਾਲਿਆਜ਼, ਠੀਕ ਆ, ਉਸ ਤੋਂ ਬਾਅਦ ਹਿਮਾਚਲ ਹਿਮਾਲਿਆਜ਼, ਫਿਰ ਉਸ ਤੋਂ ਬਾਅਦ ਨੇਪਾਲ ਹਿਮਾਲਿਆਜ਼, ਉਸ ਤੋਂ ਬਾਅਦ ਸਿੱਕਿਮ ਹਿਮਾਲਿਆਜ਼, ਫਿਰ ਉਸ ਤੋਂ ਬਾਅਦ ਅਰੁਣਾਚਲ ਹਿਮਾਲਿਆਜ਼ ਜਾਂ ਅਸਾਮ ਹਿਮਾਲਿਆਜ਼। ਜੇ ਕੋਈ ਕਹੂਗਾ ਸਰ ਉੱਤੋਂ ਥੱਲੇ ਤੱਕ ਹਿਮਾਲਿਆਜ਼ ਦੀ ਵੰਡ ਕਰੋ, ਤਾਂ ਫਿਰ ਅਸੀਂ ਵੰਡਾਂਗੇ ਹਿਮਾਲਿਆਜ਼ ਤੋਂ ਪਰਾਂ ਦੇ ਪਹਾੜ। ਪਰਾਂ ਦੀ ਪੰਜਾਬੀ ਹੁੰਦੀ ਹੈ ਟਰਾਂਸ। ਹਿਮਾਲਿਆਜ਼ ਤੋਂ ਪਾਰ ਦੇ ਪਹਾੜ। ਇਹ ਹਿਮਾਲਿਆਜ਼ ਤੋਂ ਪਾਰ ਦੇ ਪਹਾੜ ਕਿਹੜੇ ਆ? ਜਿਹੜਾ ਸਭ ਤੋਂ ਵੱਡੀ ਫੋਲਡਿੰਗ ਹੋਈ ਆ ਹਿਮਾਲਿਆਜ਼ ਦੀ, ਉਸ ਤੋਂ ਵੀ ਪਹਿਲਾਂ ਇੱਕ ਛੋਟੀ ਜੀ ਫੋਲਡਿੰਗ ਪਹਿਲਾਂ ਹੋਈ ਸੀ, ਉਸ ਤੋਂ ਬਾਅਦ ਸਭ ਤੋਂ ਵੱਡੀ ਫੋਲਡਿੰਗ ਹੋਈ ਆ, ਫਿਰ ਛੋਟੀ, ਫਿਰ ਉਸ ਤੋਂ ਬਾਅਦ ਛੋਟੀ। ਸਭ ਤੋਂ ਵੱਡੀ ਤੋਂ ਪਹਿਲਾਂ ਵੀ ਤਿੱਬਤ ਵਾਲੇ ਪਾਸੇ ਇੱਕ ਛੋਟੀ ਜੀ ਫੋਲਡਿੰਗ ਹੋਈ ਸੀ। ਜਿਹੜੇ ਪਹਾੜ ਉੱਚੇ ਪਹਾੜ ਤੋਂ, ਗ੍ਰੇਟ ਹਿਮਾਲਿਆ ਤੋਂ, ਮਹਾਨ ਹਿਮਾਲਿਆ ਤੋਂ ਪਰਲੇ ਪਾਸੇ ਰਹਿ ਗਏ ਆ ਅੱਜ ਦੀ ਘੜੀ 'ਚ, ਉਹਨਾਂ ਨੂੰ ਅਸੀਂ ਕਹਿੰਦੇ ਆ ਟਰਾਂਸ ਹਿਮਾਲਿਆਜ਼, ਪਰਲੇ ਹਿਮਾਲਿਆਜ਼। ਠੀਕ ਸਮਝ ਆ ਗਈ ਗੱਲ? ਉਸ ਤੋਂ ਬਾਅਦ ਜਦੋਂ ਟੱਕਰ ਵੱਜਣ ਤੇ ਜਿਹੜੀ ਸਭ ਤੋਂ ਉੱਚੀਆਂ ਸ਼੍ਰੰਖਲਾਵਾਂ ਨੇ, ਉਹਨਾਂ ਨੂੰ ਕਿਹਾ ਜਾਂਦਾ ਹੈ ਗ੍ਰੇਟਰ ਹਿਮਾਲਿਆਜ਼, ਛੋਟਾ ਹਿਮਾਲਿਆਜ਼। ਉਸ ਤੋਂ ਬਾਅਦ ਆ ਗਿਆ ਆਪਣੇ ਕੋਲ ਸ਼ਿਵਾਲਿਕਸ, ਦਾ ਲੋਐਸਟ ਹਿਮਾਲਿਆਜ਼। ਇੱਥੋਂ ਤੱਕ ਜਾਂਦੇ ਜਾਂਦੇ ਤਾਂ ਹਿਮਾਲਿਆਜ਼ ਦੇ ਪੱਲੇ ਕੁਝ ਬਚਦਾ ਵੀ ਨਹੀਂ। ਤੁਸੀਂ ਇਹ ਦੇਖੋ, ਉੱਥੇ ਤਾਂ ਫੋਲਡਿੰਗ ਹੋਣ ਤੋਂ ਬਾਅਦ ਜਿਹੜੇ ਟੈਥਿਸ ਸੀ ਦਾ ਅੰਦਰਲਾ ਜਲਾਸ਼ਯ ਉਹ ਸੀਗਾ, ਜੋ ਉਹਦੇ ਅੰਦਰਲੇ ਵੇਸਟ ਸੀਗਾ, ਫੋਸਿਲ ਸੀਗੇ, ਉਹ ਫੋਲਡ ਹੋ ਕੇ ਪਹਾੜ ਬਣੇ ਆ। ਠੀਕ ਆ, ਪਰ ਜਿਹੜਾ ਸਭ ਤੋਂ ਥਲੜਾ ਹਿਮਾਲਿਆ ਹੈ ਲੇਟੈਸਟ ਸਟੇਜ ਤੇ, ਉੱਥੇ ਕੋਈ ਪਹਾੜ ਪਹੂੜ ਥੋੜਾ ਹੈ। ਜਦੋਂ ਸਭ ਤੋਂ ਉੱਪਰਲੇ ਹਿਮਾਲਿਆਜ਼ ਬਣ ਗਏ, ਸਭ ਤੋਂ ਪਹਿਲਾਂ ਟਰਾਂਸ ਹਿਮਾਲਿਆਜ਼, ਫਿਰ ਉਸ ਤੋਂ ਬਾਅਦ ਗ੍ਰੇਟਰ ਹਿਮਾਲਿਆਜ਼, ਫਿਰ ਉਸ ਤੋਂ ਬਾਅਦ ਦੂਜੀ ਦਰਜੇ ਦੇ ਹਿਮਾਲਿਆਜ਼ ਬਣ ਗਏ। ਇਸ ਇਲਾਕੇ 'ਚ ਇੱਕ ਨਦੀ ਸੀ, ਫਿਰ ਉਹ ਨਦੀ ਟੁੱਟ ਗਈ, ਇੰਡੋ ਬਰਮਾ। ਉਸ ਨਦੀ ਨੇ ਪਹਾੜਾਂ ਤੋਂ ਜਿੰਨੀ ਮਿੱਟੀ ਸੀ ਉਹ ਵਹਾਈ, ਉਸ ਮਿੱਟੀ ਨੂੰ ਵਹਾ ਕੇ ਅੱਗੇ ਡਿਪੋਜ਼ਿਟ ਕਰਾਤਾ। ਹਿਮਾਲਿਆਜ਼ ਦੀ ਸਪੀਡ ਹਜੇ ਵੀ ਨਹੀਂ ਸੀ ਰੁਕੀ, ਉਹ ਹਜੇ ਵੀ 7 ਜਾਂ 8 ਸੈਂਟੀਮੀਟਰ ਪ੍ਰਤੀ ਸਾਲ ਦੀ ਸਪੀਡ ਨਾਲ ਵਗ ਰਹੇ ਸੀ। ਇੱਕ ਜ਼ੋਰ ਹੋਰ ਲਾਇਆ, ਇੱਕ ਫੋਲਡਿੰਗ ਹੋਰ ਚੱਕਤੀ। ਉਹੀ ਫੋਲਡਿੰਗ ਜਿਹੜੀ ਸਭ ਤੋਂ ਲੇਟੈਸਟ ਫੋਲਡਿੰਗ ਆ, ਉਹ ਕੋਰੀ ਮਿੱਟੀ ਦੀ ਆ। ਜਾ ਕੇ ਦੇਖ ਲਓ ਚੰਡੀਗੜ੍ਹ ਵਾਲੇ ਪਹਾੜ, ਇਸੇ ਦੇ ਸਬੂਤ ਨੇ। ਇਹ ਕਿਹੜੇ ਹਿਮਾਲਿਆਜ਼ ਆ? ਸ਼ਿਵਾਲਿਕ ਹਿਮਾਲਿਆਜ਼, ਬਿਲਕੁਲ ਲਾਸਟ। ਇਹਦੇ ਚ ਫੋਸਿਲਸ ਨਹੀਂ ਗਏ, ਇਹਦੇ ਚ ਕੀ ਆ ਭਲਾ? ਮਿੱਟੀ। ਕਿਉਂਕਿ ਇਹ ਬਹੁਤ ਲੇਟਰ ਸਟੇਜ ਤੇ ਬਣੇ ਆ, ਇਹ ਤਾਂ ਟਰਸ਼ਰੀ ਸਟੇਜ ਤੇ ਬਣੇ ਆ, ਬਿਲਕੁਲ ਲਾਸਟ ਚ ਜਾ ਕੇ, ਆਪਣਾ ਕੁਛ ਕੁ ਮਿਲੀਅਨ ਸਾਲ ਪਹਿਲਾਂ ਦੀ ਗੱਲ ਆ, ਇਹ ਉਸ ਵੇਲੇ ਬਣੇ ਹੋਏ ਆ ਪਹਾੜ। ਇਸ ਤੋਂ ਬਾਅਦ ਅੱਗੇ ਜਾ ਕੇ ਜਿਹੜੀ ਮਿੱਟੀ ਆ, ਉਹ ਅੱਗੇ ਜਾ ਕੇ ਦਲਦਲਾਂ ਬਣ ਗਈਆਂ, ਅੱਗੇ ਜਾ ਕੇ ਭੱਬਰ ਦਾ ਇਲਾਕਾ ਆ ਗਿਆ, ਭੱਬਰ ਤੋਂ ਅੱਗੇ ਤਰਾਈ ਦਾ ਇਲਾਕਾ ਆ ਗਿਆ। ਠੀਕ ਆ, ਤਰਾਈ ਤੋਂ ਅੱਗੇ ਜਿਹੜੀਆਂ ਨਦੀਆਂ ਨੇ, ਫਿਰ ਉਹਨਾਂ ਨੇ ਅੱਗੇ ਜਾ ਕੇ ਖਾਦਰ ਤੇ ਬਾਂਗਰ ਦੇ ਇਲਾਕੇ ਬਣਾਏ। ਉਹ ਖਾਦਰ ਬਾਂਗਰ ਤੋਂ ਅੱਗੇ ਜਾ ਕੇ ਪਾਣੀ ਦੀ ਸੋਚ ਮੁੱਕ ਗਈ ਜਾਂ ਅਪਰੋਚ ਮੁੱਕ ਗਈ, ਉੱਥੇ ਜਾ ਕੇ ਫਿਰ ਮਾਰੂਸਥਲ ਬਣ ਗਏ। ਪੂਰਾ ਭਾਰਤ ਇਸੇ ਤਰੀਕੇ ਨਾਲ ਹੀ ਤਾਂ ਬਣਿਆ ਹੈ। ਜੇ ਤੁਸੀਂ ਕਸ਼ਮੀਰ 'ਚ ਦੇਖੋਗੇ ਤਾਂ ਪਹਾੜ, ਪੰਜਾਬ ਦੇ ਹੁਸ਼ਿਆਰਪੁਰ ਦੇ ਇਲਾਕੇ ਤੱਕ ਪਹੁੰਚੋਗੇ, ਸ਼ਿਮਲੇ ਦੇ ਥੱਲੜੇ ਪਾਸੇ ਆ ਜਾਓਗੇ ਤਾਂ ਭੱਬਰ ਦਾ ਇਲਾਕਾ। ਉਸ ਤੋਂ ਥੱਲੇ ਜੇ ਤੁਸੀਂ ਹੁਸ਼ਿਆਰਪੁਰ ਵਾਲੇ ਰੋਪੜ ਵਾਲੇ ਪਾਸੇ 'ਚ ਆ ਜਾਓਗੇ ਤਾਂ ਤੁਹਾਨੂੰ ਮਿਲੂਗਾ ਆਪਣਾ ਤਰਾਈ ਦਾ ਇਲਾਕਾ। ਉਸ ਤੋਂ ਬਾਅਦ ਲੁਧਿਆਣਾ ਤੇ ਸੈਂਟਰਲ ਪੰਜਾਬ 'ਚ ਆ ਜਾਓਗੇ ਤਾਂ ਤੁਹਾਨੂੰ ਮਿਲੂਗਾ ਖਾਦਰ ਦਾ ਇਲਾਕਾ, ਜਿੱਥੇ ਇਹ ਇਲਾਕੇ ਜਿਹੜੇ ਆ ਖਾਦਰ ਤੋਂ ਦੂਰ ਦੂਰ ਮਿਲਣਗੇ ਬਾਂਗਰ ਦੇ ਇਲਾਕੇ, ਤੇ ਖਾਦਰ ਤੋਂ ਵੀ ਦੂਰ ਚਲੇ ਜਾਓ ਬਠਿੰਡੇ ਵੱਲ ਨੂੰ, ਤੁਹਾਨੂੰ ਮਿਲਣਗੇ ਰੇਗਿਸਤਾਨ। ਚਲੋ ਅੱਜ ਮਾਰੂਸਥਲ ਉਹਨਾਂ ਨਹੀਂ ਗਾ, ਅਸੀਂ ਉਹਨੂੰ ਫਰਟਾਈਲ ਕਰ ਲਿਆ ਆਪਣੀ ਮਿਹਨਤ ਦੀ ਤਾਕਤ ਨਾਲ। ਪਰ ਗੱਲ ਇਹ ਆ, ਪ੍ਰੈਕਟੀਕਲੀ ਤਾਂ ਮਾਰੂਥਲ ਹੀ ਸੀ ਨਾ, ਮਤਲਬ ਕਿ ਉਹ ਬਿਲਕੁਲ ਰੇਤਲਾ ਇਲਾਕਾ ਹੀ ਸੀਗਾ। ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜਿੰਨੇ ਵੀ ਮੈਂ ਅੱਗੇ ਕਨਸੈਪਟ ਪੜਾਉਣੇ ਆ, ਇੰਡੀਆ ਦੀ ਫਿਜ਼ੀਓਗ੍ਰਾਫੀ ਪੜਾਉਣੀ ਆ, ਉਹਦੇ 'ਚ ਲੌਜਿਕ ਇਹੀ ਲੱਗਣਾ ਹੈ ਸਾਰਾ। ਹੁਣ ਤੁਸੀਂ ਕਹੋਗੇ ਸਰ ਹਜੇ ਕਲੈਰਿਟੀ ਨਹੀਂ ਹੋਈ ਕਿ ਭੱਬਰ ਕੀ ਹੁੰਦਾ ਹੈ, ਤਰਾਈ ਕੀ ਹੁੰਦਾ ਹੈ, ਵਕਤ ਦੇ ਨਾਲ ਦੱਸੂਗਾ। ਪਰ ਇੱਕ ਗੱਲ ਆ, ਸਾਰੀ ਕਹਾਣੀ ਹਿਮਾਲਿਆਜ਼ ਦੇ ਬਣਨ ਤੋਂ ਸ਼ੁਰੂ ਹੋਈ ਆ। ਹਿਮਾਲਿਆ ਨਾ ਹੁੰਦੇ ਤਾਂ ਪਲੇਨਸ ਨਾ ਹੁੰਦੇ, ਪਲੇਨਸ ਵੀ ਨਾ ਹੁੰਦੇ ਤੇ ਨਾ ਹੀ ਮਾਰੂਥਲ ਹੁੰਦੇ। ਠੀਕ ਆ, ਖੈਰ ਜੇ ਮੈਂ ਇਕੱਲੇ ਹਿਮਾਲਿਆਜ਼ ਦੀ ਗੱਲ ਕਰਾਂ ਤੇ ਆਹ ਹਿਮਾਲਿਆਜ਼ ਨੇ ਉੱਪਰੋਂ ਲੈ ਕੇ ਥੱਲੇ ਤੱਕ। ਠੀਕ ਆ, ਹੁਣ ਗੌਰ ਕੀਤੀ ਜਾਵੇ ਕਿ ਜੇ ਅਸੀਂ ਇਹਨਾਂ ਹਿਮਾਲਿਆਜ਼ ਨੂੰ ਸਮਝਣਾ ਹੋਵੇ, ਇਹਨਾਂ ਹਿਮਾਲਿਆਜ਼ ਦੀ ਪ੍ਰਤੀ ਜੇ ਆਪਾਂ ਆਪਣੀ ਸਮਝ ਪੈਦਾ ਕਰਨੀ ਆ, ਤਾਂ ਸਭ ਤੋਂ ਉੱਪਰ ਜਿਹੜੀ ਸਭ ਤੋਂ ਆਹ ਵਾਲੀ ਸ਼੍ਰੰਖਲਾ ਜਿਹੜੀ ਆ ਨਾ, ਆਹ ਲਾਈਨ ਜਿਹੜੀ ਸ਼ੋ ਹੋ ਰਹੀ ਆ, ਇਹ ਲਾਈਨ ਹੈਗੀ ਆ ਗ੍ਰੇਟ ਹਿਮਾਲਿਆਜ਼ ਦੀ। ਇਹ ਬੜੀ ਲੰਬੀ ਲਾਈਨ ਆ ਹਿਮਾਲਿਆਜ਼ ਦੀ। ਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਜਦੋਂ ਥੱਲੇ ਵਾਲੀ ਪਲੇਟ ਉੱਪਰਲੀ ਪਲੇਟ 'ਚ ਵੱਜੀ, ਠੀਕ ਆ, ਵੱਜਣ ਦਾ ਤਰੀਕਾ ਕੀ ਸੀਗਾ? ਉੱਪਰਲੀ ਪਲੇਟ ਐਵੇਂ ਦੀ ਪਲੇਟ ਸੀ, ਆਹ ਉੱਪਰਲੀ ਪਲੇਟ ਦੀ ਸ਼ੇਪ ਆ, ਥੱਲੇ ਵਾਲੀ ਪਲੇਟ ਇੱਥੋਂ ਐ ਆ ਰਹੀ ਸੀ। ਜਦੋਂ ਇਹ ਪਲੇਟ ਇਸ ਪਲੇਟ 'ਚ ਐਵੇਂ ਵੱਜੀ ਜਾ ਕੇ, ਇਸ ਪਾਸੇ ਵਾਲੇ ਕੋਨੇ ਤੇ ਇਹ ਪਲੇਟ ਅਟਕ ਗਈ,
ਅੱਗੇ ਮੂਵ ਹੀ ਨਹੀਂ ਕਰ ਸਕੀ। ਜਦੋਂ ਇੱਕ ਪਾਸੇ ਪਲੇਟ ਨੂੰ ਜ਼ੋਰ ਪੈ ਗਿਆ ਨਾ, ਪਲੇਟ ਇੱਕ ਪਾਸਿਓਂ ਫਸ ਗਈ, ਇਸ ਪਾਸੇ ਵਾਲੀ ਪਲੇਟ ਨੂੰ ਫਿਰ ਪਿੱਛੇ ਨੂੰ ਆਉਣਾ ਪੈ ਗਿਆ। ਮਤਲਬ ਇੱਕ ਪਾਸੇ ਪਲੇਟ ਅਟਕ ਗਈ, ਜਾਂ ਤਾਂ ਦੋਵੇਂ ਪਾਸਿਓਂ ਉਧਰ ਅਟਕਦੀ ਨਾ ਸਿੱਧੀ ਅੱਗੇ ਧੱਕ ਦਿੰਦੀ ਉਹਨੂੰ, ਇੱਕ ਪਾਸਿਓਂ ਪਲੇਟ ਅਟਕ ਗਈ, ਦੂਜੇ ਪਾਸੇ ਵਾਲੀ ਨੂੰ ਵਾਪਸ। ਸੋਚ ਕੇ ਦੇਖੋ ਕਿ ਕਿਸੇ ਇਹੋ ਜੀ ਐਲ ਸ਼ੇਪ ਤੇ ਕਿਸੇ ਵੱਡੀ ਚੀਜ਼ ਦੀ ਟੱਕਰ ਵੱਜੀ ਹੋਵੇ, ਉਧਰਲੇ ਪਾਸੇ ਅਟਕ ਜੇ ਤਾਂ ਇਧਰਲਾ ਪਾਸਾ ਆਪਣੇ ਆਪ ਪਿੱਛੇ ਨੂੰ ਆ ਜਾਂਦਾ ਹੈ। ਸੇਮ ਉਸੇ ਤਰੀਕੇ ਨਾਲ ਇਧਰਲੇ ਪਾਸੇ ਵਾਲੇ ਹਿਮਾਲਿਆਸ ਚੌੜੇ ਹੋ ਗਏ ਤੇ ਇਸ ਪਾਸੇ ਨੂੰ ਜਾਂਦੇ ਜਾਂਦੇ ਹਿਮਾਲਿਆਸ ਦੀ ਚੜਾਈ ਘਟਦੀ ਜਾਂਦੀ ਹੈ। ਜਿਵੇਂ ਜਿਵੇਂ ਆਪਾਂ ਪੰਜਾਬ ਤੋਂ ਜਾਂ ਪਾਕਿਸਤਾਨ ਤੋਂ ਆਪਾਂ ਨਾਰਥ ਈਸਟ ਵੱਲ ਜਾਵਾਂਗੇ, ਹਿਮਾਲਿਆਸ ਦੀ ਚੜਾਈ ਘਟਦੀ ਜਾਊਗੀ, ਕਿਉਂਕਿ ਇਧਰਲੇ ਪਾਸੇ ਇੱਕ ਸਿੰਟੈਕਸਲ ਬੈਂਡ ਸੀਗਾ, ਇੱਕ ਕੂਣੀ ਮੋੜ ਸੀਗਾ। ਉਸ ਕੂਣੀ ਮੋੜ ਤੇ ਸਾਡੀ ਜਿਹੜੀ ਉਧਰੋਂ ਪਲੇਟ ਆਈ ਸੀ ਉਹ ਅਟਕ ਗਈ ਸੀ। ਇਸੇ ਕਰਕੇ ਇਧਰਲੇ ਪਾਸੇ ਹਿਮਾਲਿਆਸ ਦੀ ਚੜਾਈ ਜ਼ਿਆਦੀ ਨਹੀਂ ਹੋ ਸਕੀ। ਠੀਕ ਆ। ਤੇ ਇੱਕ ਗੱਲ ਦੇਖੋ, ਆ ਪਲੇਟ ਦਾ ਹੀ ਬੈਂਡ ਆ, ਇਸੇ ਬੈਂਡ ਨੂੰ ਧਿਆਨ ਚ ਰੱਖ, ਕਿਉਂਕਿ ਜਿੱਥੇ ਦੋ ਪਲੇਟਾਂ ਦੇ ਵਿੱਚ ਦਰਾਰ ਆ, ਉਸ ਦਰਾਰ ਨੂੰ ਖੋਰਨਾ ਸੌਖਾ ਹੁੰਦਾ ਹੈ। ਮੰਨਦੇ ਹੋ ਗੱਲ? ਪਲੇਟ ਤੋੜਨੀ ਔਖੀ ਹੈ। ਜਿਹੜੀ ਉੱਪਰੋਂ ਇੰਡੋ ਬਰਮਾ ਦਰਿਆ ਟੁੱਟਿਆ, ਉਹਨੂੰ ਆਹ ਵਾਲਾ ਜਿਹੜਾ ਵਿੱਚ ਦਰਾਰ ਸੀ, ਇਸੇ ਦਰਾਰ ਚੋਂ ਉਹਨੇ ਆਪਣੇ ਲਈ ਰਾਹ ਲੱਭ ਲਿਆ। ਤੁਸੀਂ ਕਦੀ ਬ੍ਰਹਮਪੁੱਤਰਾ ਨਦੀ ਦੇਖਿਓ, ਐ ਆਉਂਦੀ ਹੈ, ਉਹ ਉਸੇ ਬੈਂਟ ਚੋਂ ਨਿਕਲਦੀ ਹੋਈ ਆਪਣੇ ਰਾਹ ਲੱਭਦੀ ਆਈ ਆ ਜਿੱਥੇ ਜਿੱਥੇ ਉਹਨੂੰ ਦਰਾਰ ਮਿਲੀ। ਬ੍ਰਹਮਪੁੱਤਰਾ ਨਦੀ ਦਾ ਜਿਹੜਾ ਵਹਾਅ ਬਣਿਆ ਹੈ, ਫਲੋ ਆ, ਉਹ ਇਸੇ ਕਰਕੇ ਇਸ ਸਿੰਟੈਕਸਲ ਬੈਂਟ ਦੇ ਰੂਪ ਦੇ ਵਿੱਚ ਉੱਥੇ ਇੱਕ ਪਹਾੜ ਆਉਂਦੇ ਆ, ਨਮਚਾ ਬਾਰਵਾ ਦੇ ਪਹਾੜ, ਉੱਥੋਂ ਮਾਰਦੀ ਆ ਯੂ ਟਰਨੋ ਪੂਰਾ, ਮਤਲਬ ਪੂਰਾ ਸਿੰਟੈਕਸਲ ਬੈਂਟ ਆ, ਕੂਣੀ ਮੋੜ ਮੋੜਦੀ ਆ ਤੇ ਮੋੜ ਕੇ ਵਾਪਸ ਅਸਾਮ ਵੱਲ ਨੂੰ ਆ ਕੇ ਫਿਰ ਉਹ ਉਹਦੇ ਵਿੱਚ ਬੰਗਲਾਦੇਸ਼ ਦੇ ਵਿੱਚ ਆਪਣਾ ਨਾਮ ਬਦਲ ਲੈਂਦੀ ਹੈ ਜਾ ਕੇ। ਠੀਕ ਆ। ਭਾਰਤ 'ਚ ਤਾਂ ਉਹਨੂੰ ਲਾਲ ਨਦੀ ਕਹਿ ਕੇ ਪੁਕਾਰਦੇ ਆ, ਰੈੱਡ ਰਿਵਰ ਕਹਿ ਕੇ ਪੁਕਾਰਦੇ ਆ, ਪਰ ਬੰਗਲਾਦੇਸ਼ ਜਾ ਕੇ ਉਹਨੂੰ ਜਮੁਨਾ ਕਹਿਣਾ ਸ਼ੁਰੂ ਕਰ ਦਿੰਦੇ ਆ। ਫਿਰ ਉਸ ਤੋਂ ਬਾਅਦ ਉਹ ਇੱਕ ਪਾਸਿਓਂ ਆਰੀ ਪਦਮਾ 'ਚ ਮਿਲ ਜਾਂਦੀ ਹੈ ਤੇ ਫਿਰ ਉਹ ਬੇ ਆਫ ਬੰਗਾਲ ਯਾਨੀ ਕਿ ਬੰਗਾਲ ਦੀ ਖਾੜੀ 'ਚ ਸਮਾ ਜਾਂਦੀ ਹੈ। ਸੋਚ ਕੇ ਦੇਖੋ, ਨਦੀਆਂ ਦੀਆਂ ਸ਼ਕਲਾਂ, ਨਦੀਆਂ ਦੀਆਂ ਸ਼ੇਪਸ ਵੀ ਤੈਅ ਕੀਤੀਆਂ ਕਿੱਥੇ ਦਾ, ਕਿਹਦੇ ਤੇ ਤੈਅ ਹੋਈਆਂ ਜਾ ਕੇ ਕਿ ਬਈ ਹਿਮਾਲਿਆ ਕਿੱਧਰੋਂ ਚੌੜਾ ਹੈ, ਕਿੱਧਰੋਂ ਕੀ ਹੈ। ਹੁਣ ਤੁਸੀਂ ਸੋਚ ਕੇ ਦੇਖੋ, ਬੜੀ ਸਿੰਪਲ ਜੀ ਗੱਲ ਆ। ਠੀਕ ਆ। ਕਿ ਇੱਕ ਗੱਲ ਦੱਸੋ, ਆ ਕੰਸੈਪਟ ਕਲੀਅਰ ਹੋ ਗਿਆ? ਉਮੀਦ ਕਰਦਾ ਕਿ ਆ ਚੀਜ਼ ਚੰਗੀ ਤਰ੍ਹਾਂ ਸਮਝ ਆ ਗਈ ਹੋਊਗੀ। ਹੁਣ ਤੁਸੀਂ ਆਪ ਸਿੱਖ ਲਓ, ਜਦੋਂ ਆਹ ਪਲੇਟ ਉੱਧਰ ਵੱਜੀ, ਠੀਕ ਆ, ਸਪੋਜ਼ ਕਰੋ ਆ ਇਕੁਏਟਰ ਆ, ਠੀਕ ਆ, ਆਹ ਪਲੇਟ ਇਹਦੇ 'ਚ ਟਕਰਾਈ ਜਾ ਕੇ, ਠੀਕ ਆ, ਇੱਥੇ ਕੀ ਬਣ ਗਿਆ? ਹਿਮਾਲਿਆਸ। ਤੁਸੀਂ ਕਹੋਗੇ ਠੀਕ ਆ ਸਰ, ਹੁਣ ਹਿਮਾਲਿਆਸ ਬਹੁਤ ਵਿਸ਼ਾਲ ਪਹਾੜ ਆ, ਇਹਦੀਆਂ ਦੋ ਸਾਈਡਾਂ ਨੇ, ਇੱਕ ਸਾਨੂੰ ਜਿਹੜੀ ਇਕੁਏਟਰ ਵੱਲੋਂ ਦਿਖਦੀ ਆ, ਇੱਕ ਸਾਈਡ ਜਿਹੜੀ ਨਾਰਥ ਪੋਲ ਵੱਲੋਂ ਦਿਖਦੀ ਆ। ਠੀਕ ਆ ਨਾ? ਜਿਹੜੀ ਨਾਰਥ ਪੋਲ ਵੱਲੋਂ ਦਿਖਦੀ ਆ ਉਹ ਸਾਊਥ ਫੇਸਿੰਗ ਆ, ਕਿਉਂਕਿ ਉਹਦਾ ਮੂੰਹ ਉਹ ਨਾਰਥ ਵਾਲੇ ਪਾਸੇ ਆ, ਸਾਊਥ ਫੇਸਿੰਗ ਆ, ਤੇ ਇਹ ਨਾਰਥ ਫੇਸਿੰਗ ਆ ਕਿਉਂਕਿ ਇਹ ਇਧਰਲੇ ਪਾਸੇ ਨੂੰ ਦਿਖਦੀ ਆ। ਠੀਕ ਆ। ਜਿਹੜੀ ਇੰਡੀਆ ਵਾਲੇ ਪਾਸੇ ਆ, ਇਧਰਲੇ ਪਾਸੇ ਵੈਜੀਟੇਸ਼ਨ ਬਹੁਤ ਆ, ਇਧਰਲੇ ਪਾਸੇ ਬਨਸਪਤੀ ਬਹੁਤ ਆ। ਹਿਮਾਲਿਆ ਦੇ ਪਰਲੇ ਪਾਸੇ ਜਿਹੜੀ ਪੋਲ ਵਾਲੇ ਪਾਸੇ ਆ, ਨਾਰਥ ਪੋਲ ਵਾਲੇ ਪਾਸੇ ਆ, ਉਧਰਲੇ ਪਾਸੇ ਜਿਹੜੀ ਸਾਊਥ, ਉਹ ਪੋਲ ਨਾਰਥ 'ਚ ਹੋ ਗਿਆ ਤੇ ਉਹਦਾ ਸਾਊਥ ਫੇਸਿੰਗ ਹੋ ਗਿਆ। ਉਧਰਲੇ ਪਾਸੇ ਹਿਮਾਲਿਆਸ ਦੇ ਬਨਸਪਤੀ ਹੈ ਹੀ ਨਹੀਂ, ਇੰਨੀ ਵੈਜੀਟੇਸ਼ਨ ਨਹੀਂ ਹੈਗੀ। ਹਿਮਾਲਿਆਸ ਜਦੋਂ ਉਤਰਦਾ ਹੈ, ਇਧਰਲੀ ਸਲੋਪ ਜਿਹੜੀ ਸਦਰਨ ਸਲੋਪ ਆਪਣੇ ਵਾਲੀ ਆ, ਇਧਰਲੇ ਪਾਸੇ ਵੈਜੀਟੇਸ਼ਨ ਬਨਸਪਤੀ ਬਹੁਤ ਆ, ਕਿਉਂਕਿ ਇਕੁਏਟਰ ਦਾ ਮੂੰਹ ਇੱਧਰ ਹੋਣ ਕਰਕੇ ਇਧਰਲੇ ਪਾਸੇ ਤੇ ਸੂਰਜ ਦੀ ਰੋਸ਼ਨੀ ਪੈਂਦੀ ਆ। ਫੋਟੋਸਿੰਥੇਸਿਸ, ਜਿਹਨੂੰ ਆਪਾਂ ਪ੍ਰਕਾਸ਼ ਸੰਸ਼ਲੇਸ਼ਣ ਕਹਿ ਦਿੰਦੇ ਆ, ਇਹੋ ਜਿਹੀਆਂ ਪ੍ਰਕਿਰਿਆਵਾਂ ਕੰਮ ਕਰਦੀਆਂ। ਠੀਕ ਆ। ਤੇ ਬਨਸਪਤੀ ਉੱਗਦੀ ਆ। ਪਰਲਾ ਪਾਸਾ ਜਿਹੜਾ ਹੈ, ਤਿੱਬਤ ਵਾਲਾ ਪਾਸਾ, ਜਾਂ ਜਿਹੜਾ ਹਿਮਾਲਿਆ ਦਾ ਚਾਈਨਾ ਵਾਲਾ ਮੂੰਹ ਆ, ਉਧਰਲੇ ਪਾਸੇ ਬਨਸਪਤੀ ਦੀ ਗਰੋਥ ਹੀ ਹੈ ਨਹੀਂ। ਸੋ ਕਿੰਨੀ ਕੁਦਰਤ ਨੇ ਖੇਡ ਰਚਾਈ ਆ। ਤੁਸੀਂ ਆਪ ਹਿਸਾਬ ਲਾ ਕੇ ਦੇਖੋ, ਵੈਸਟ ਵਾਲੇ ਪਾਸੇ ਹਿਮਾਲਿਆਸ ਬਹੁਤ ਚੌੜੇ ਆ, ਈਸਟ ਨੂੰ ਜਾਂਦੇ ਜਾਂਦੇ ਉਹਨਾਂ ਦੀ ਚੜਾਈ ਘਟ ਜਾਂਦੀ ਹੈ। ਇਹੋ ਜਿਹੇ ਸਵਾਲ ਜੇ ਤੁਹਾਨੂੰ ਪੇਪਰ 'ਚ ਪੁੱਛੇ ਜਾਣ ਤਾਂ ਤੁਸੀਂ ਕਹੋਗੇ ਸਰ ਸਮਝ ਹੀ ਨਹੀਂ ਆ ਸਕਦੇ ਜੇ ਸਾਡੇ ਕਨਸੈਪਟ ਹੀ ਨਹੀਂ ਕਲੀਅਰ। ਤੇ ਕਨਸੈਪਟ ਕਿੰਨੇ ਕਲੀਅਰ ਕਰਾਉਣੇ ਆ ਕਿ ਜੀ ਹਿਮਾਲਿਆਸ ਦਾ ਓਰੀਜਨ ਕੀ ਸੀ। ਠੀਕ ਆ। ਹੁਣ ਤਾਂ ਇੱਕ ਆਈਡੀਆ ਤੇ ਲੱਗ ਗਿਆ ਕਿ ਸਰ ਹਾਂ, ਸਾਨੂੰ ਇਹ ਪਤਾ ਲੱਗ ਗਿਆ ਕਿ ਵੱਡੀ ਹਿਮਾਲਿਆ ਦੀ ਪਰਤ ਤੋਂ ਪਰਲੇ ਵੱਡੀ ਹਿਮਾਲਿਆ ਦੀ ਸ਼ੰਖਲਾ ਤੋਂ ਪਰਲੇ ਪਾਸੇ ਵੀ ਹਿਮਾਲਿਆਸ ਹੈਗੇ ਆ, ਉਹਨਾਂ ਨੂੰ ਕਿਹਾ ਜਾਂਦਾ ਹੈ ਟਰਾਂਸ ਹਿਮਾਲਿਆਸ। ਸਭ ਤੋਂ ਪਹਿਲੀ ਗੱਲ ਪੇਪਰ 'ਚ ਇਹ ਆਉਂਦਾ ਹੁੰਦਾ ਕਿ ਟਰਾਂਸ ਹਿਮਾਲਿਆਸ ਨੂੰ ਲਾਈਨ 'ਚ ਲਾਓ। ਸਭ ਤੋਂ ਉੱਪਰਲੇ ਪਾਸੇ ਜਿਹੜੇ ਹਿਮਾਲਿਆਸ ਤੋਂ ਪਰਲੇ ਹਿਮਾਲਿਆਸ ਦੀ ਅੰਗਰੇਜ਼ੀ ਆ ਟਰਾਂਸ ਹਿਮਾਲਿਆਸ। ਇਧਰਲੇ ਹਿਮਾਲਿਆਸ ਉਹਦੀ ਅੰਗਰੇਜ਼ੀ ਹੁੰਦੀ ਆ ਸਿਸ ਹਿਮਾਲਿਆਸ। ਮੈਨੂੰ ਨਹੀਂ ਪਤਾ ਤੁਹਾਡੇ ਚੋਂ 12ਵੀਂ 'ਚ ਵਿਗਿਆਨ ਕਿੰਨੇ ਪੜ੍ਹੀ ਹੈ, ਸਾਇੰਸ ਕਿੰਨੇ ਪੜ੍ਹੀ ਹੈ, ਆਰਗੈਨਿਕ ਕੈਮਿਸਟਰੀ ਜੇ ਪੜ੍ਹੀ ਹੋਵੇ ਉਹ 'ਚ ਸਿਸ ਤੇ ਟਰਾਂਸ ਆਈਸੋਮਰਸ ਆਉਂਦੇ ਹੁੰਦੇ ਆ। ਸਿਸ ਇਧਰਲੇ ਤੇ ਟਰਾਂਸ ਉਧਰਲੇ। ਠੀਕ ਆ। ਵੈਸੇ ਲੋੜ ਵੀ ਨਹੀਂ। ਠੀਕ ਆ। ਮੈਂ ਤਾਂ ਸਿਰਫ ਇੱਕ ਮਤਲਬ ਸਮਝਾਉਣ ਲਈ ਕਿਹਾ ਸੀਗਾ, ਕਿਤੇ ਟੈਨਸ਼ਨ ਲੈ ਲਓ ਕਿ ਯਾਰ ਜੇ ਸਾਇੰਸ ਪੜ੍ਹੀ ਹੁੰਦੀ ਤੇ ਹਿਮਾਲਿਆਸ ਵੱਧ ਸਮਝ ਆ ਜਾਂਦੇ।
ਸਾਇੰਸ ਦਾ ਤੇ ਹਿਮਾਲਿਆਸ ਦਾ ਆਪਸ 'ਚ ਕੋਈ ਸੰਬੰਧ ਨਹੀਂ, ਠੀਕ ਆ। ਚੰਗੀ ਗੱਲ ਆ, ਸਾਰੀ ਇੱਕ ਜਗ੍ਹਾ ਤੇ ਬੈਠੇ ਆ। ਉਹਨਾਂ ਨੇ ਕਿਹੜਾ ਕਿਸੇ ਪੇਪਰ 'ਚ ਐਵੇਂ ਦਾ ਕਹਿਤਾ ਕਿ ਜਿਹਨੇ ਸਾਇੰਸ ਪੜ੍ਹੀ ਉਹਨੂੰ 5 ਨੰਬਰ ਵੱਧ ਦੇਵਾਂਗੇ, ਠੀਕ ਆ। ਉਹ ਇੱਕ ਜਿਹੜੇ ਕਿ ਟਾਈਮ 'ਚ ਤੁਸੀਂ ਮੈਨੂੰ ਲੱਗਦਾ 12ਵੀਂ ਕੀਤੀ ਹੋਊਗੀ, ਮੈਨੂੰ ਨਹੀਂ ਪਤਾ ਕਿ ਉਸ ਟਾਈਮ ਦੌਰ ਘਟ ਗਿਆ ਸੀ ਕਿ ਨਹੀਂ, ਪਰ ਜਦੋਂ ਸਾਡੇ ਵਾਲਾ ਟਾਈਮ ਸੀਗਾ ਉਦੋਂ ਤਹਿਸੀਲਦਾਰ ਦੇ ਬਰਾਬਰ ਨੌਕਰੀ ਦਾ ਅਹੁਦਾ ਹੁੰਦਾ ਸੀਗਾ ਨੌਨ ਮੈਡੀਕਲ ਦਾ, ਤੇ ਐਸਡੀਐਮ ਦੇ ਬਰਾਬਰ ਦੀ ਨੌਕਰੀ ਦਾ ਅਹੁਦਾ ਹੁੰਦਾ ਸੀਗਾ ਉਸ ਸਟੂਡੈਂਟ ਦਾ ਜਿਹੜਾ ਪਿੰਡ 'ਚੋਂ ਮੈਡੀਕਲ ਕਰਦਾ ਸੀਗਾ। ਖੈਰ ਹੁਣ ਉਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੇ ਆਪਣੀ ਜਗ੍ਹਾ ਘੇਰ ਲਈ ਹੈ। ਹੁਣ ਵੀ ਲੋਕ ਹੁਣ ਇਹਨਾਂ ਪੜ੍ਹਾਈਆਂ ਦੀ ਕਦਰ ਘਟ ਗਈ ਹੈ। ਵੈਸੇ ਮੈਂ ਇੱਕ ਗੱਲ ਆ, ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਹੁੰਦਾ ਕਿ ਨੌਨ ਮੈਡੀਕਲ ਤੇ ਮੈਡੀਕਲ ਬਹੁਤ ਵਧੀਆ ਪੜ੍ਹਾਈ ਹੈ। ਜੇ ਕਿਸੇ ਪੇਰੈਂਟਸ ਨੇ ਆਪਣੇ ਬੱਚੇ ਨੂੰ ਅੱਗੇ ਜ਼ਿੰਦਗੀ 'ਚ ਸਿਵਲ ਸਰਵਿਸਿਜ਼ ਕਰਾਉਣੀ ਆ, IAS PCS ਕਰਾਉਣਾ ਹੈ, ਜ਼ਿੰਦਗੀ 'ਚ ਉਹਨੂੰ 11ਵੀਂ 'ਚ ਆਰਟਸ ਲੈ ਕੇ ਨਾ ਦੇਵੇ, ਠੀਕ ਆ। ਅੱਜ ਕੱਲ੍ਹ ਪੇਰੈਂਟਸ ਜਿਹੜੇ ਆ ਨਾ ਬਹੁਤ ਗਲਤ ਡਾਇਰੈਕਸ਼ਨ 'ਚ ਚੱਲ ਰਹੇ ਆ ਕਿ 11ਵੀਂ 12ਵੀਂ 'ਚ ਆਰਟਸ ਕਰਾ ਦਿਓ, ਉਹੀ ਸਬਜੈਕਟ ਉਹਦੇ 'ਚ ਆਉਂਦੇ ਆ, IAS 'ਚ PCS 'ਚ ਕੀ ਉਹੀ ਸਬਜੈਕਟ ਆਉਂਦੇ ਆ। ਤੁਸੀਂ ਮੈਨੂੰ ਇੱਕ ਗੱਲ ਦੱਸ ਦਿਓ, ਤੁਹਾਡੇ 'ਚੋਂ ਕਿਹੜਾ ਸਾਇੰਸ ਪੜ੍ਹਿਆ ਸਟੂਡੈਂਟ ਆ ਜਿਹਨੂੰ ਮੇਰੀ ਪੜ੍ਹਾਈ ਪੰਜਾਬ ਹਿਸਟਰੀ ਸਮਝ ਨਾ ਆ ਜੇ? ਤੇ ਫਿਰ ਇੱਦਾਂ ਕਰੋ, ਇਹੋ ਜਿਹਾ ਆਰਟਸ ਪੜ੍ਹਿਆ ਸਟੂਡੈਂਟ ਮੈਨੂੰ ਦੱਸ ਦੇ ਜਿਹਨੂੰ ਮੇਰੀ ਪੜ੍ਹਾਈ ਸਾਇੰਸ ਸਮਝ ਆ ਜੇ। ਇਟ ਮੀਨਸ ਆਰਟਸ ਵਾਲੇ ਨੂੰ ਸਾਇੰਸ ਪੜ੍ਹਾਉਣੀ ਬਹੁਤ ਔਖੀ ਹੈ, ਸਾਇੰਸ ਵਾਲੇ ਨੂੰ ਹਿਸਟਰੀ ਪੜ੍ਹਾਉਣੀ ਤਾਂ ਜਮਾਂ ਸੌਖੀ ਹੈ। ਜੇ ਮੈਂ ਆਪ ਪੜ੍ਹ ਸਕਦਾ ਤਾਂ ਤੁਸੀਂ ਕਿਉਂ ਨਹੀਂ ਪੜ੍ਹ ਸਕਦੇ? ਇਹ ਸਬਜੈਕਟ ਕਹਿਣ ਚਾਹੇ ਨਾ ਕਹਿਣ, ਜੇ ਸਾਇੰਸ ਪੜ੍ਹਿਆ ਸਟੂਡੈਂਟ ਮਿਹਨਤ ਨਾਲ ਆਪਣੀ 12ਵੀਂ ਕਰਕੇ ਗਿਆ, ਮਿਹਨਤ ਨਾਲ, ਤਾਂ ਮੈਂ ਕਹਿੰਦਾ ਉਹ 4-5 ਡਿਗਰੀਆਂ ਇਕੱਠੀਆਂ ਹੀ ਕਰ ਜਾਂਦਾ ਸਮਝ ਲਓ। ਤਾਂ ਉਹ ਬੰਦਾ ਕਿਉਂ ਕਿਹਾ ਜਾਂਦਾ ਹੈ ਕਿ 60% 70% IAS PCS ਇੰਜੀਨੀਅਰ ਤੇ ਮੈਡੀਕਲ ਵਾਲੇ ਬਣਦੇ ਆ? ਉਹਦੀ ਵਜ੍ਹਾ ਇਹੀ ਆ ਕਿਉਂਕਿ ਮਿਹਨਤੀ ਤਬਕਾ, ਹੁਣ ਦੇਖੋ ਅੱਜ ਦੇ ਜ਼ਮਾਨੇ 'ਚ ਮਿਹਨਤੀ ਬੱਚੇ ਆਰਟਸ ਲੈਣ ਲੱਗ ਪੈਣ ਤਾਂ ਵੱਖਰੀ ਗੱਲ ਆ, ਪਰ ਜਿਨ੍ਹਾਂ ਦੇ ਅੱਜ IAS PCS ਦੇ ਵਿੱਚ ਰਿਜ਼ਲਟ ਆ ਰਹੇ ਆ, ਇਹ ਉਹ ਬੱਚੇ ਨੇ ਜਿਨ੍ਹਾਂ ਨੇ 12ਵੀਂ ਅੱਜ ਤੋਂ 6-6 ਸਾਲ ਪਹਿਲਾਂ ਕਰੀ ਆ। ਤੇ ਅੱਜ ਤੋਂ 6 ਸਾਲ ਪਹਿਲਾਂ ਜਿਨ੍ਹਾਂ ਨੇ 12ਵੀਂ ਕਰੀ ਆ, 16 ਸਾਲ ਤੋਂ ਲੈ ਕੇ 6 ਸਾਲ ਪਹਿਲਾਂ ਦੇ ਟਨਿਓਰ ਦੇ ਵਿੱਚ ਜਿਨ੍ਹਾਂ ਨੇ 12ਵੀਂ ਕਰੀ ਆ, ਇਹ ਉਹੀ ਸਟੂਡੈਂਟਸ ਨੇ ਜਿਹੜੇ ਉਸ ਸਮੇਂ 'ਚ ਪੜ੍ਹੇ ਹੋਏ ਆ, ਉਸ ਟਾਈਮ ਜ਼ੋਨ 'ਚ ਪੜ੍ਹੇ ਆ ਜਦੋਂ ਮੈਡੀਕਲ ਨੌਨ ਮੈਡੀਕਲ ਦੀ ਇੱਜ਼ਤ ਜਿਹੜੀ ਸੀ ਉਹ ਬਹੁਤ ਹੁੰਦੀ ਸੀ। ਤਾਂ ਜ਼ਿਆਦਾ ਪੜ੍ਹਨ ਵਾਲਾ ਸਟੱਫ ਉਹਨਾਂ ਤਬਕਿਆਂ ਦੇ ਵਿੱਚ ਸ਼ਾਮਲ ਆ, ਠੀਕ ਆ। ਇਸ ਕਰਕੇ ਉਹ ਰਿਜ਼ਲਟ 'ਚ ਕਨਵਰਟ ਹੋ ਰਿਹਾ ਹੈ। ਜਿਸ ਦਿਨ ਆਰਟਸ ਨੂੰ ਚੰਗੇ ਪੜ੍ਹਨ ਵਾਲੇ, ਦੇਖੋ ਇੱਕ ਗੱਲ ਬੜੀ ਕਲੀਅਰ ਆ, ਕਿਸੇ ਅਕੈਡਮੀ ਦੇ ਰਿਜ਼ਲਟ ਹੋਣ ਜਾਂ ਕਿਸੇ ਡਿਸਿਪਲਿਨ ਕਿਸੇ ਬ੍ਰਾਂਚ ਦੇ ਰਿਜ਼ਲਟ ਹੋਣ, ਨੌਨ ਮੈਡੀਕਲ ਦੇ ਮੈਡੀਕਲ ਦੇ, ਜਾਂ ਭਾਵੇਂ ਮਾਸਟਰ ਕਲਾਸਿਸ ABC ਅਕੈਡਮੀਆਂ ਦੇ ਰਿਜ਼ਲਟ ਸਿਰਫ ਤੇ ਸਿਰਫ ਪੜ੍ਹਨ ਵਾਲਿਆਂ ਤੇ ਨਿਰਭਰ ਕਰਦੇ ਆ। ਮੈਂ ਹਮੇਸ਼ਾ, ਇਹ ਮੇਰਾ ਪਰਸਨਲ ਤਜਰਬਾ ਹੈ। ਜਿਸ ਸਾਲ ਮੈਂ ਪੜ੍ਹਾਉਣਾ ਸ਼ੁਰੂ ਕੀਤਾ ਸੀ 2016 ਸੀ, ਤੇ ਪਹਿਲੇ ਸਾਲ ਹੀ ਮੇਰੇ ਕੋਲ 100 ਜਾਣਿਆਂ ਦਾ ਬੈਚ ਸੀਗਾ, ਤੇ ਮੈਨੂੰ ਲੱਗਦਾ ਸੀ ਉਹਨਾਂ ਚੋਂ 70-80 ਜਾਣੇ ਉਹ ਸੀਗੇ ਜਿਹੜੇ ਜੇ ਮੇਰੇ ਕੋਲ ਨਾ ਵੀ ਪੜ੍ਹਦੇ ਉਹਨਾਂ ਦਾ ਪੇਪਰ ਕਲੀਅਰ ਹੋਣਾ ਸੀ। ਖੈਰ ਕਈ ਵਾਰੀ ਤੁਸੀਂ ਹੀ ਕਿਸੇ ਨੂੰ ਭਰਮ ਪਾ ਦਿੰਦੇ ਹੋ ਨਾ ਕਿ ਹਾਂ ਤੁਸੀਂ ਮੇਰੇ ਕੋਲ ਪੜ੍ਹਨ ਆਏ ਹੋ, ਤੁਹਾਨੂੰ ਨਵੀਂ ਚੀਜ਼ ਪਤਾ ਲੱਗੀ ਹੈ। ਪ੍ਰੈਕਟੀਕਲੀ ਪੜ੍ਹਾਉਣ ਵਾਲੇ ਨੂੰ ਪਤਾ ਹੁੰਦਾ ਕਿ ਇਹ ਜਿੱਥੇ ਮਰਜ਼ੀ ਪੜ੍ਹ ਲੈਂਦਾ, ਇਹਨੇ ਲੱਗ ਜਾਣਾ ਸੀਗਾ। ਸੋ ਰਿਜ਼ਲਟ ਹਮੇਸ਼ਾ ਤਿਆਰੀ ਕਰਨ ਵਾਲਾ ਬੰਦਾ ਹੀ ਬਣਾਉਂਦਾ ਹੈ। ਇਹਦੇ 'ਚ ਪੜ੍ਹਾਉਣ ਵਾਲੇ ਨੇ ਤਾਂ ਇੱਕ ਗਾਈਡੈਂਸ ਆ, ਫਰਕ ਸਿਰਫ ਇੰਨਾ ਪੈ ਸਕਦਾ ਕਿ ਮੰਨ ਲਓ ਜੇ ਤੁਹਾਨੂੰ ਲੱਗਦਾ ਕਿ ਮੇਰੇ ਕੋਲ ਪੜ੍ਹ ਕੇ ਤੁਹਾਡਾ ਰਿਜ਼ਲਟ ਆ ਗਿਆ, ਕਿਸੇ ਦੂਜੀ ਅਕੈਡਮੀ 'ਚ ਪੜ੍ਹ ਕੇ ਉਹ 2 ਮਹੀਨੇ 6 ਮਹੀਨੇ ਲੇਟ ਹੋ ਸਕਦਾ ਸੀਗਾ ਜਾਂ ਪਹਿਲਾਂ ਆ ਸਕਦਾ ਹੈ, ਪਰ ਇਹ ਨਹੀਂ ਹੋ ਸਕਦਾ ਕਿ ਉਹਦਾ ਰਿਜ਼ਲਟ ਨਹੀਂ ਆਊਗਾ। ਸੋ ਉਦੋਂ ਇੱਕ ਤਬਕੇ ਨੇ ਨੌਨ ਮੈਡੀਕਲ ਲਈ ਆ, ਤੇ ਅੱਜ ਉਹ ਰਿਜ਼ਲਟਾਂ ਦੇ ਰੂਪ 'ਚ, ਤੇ ਮੈਂ ਅੱਜ ਵੀ ਇੱਕ ਸਲਾਹ ਦਊਂਗਾ ਕਿ ਜੇ ਕੱਲ ਨੂੰ ਕੋਈ ਵੀ ਛੋਟਾ ਭੈਣ ਭਰਾ ਕਵੇ ਨਾ ਕਿ ਜੀ ਮੈਂ IAS PCS ਕਰਨਾ ਹੈ, 11ਵੀਂ 12ਵੀਂ 'ਚ ਕੀ ਰਖਾਈਏ, ਅੱਖਾਂ ਬੰਦ ਕਰਕੇ ਉਹਨੂੰ ਮੈਡੀਕਲ ਜਾਂ ਨੌਨ ਮੈਡੀਕਲ ਰਖਾਓ। ਕਿਉਂਕਿ ਜਿੱਦਣ ਉਹ IAS ਦੀ ਤਿਆਰੀ ਕਰਨ ਜਾਊਗਾ, ਤੁਸੀਂ ਮੈਨੂੰ ਆਪ ਦੱਸੋ ਮੈਂ ਉਹਨੂੰ GS3 ਤੇ ਸਾਇੰਸ ਤੇ GS4 ਦੀ ਇਨਵਾਇਰਨਮੈਂਟ ਕਿਵੇਂ ਪੜ੍ਹਾਊਂਗਾ? ਜੇ ਉਹਨੂੰ ਮੈਡੀਕਲ 'ਚ ਅਡੈਪਟੇਸ਼ਨ ਮਿਟੀਗੇਸ਼ਨ ਨਾ ਸਮਝ ਆਏ ਤਾਂ ਕਿੰਨਾ ਨੁਕਸਾਨ ਆ। ਹਿਸਟਰੀ ਵਾਲੀਆਂ ਕਹਾਣੀਆਂ ਇਹਦਾ ਰੀਜਨਲ ਤੁਸੀਂ ਵੀ ਸੁਣਦੇ ਹੋ, ਠੀਕ ਆ, ਸਾਰੇ ਸੁਣ ਲੈਂਦੇ ਆ, ਤੇ ਨਾਲੇ ਸਭ ਨੂੰ ਵਧੀਆ ਵੀ ਲੱਗਦੀਆਂ, ਤੇ ਮੈਨੂੰ ਲੱਗਦਾ ਨਹੀਂ ਇਹ 'ਚ ਕੋਈ ਏਡਾ 30 ਮਾਰ ਖਾਣ ਵਾਲਾ ਕੰਮ ਆ ਕਿ ਸਮਝ ਨਾ ਆਵੇ ਆਪਾਂ ਨੂੰ। ਖੈਰ ਨੈਕਸਟ ਅੱਗੇ ਰੇਂਜਿਸ ਨੂੰ ਉੱਪਰੋਂ ਥੱਲੇ ਤੱਕ ਲਾਓ। ਸਭ ਤੋਂ ਉੱਪਰ ਕਾਰਾਕੋਰਮ, ਫਿਰ ਲਦਾਖ, ਫਿਰ ਜਸਕਰ, ਫਿਰ ਬਸ 3 ਹੀ ਇੰਪੋਰਟੈਂਟ ਆ, ਕਾਰਾਕੋਰਮ, ਲਦਾਖ, ਜਸਕਰ ਤੇ ਕੈਲਾਸ਼। ਹੁਣ ਇਹ 4 ਰੇਂਜਿਸ ਗ੍ਰੇਟਰ ਹਿਮਾਲਿਆ ਤੋਂ ਉੱਪਰ ਨੇ। ਉਸ ਤੋਂ ਬਾਅਦ ਗ੍ਰੇਟਰ ਹਿਮਾਲਿਆਸ ਆ ਜਾਂਦਾ ਹੈ। ਗ੍ਰੇਟਰ ਹਿਮਾਲਿਆਸ ਤੋਂ ਬਾਅਦ ਅਗਲੀਆਂ ਆ ਜਾਂਦੀਆਂ ਪੀਰ ਪੰਜਾਲ ਦੀਆਂ, ਧੌਲਾਧਾਰ ਦੀਆਂ, ਸ਼ਿਵਾਲਿਕ ਦੀਆਂ। ਪੀਰ ਪੰਜਾਲ, ਧੌਲਾਧਾਰ ਤੇ ਸ਼ਿਵਾਲਿਕ ਮਿਡਲ ਹਿਮਾਲਿਆਸ ਦਾ ਪਾਰਟ ਆ। ਤੇ ਜਿਹੜੀਆਂ ਮੈਂ 4 ਉੱਪਰਲੀਆਂ ਗਣਾਈਆਂ, ਜਿਨ੍ਹਾਂ 'ਚ ਸਭ ਤੋਂ ਉੱਪਰ ਗਣਾਈਆਂ ਮੈਂ ਕਾਰਾਕੋਰਮ, ਦੂਜੇ ਨੰਬਰ ਤੇ ਗਣਾਈਆਂ ਲਦਾਖ, ਤੀਜੇ ਨੰਬਰ ਤੇ ਜਸਕਰ ਸ਼ੰਖਲਾ, ਤੇ ਚੌਥੇ ਨੰਬਰ ਤੇ, ਇਹ ਚੌਥੇ ਨੰਬਰ ਵਾਲੀ ਘੱਟ ਹੀ ਗਿਣੀ ਜਾਂਦੀ ਆ, ਕੈਲਾਸ਼ ਰੇਂਜ।
ਇਹ ਚਾਰੇ ਸ਼੍ਰੰਖਲਾਵਾਂ ਟਰਾਂਸ ਹਿਮਾਲਿਆਜ਼ ਨੇ, ਹਿਮਾਲਿਆਜ਼ ਤੋਂ ਉੱਪਰਲੇ ਹਿਮਾਲਿਆਜ਼। ਗੱਲ ਸਮਝ ਆ ਗਈ? ਇਹ ਕਿੱਥੋਂ ਲੈ ਕੇ ਕਿੱਥੋਂ ਤੱਕ ਆ? ਇਹ ਤਕਰੀਬਨ ਅਫਗਾਨਿਸਤਾਨ ਤੋਂ ਸ਼ੁਰੂ ਹੋ ਜਾਂਦੇ ਆ, ਪਾਕਿਸਤਾਨ ਓਕੂਪਾਈਡ ਕਸ਼ਮੀਰ ਤੋਂ ਆਉਂਦੇ ਆਉਂਦੇ ਇਹ ਕਸ਼ਮੀਰ ਤੱਕ ਐਂਟਰ ਕਰਦੇ ਆ, ਲਦਾਖ ਤੱਕ ਜਾਂਦੇ ਆ, ਜਸਕਰ ਰੇਂਜ ਲਦਾਖ 'ਚ ਆ ਜਾਂਦੀ ਹੈ, ਤੇ ਇਸ ਤੋਂ ਬਾਅਦ ਇਹ ਤਿੱਬਤ ਵੱਲ ਚੱਲ ਜਾਂਦੀ ਹੈ। ਉਸ ਤੋਂ ਬਾਅਦ ਜਿਹੜਾ ਜੰਮੂ ਤੇ ਕਸ਼ਮੀਰ ਆ, ਉੱਥੋਂ ਫਿਰ ਇੱਕ ਨਿਕਲਦੀ ਆ ਬਹੁਤ ਵੱਡੀ ਰੇਂਜ, ਗ੍ਰੇਟ ਹਿਮਾਲਿਆ ਰੇਂਜ, ਜਿਹੜੀ ਸਭ ਤੋਂ ਲੰਮੀ ਚੇਨ ਆ, ਜਿਹੜੀ ਐਂਡ ਤੱਕ ਐਕਸਟੈਂਡਡ ਆ। ਜਿਹੜੀ ਟਰਾਂਸ ਹਿਮਾਲਿਆਜ਼ ਆ ਉਹ ਵੀ ਇੱਧਰਲੇ ਪਾਸੇ ਆ, ਲੈਸਰ ਹਿਮਾਲਿਆਜ਼ ਵੀ ਇੱਧਰਲੇ ਪਾਸੇ ਆ, ਤਾਂ ਹੀ ਤਾਂ ਇੱਧਰ ਪਹਾੜ ਚੌੜੇ ਆ, ਇੱਧਰ ਨੂੰ ਜਾਂਦੇ ਜਾਂਦੇ ਪਹਾੜਾਂ ਦਾ ਸਾਈਜ਼ ਜਿਹੜਾ ਹੈ ਉਹ ਕਾਫੀ ਘਟ ਗਿਆ। ਦੱਸਿਆ ਵੀ ਇਹ ਕਾਰਨ ਮੈਂ, ਠੀਕ ਆ। ਪੇਪਰ 'ਚ ਆਉਣ ਵਾਲਾ ਪਹਿਲਾ ਸਵਾਲ, ਨਾਰਥ ਤੋਂ ਈਸਟ ਮਾਊਂਟੇਨ ਰੇਂਜਿਸ ਨੂੰ ਅਰੇਂਜ ਕਰੋ। ਸਭ ਤੋਂ ਉੱਪਰ ਕਾਰਾਕੋਰਮ, ਦੂਜੇ ਨੰਬਰ ਤੇ ਲਦਾਖ, ਤੀਜੇ ਨੰਬਰ ਤੇ ਜਸਕਰ, ਚੌਥੇ ਨੰਬਰ ਤੇ ਮਾਨਸ ਕੈਲਾਸ਼, ਪੰਜਵੇਂ ਨੰਬਰ ਤੇ ਗ੍ਰੇਟਰ ਹਿਮਾਲਿਆਜ਼, ਉਸ ਤੋਂ ਬਾਅਦ ਪੀਰ ਪੰਜਾਲ। ਗ੍ਰੇਟਰ ਹਿਮਾਲਿਆਜ਼ ਤੋਂ ਪਹਿਲਾਂ ਵਾਲੀਆਂ ਟਰਾਂਸ ਹਿਮਾਲਿਆਜ਼, ਫਿਰ ਗ੍ਰੇਟਰ ਹਿਮਾਲਿਆ, ਮਹਾਨ ਹਿਮਾਲਿਆ, ਉਸ ਤੋਂ ਬਾਅਦ ਫਿਰ ਮੱਧ ਹਿਮਾਲਿਆ ਆ ਜਾਣਗੇ, ਮਿਡਲ ਹਿਮਾਲਿਆਜ਼, ਜਿਨ੍ਹਾਂ ਨੂੰ ਛੋਟੇ ਹਿਮਾਲਿਆਜ਼ ਵੀ ਕਹਿ ਦਿੰਦੇ ਆ, ਤੇ ਮਿਡਲ ਔਰ ਲੈਸਰ। ਵੈਸੇ ਟੈਕਨੀਕਲੀ ਸਹੀ ਦੱਸਾਂ ਨਾਮ, ਮਿਡਲ ਹਿਮਾਲਿਆਜ਼ ਨੂੰ ਦਰਮਿਆਨੇ ਹਿਮਾਲਿਆਜ਼ ਵੀ ਕਹਿੰਦੇ ਆ। ਲੈਸਰ ਹਿਮਾਲਿਆਜ਼ ਨੋਟਸ ਦੇ ਮੁਤਾਬਕ ਤਾਂ ਮਿਡਲ ਨੂੰ ਕਹਤਾ, ਵੈਸੇ ਮੈਂ ਪਰਸਨਲੀ ਲੈਸਰ ਹਿਮਾਲਿਆਜ਼ ਸ਼ਿਵਾਲਿਕ ਨੂੰ ਕਹਿੰਦਾ ਹੁੰਦਾ, ਕਿਉਂਕਿ ਉਹ ਸਭ ਤੋਂ ਥੱਲੇ ਆ ਜਾਂਦੇ ਆ ਨਾ। ਸ਼ਿਵਾਲਿਕ ਤੋਂ ਉੱਪਰ ਮਿਡਲ ਹਿਮਾਲਿਆਜ਼ ਕੀ ਨੇ? ਪੀਰ ਪੰਜਾਲ, ਧੌਰਾਧਾਰ, ਇਹ ਰੇਂਜਾਂ ਮਿਡਲ ਹਿਮਾਲਿਆ 'ਚ ਆ। ਰੇਂਜ ਹੁੰਦੀ ਆ ਪੂਰੀ ਦੀ ਪੂਰੀ ਪਹਾੜ ਦੀ ਸ਼੍ਰੰਖਲਾ, ਆਹ ਰੇਂਜ ਹੁੰਦੀ ਆ। ਉਹਦੇ 'ਚ ਜਿਹੜੀ ਸਭ ਤੋਂ ਉੱਪਰਲਿਆ ਟੀਸੀਆਂ ਹੁੰਦੀਆਂ, ਇਹਨਾਂ ਨੂੰ ਅੰਗਰੇਜ਼ੀ 'ਚ ਕਿਹਾ ਜਾਂਦਾ ਹੈ ਪੀਕਸ। ਇਹਨਾਂ 'ਚੋਂ ਜਿਹੜੀ ਸਭ ਤੋਂ ਉੱਪਰਲੀ ਹੋਊਗੀ ਉਹਨੂੰ ਹਾਈਐਸਟ ਪੀਕ। ਸੋ ਚੋਟੀ ਤੇ ਸ਼੍ਰੰਖਲਾ, ਜਾਨੀ ਕਿ ਰੇਂਜ ਤੇ ਪੀਕ, ਟੂ ਡਿਫਰੈਂਟ ਵਰਡਸ ਆਰ ਦੇਅਰ। ਦੋ ਵੱਖਰੇ ਵੱਖਰੇ ਸ਼ਬਦ ਨੇ ਜਿਨ੍ਹਾਂ ਨਾਲ ਤੁਹਾਡੀ ਜਾਣ ਪਹਿਚਾਣ ਹੋਣੀ ਚਾਹੀਦੀ ਹੈ। ਲਓ ਜੀ, ਸਭ ਤੋਂ ਪਹਿਲਾਂ ਆਪਾਂ ਟਰਾਂਸ ਹਿਮਾਲਿਆਜ਼ ਬਾਰੇ ਪੜ੍ਹਦੇ ਹਾਂ। ਟਰਾਂਸ ਹਿਮਾਲਿਆਜ਼ 'ਚ ਸਭ ਤੋਂ ਉੱਪਰ ਕਿਹੜੀ ਰੇਂਜ ਦੱਸੀ ਸੀ ਮੈਂ? ਕਾਰਾਕੋਰਮ। ਇਹ ਰੇਂਜ ਅਕਸਰ ਬੜੀ ਮਸ਼ਹੂਰ ਆ, ਬਿਕੋਜ਼ ਇੱਥੇ ਦੁਨੀਆ ਦਾ ਹਾਈਐਸਟ ਮੋਟਰਵੇ ਆ, ਜਿੱਥੇ ਸਭ ਤੋਂ ਉੱਚਲੇ ਲੈਵਲ ਤੇ ਸੜਕਾਂ ਚੱਲਦੀਆਂ। ਪਾਕਿਸਤਾਨ ਆਕੂਪਾਈਡ ਕਸ਼ਮੀਰ ਦੇ ਵਿੱਚ ਇਹ ਆ, ਠੀਕ ਆ, ਤੇ ਇਹਦੇ ਵੱਖਰੇ ਵੱਖਰੇ ਨਾਮ ਨੇ ਇਹਦੇ, ਠੀਕ ਆ। ਇੱਥੇ ਜਿਹੜੀ ਸਭ ਤੋਂ ਮਸ਼ਹੂਰ ਚੋਟੀ ਆ, ਦੈਟ ਇਜ਼ K2, ਜਿਹਨੂੰ ਕਿ ਅੰਗਰੇਜ਼ ਗੌਡਵਿਨ ਅਸਟਿਨ ਕਹਿੰਦੇ ਆ, ਠੀਕ ਆ। ਹੁਣ ਇੱਕ ਗੱਲ ਹੋਰ, ਆ ਪੇਪਰਾਂ 'ਚ ਇੱਕ ਹੋਰ ਸਵਾਲ ਬਹੁਤ ਆਉਂਦਾ ਹੁੰਦਾ, ਅੱਜ ਦੇ ਜ਼ਮਾਨੇ 'ਚ ਨਵਾਂ ਟ੍ਰੈਂਡ ਆ ਕਿ ਕਿਹੜੀ ਰੇਂਜ ਦੀ ਹਾਈਐਸਟ ਪੀਕ ਕਿਹੜੀ ਆ। ਹੁਣ ਪੁੱਛਣਗੇ ਲਦਾਖ ਰੇਂਜ ਦੀ ਹਾਈਐਸਟ ਪੀਕ ਕਿਹੜੀ ਆ, ਜਸਕਰ ਰੇਂਜ ਦੀ ਹਾਈਐਸਟ ਪੀਕ ਕਿਹੜੀ ਆ, ਕਾਰਾਕੋਰਮ ਰੇਂਜ ਦੀ ਹਾਈਐਸਟ ਪੀਕ ਕਿਹੜੀ ਆ, ਗ੍ਰੇਟਰ ਹਿਮਾਲਿਆ ਦੀ ਹਾਈਐਸਟ ਪੀਕ ਕਿਹੜੀ ਆ। ਇਹ ਨਵਾਂ ਕੰਸੈਪਟ ਆ ਨਾ, ਸਾਨੂੰ ਪਤਾ ਹੋਣਾ ਚਾਹੀਦਾ ਕਿ ਸਭ ਤੋਂ ਉੱਪਰਲੀ ਸੰਖਿਆ ਜਿਹੜੀ ਉਹ ਆ ਕਾਰਾਕੋਰਮ ਆ, ਉਹਦੇ 'ਚ ਗੌਡਵਿਨ ਅਸਟਿਨ, ਜਿਹਨੂੰ ਕਿ K2 ਉਹਦਾ ਪਹਿਲਾ ਨਾਮ ਆ, ਜਿਹੜਾ ਖੋਜਿਆ ਹੋਇਆ ਨਾਮ ਆ। ਜਦੋਂ ਮਾਊਂਟੇਨਰਸ ਇਹਨਾਂ ਨੂੰ ਖੋਜਦੇ ਆ ਨਾ, ਤਾਂ ਫਿਰ ਇਹਨਾਂ ਨੂੰ ਨਾਮ ਜਿਹੜੇ ਆ ਲੋਕੇਸ਼ਨ ਵਾਈਜ਼ ਦਿੰਦੇ ਆ। K2 ਇਹਦਾ ਲੋਕੇਸ਼ਨ ਵਾਈਜ਼ ਦਿੱਤਾ ਗਿਆ ਨਾਮ। ਅੰਗਰੇਜ਼ਾਂ ਨੇ ਇਹਨੂੰ ਨਾਮ ਗੌਡਵਿਨ ਅਸਟਿਨ ਦੇ ਨਾਮ ਤੇ ਦਿੱਤਾ ਹੈ, ਤੇ ਕੁਆਗੇਰ ਨਾਮ ਦਿੱਤਾ ਹੈ ਚਾਈਨਾ ਨੇ। ਸੋ ਇਹ ਸਭ ਤੋਂ ਉੱਪਰਲੀ ਸ਼੍ਰੰਖਲਾ ਆ, ਦੇਖ ਲਓ ਤੁਹਾਡੇ ਸਾਹਮਣੇ ਆ, ਇਹ ਕਾਰਾਕੋਰਮ, ਲਦਾਖ, ਜਸਕਰ, ਤੇ ਇੱਥੇ ਇੱਕ ਕੈਲਾਸ਼, ਠੀਕ ਹੈ। ਇੱਕ ਸਟੈਪ ਹੋਰ ਆ ਜੂਗੀ ਇੱਥੇ। ਸੋ ਖੈਰ, ਇਸ ਤੋਂ ਬਾਅਦ ਆ ਗਈ ਦੂਜੇ ਨੰਬਰ ਤੇ ਲਦਾਖ, ਠੀਕ ਆ। ਇਹ ਕਿੱਥੇ ਆ? ਇਹ ਜਿਸ ਜਗ੍ਹਾ ਤੇ ਹੈ ਆ, ਇਹ ਉਸ ਜਗ੍ਹਾ ਤੇ ਜਿੱਥੇ ਲੌਕਿੰਗ ਹੋਈ ਸੀ ਦੋ ਪਲੇਟਾਂ ਦੀ, ਭਾਵ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਇਹ ਹੈਗੀ ਆ ਉੱਥੇ ਤਿੱਬਤ ਸਚਰ ਜ਼ੋਨ, ਨਹੀਂ, ਜਿਹੜੀ ਇੰਡੋ ਤਿੱਬਤ ਸਚਰ ਜ਼ੋਨ, ਜਿਹਨੂੰ ਇੰਡੋ ਸੈਂਗਪੋ ਸਚਰ ਜ਼ੋਨ ਵੀ ਕਹਿ ਦਿੰਦੇ ਆ, ਕਿਉਂਕਿ ਅਸਲ ਦੇ ਵਿੱਚ ਉਸ ਇਲਾਕੇ ਦੇ ਆਪਣੇ ਲੋਕਲ ਕਈ ਨਾਮ ਨੇ, ਠੀਕ ਆ। ਉਸ ਸਚਰ ਜ਼ੋਨ ਤੇ ਜਿੱਥੇ ਦੋ ਪਲੇਟਾਂ ਆਪਸ 'ਚ ਅਟਕੀਆਂ ਸੀ, ਉਸ ਜਗ੍ਹਾ ਤੇ ਇਹ ਰੇਂਜ ਬਣੀ ਆ, ਲਦਾਖ ਰੇਂਜ। ਤੇ ਇਹਦੀ ਹਾਈਐਸਟ ਪੀਕ ਕਿਹੜੀ ਆ? ਰਕਸਪੋਸ਼ੀ। ਸੋ ਇੱਥੋਂ ਦੀ ਹਾਈਐਸਟ ਪੀਕ ਇਹ ਆ। ਇੱਥੇ ਕਈ ਦਰੇ ਆ। ਹੁਣ ਤੁਸੀਂ ਕਹੋਗੇ ਸਰ ਪਹਾੜਾਂ ਦੇ ਵਿੱਚ ਦਰੇ ਕੀ ਹੁੰਦੇ ਆ? ਕਈ ਵਾਰੀ ਕੀ ਹੁੰਦਾ ਹੈ, ਜਦੋਂ ਇੰਡੋ ਬਰਮਾ ਨਦੀ ਸੀਗੀ, ਉਹ ਕੱਲੀ ਆਪ ਥੋੜਾ ਸੀ, ਉਹਦੀਆਂ ਕਈ ਸਹਾਇਕ ਨਦੀਆਂ ਸੀਗੀਆਂ, ਛੋਟੀਆਂ ਛੋਟੀਆਂ ਉਹਦੀਆਂ ਕਈ ਟ੍ਰਿਬਿਊਟਰੀਜ਼ ਹੋਣਗੀਆਂ। ਉਹਨਾਂ ਦੇ ਅੱਗੇ ਅਚਾਨਕ ਆ ਕੇ ਕੌਣ ਖੜ ਗਿਆ ਭਲਾ? ਹਿਮਾਲਿਆ। ਹੁਣ ਜਦੋਂ ਕਿਸੇ ਨਦੀ ਦੇ ਅੱਗੇ ਹਿਮਾਲਿਆ ਖੜ ਜੇ, ਜਾਂ ਤਾਂ ਨਦੀ ਖਤਮ ਜਾਂ ਹਿਮਾਲਿਆ। ਬਹੁਤ ਜਗ੍ਹਾ ਤੇ ਨਦੀਆਂ ਨੇ ਰਾਹ ਮੋੜ ਲਏ, ਤੇ ਜਿੱਥੇ ਨਦੀਆਂ ਅੜੀਆਂ ਰਹੀਆਂ, ਉੱਥੇ ਹੌਲੀ ਹੌਲੀ ਨਦੀਆਂ ਉਸ ਹਿਮਾਲਿਆ ਨੂੰ ਕੱਟਦੀਆਂ ਰਹੀਆਂ, ਤੇ ਕੱਟ ਕੇ ਇੱਕ ਦਿਨ ਉਹ ਆ ਗਿਆ ਜਦੋਂ ਉਹ ਪਹਾੜ ਕੱਟਿਆ ਗਿਆ ਤੇ ਨਦੀ ਨੂੰ ਆਪਣਾ ਪੁਰਾਣਾ ਰਾਹ ਲੱਭ ਗਿਆ। ਇਸ ਤਰੀਕੇ ਬਹੁਤ ਲੰਮੇ ਸਮੇਂ ਤੋਂ ਜਦੋਂ ਪਾਣੀ ਕਿਸੇ ਕੰਧ ਤੇ ਵੱਜਦਾ ਰਹੂਗਾ, ਇੱਕ ਦਿਨ ਉਹ ਕੰਧ ਟੁੱਟ ਜੂਗੀ, ਜਾਂ ਕੰਧ ਦਾ ਓਨਾ ਹਿੱਸਾ ਕੱਟ ਦੂਗਾ ਉਹ, ਤੇ ਉਹਦੇ ਚੋਂ ਆਪਣੇ ਅੱਗੇ ਲੰਘਣ ਵਾਸਤੇ ਰਾਹ ਬਣਾ ਲੂਗਾ। ਤੇ ਉਹਨੂੰ ਅਸੀਂ ਅੰਗਰੇਜ਼ੀ 'ਚ ਕਵਾਂਗੇ ਜਾਂ ਪੰਜਾਬੀ 'ਚ ਕਵਾਂਗੇ ਕਿ ਆਹ ਦਰਾ ਬਣ ਗਿਆ, ਉਹਨੂੰ ਇੰਗਲਿਸ਼ 'ਚ ਕਵਾਂਗੇ ਕਿ ਆਹ ਪਾਸ ਬਣ ਗਿਆ, ਜਾਂ ਉਹਨੂੰ
ਚਾਈਨੀਜ਼ ਭਾਸ਼ਾ 'ਚ ਲਾ ਕਹਿ ਕੇ ਬੁਲਾਇਆ ਜਾਂਦਾ ਹੈ। ਇਸੇ ਕਰਕੇ ਜਦੋਂ ਵੀ ਤੁਸੀਂ ਉੱਥੇ ਦੀਪੂ, ਬੋਮੀਡਾ, ਤੁਸੀਂ ਉੱਥੇ 12 ਲੱਛਾ ਲਾ ਜਿਹੜੇ ਸ਼ਬਦ ਨੇ, ਕਿਸੇ ਵੀ ਨਾਮ ਦੇ ਅੱਗੇ ਰਾਹ ਸੁਣੋਗੇ ਜਾਂ ਪਾਸ ਸੁਣੋਗੇ, ਰੋਹਤਾਂਗ ਲਾ ਕਹਿ ਲਓ ਚਾਹੇ ਰੋਹਤਾਂਗ ਪਾਸ ਕਹਿ ਲਓ, ਸ਼ਿਪੀਕਾ ਲਾ ਕਹਿ ਲਓ ਚਾਹੇ ਸ਼ਿਪੀਕਾ ਪਾਸ ਕਹਿ ਲਓ, ਪੰਜਾਬੀ 'ਚ ਇਹਦੇ ਵਾਸਤੇ ਸ਼ਬਦ ਵਰਤਿਆ ਜਾਊਗਾ ਦਰਾ। ਠੀਕ ਆ। ਖੈਬਰ ਬਹੁਤ ਮਸ਼ਹੂਰ ਦਰਾ ਸੀਗਾ ਅਫਗਾਨਿਸਤਾਨ ਤੋਂ ਇੰਡੀਆ ਆਉਣ ਵਾਸਤੇ, ਤੇ ਉਸ ਖੈਬਰ ਦਰੇ ਤੇ ਕਿੰਨੇ ਜਮਰੌਦ ਦੀ ਲੜਾਈ, ਖੈਬਰ ਦੇ ਦਰੇ ਦੀ ਬੜੀ ਮਸ਼ਹੂਰ ਲੜਾਈ ਆ, ਖੈਬਰ ਪਾਸ ਜਿਹਨੂੰ ਆਪਾਂ ਕਹਿ ਦਿੰਦੇ ਆ। ਠੀਕ ਆ। ਜਿੱਥੇ ਆ ਕੇ ਕਹਿੰਦੇ ਆ ਕਿ ਜਿਹੜਾ ਵੀ ਵਿਦੇਸ਼ੀ ਰਾਜਾ ਆਉਂਦਾ ਸੀ, ਇਸ ਹਿੰਦੁਸਤਾਨ ਦੇ ਲੋਕਾਂ ਨੂੰ ਸਿੱਖ ਹੋਣ, ਹਿੰਦੂ ਹੋਣ, ਮੁਸਲਮਾਨ ਹੋਣ, ਹਿੰਦੂ ਕਹਿ ਕੇ ਬੁਲਾਇਆ ਜਾਂਦਾ ਸੀ, ਕਿਉਂਕਿ ਹਿੰਦੂ ਇੱਕ ਸੱਭਿਅਤਾ ਸੀ ਜੋ ਸਿੰਧੂ ਨਦੀ ਦੇ ਵਸੇ ਹੋਏ ਲੋਕਾਂ ਦੀ ਸੱਭਿਅਤਾ ਸੀ। ਤੋ ਹਿੰਦੂਆਂ ਦਾ ਕੁਛ ਕਰਨਾ, ਕਤਲ ਕਰਨ ਵਾਸਤੇ ਇਸ ਜਗ੍ਹਾ ਮਸ਼ਹੂਰ ਹੁੰਦੀ ਸੀ। ਇਸੇ ਕਰਕੇ ਕਹਿੰਦੇ ਆ ਕਿ ਵਿਦੇਸ਼ੀ ਹਰ ਹਮਲਾਵਰ ਕਤਲੇਆਮ ਕਰਨ ਵਾਸਤੇ ਖੈਬਰ ਦਰੇ ਚੋਂ ਲੰਘ ਕੇ ਆਉਂਦਾ ਸੀਗਾ। ਇਸੇ ਕਰਕੇ ਉਹਨੂੰ ਹਿੰਦੂ ਕੁਛ ਵੀ ਕਹਿਣ ਲੱਗ ਪਏ ਸੀਗੇ। ਸੋ ਸਾਰੀਆਂ ਕਹਾਣੀਆਂ 'ਚ ਜਿਹੜੇ ਜਿਹੜੇ ਸ਼ਬਦ ਆਉਣਗੇ, ਠੀਕ ਆ। ਹੁਣ ਇਹਨਾਂ ਇਲਾਕਿਆਂ 'ਚ ਹੁਣ ਮੈਂ ਤੇ ਤੁਹਾਨੂੰ ਕਹਾਂ ਕਿ ਸਰ ਆਹ ਚੀਜ਼ ਜਿਹੜੀ ਆ ਨਾ ਜੀ, ਇਟ ਇਜ਼ ਅਸਕਾਈ ਚਿੰਨ। ਅਸਕਾਈ ਚਿੰਨ ਯਾਦ ਆ ਨਾ ਸਾਰਿਆਂ ਨੂੰ, ਕਿਉਂਕਿ ਜੇ ਤੁਸੀਂ ਮੇਰੇ ਪੁਰਾਣੇ ਲੈਕਚਰ ਦੀ ਕੰਟੀਨਿਊਟੀਜ਼ ਦੇਖੋ, ਇਹ ਅਸਕਾਈ ਚਿੰਨ, ਇਧਰਲਾ ਹਿੱਸਾ ਜਿਹੜਾ ਹੈ ਇਟ ਇਜ਼ POK, ਪਾਕਿਸਤਾਨ ਓਕੂਪਾਈਡ ਕਸ਼ਮੀਰ। ਪਾਕਿਸਤਾਨ ਓਕੂਪਾਈਡ ਕਸ਼ਮੀਰ ਦੇ ਵਿੱਚ ਇੱਕ ਲਾਈਨ ਹੈ LOC, ਲਾਈਨ ਆਫ ਕੰਟਰੋਲ, 1972 ਦੇ ਵਿੱਚ ਬਣੀ ਸ਼ਿਮਲਾ ਐਗਰੀਮੈਂਟ ਨਾਲ। ਇੱਥੇ ਲਾਈਨ ਹੈ LAC, ਲਾਈਨ ਆਫ ਐਕਚੁਅਲ ਕੰਟਰੋਲ, 1914 ਦੇ ਵਿੱਚ ਸ਼ਿਮਲਾ ਅਕੋਰਡ ਦੇ ਨਾਲ ਬਣੀ ਹੋਈ ਲਾਈਨ। ਜਿਹੜਾ ਪਾਕਿਸਤਾਨ ਓਕੂਪਾਈਡ ਕਸ਼ਮੀਰ ਆ, ਉਹਦਾ ਇੱਕ ਹਿੱਸਾ ਹੈਗਾ ਗਿਲਗਿਟ ਬਾਲਿਸਤਾਨ। ਗਿਲਗਿਟ ਤੇ ਬਾਲਿਸਤਾਨ ਪਾਕਿਸਤਾਨ ਨੇ ਉਹਨਾਂ ਪ੍ਰਾਂਤਾਂ ਦੇ ਨਾਮ ਰੱਖੇ ਆ ਜਿਹੜੇ ਪ੍ਰਾਂਤ ਪਾਕਿਸਤਾਨ ਨੇ ਭਾਰਤ ਤੋਂ ਕਬਜ਼ਾਏ ਆ, ਜਿਨ੍ਹਾਂ ਬਾਰੇ ਭਾਰਤ ਦੇ ਗ੍ਰਹਿ ਮੰਤਰੀ, ਹੋਮ ਮਿਨਿਸਟਰ ਆਫ ਇੰਡੀਆ ਪਰਸੋਂ ਉਹਦੇ 'ਚ ਆਪਣੀ ਪਾਰਲੀਮੈਂਟ 'ਚ ਕਹਿ ਚੁੱਕੇ ਆ ਕਿ ਉਹ ਸਾਡਾ ਅਭਿੰਨ ਅੰਗ ਆ। ਅਸੀਂ ਉੱਥੋਂ ਦੇ ਲੋਕਾਂ ਨੂੰ ਵੀ ਕਸ਼ਮੀਰ ਦੀਆਂ ਵਿਧਾਨ ਸਭਾ ਦੇ ਵਿੱਚ ਸੀਟਾਂ ਐਲੋਕੇਟ ਕਰ ਰਹੇ ਆ। ਸਪਸ਼ਟ ਤੌਰ ਤੇ ਦੇਸ਼ ਦੀ ਪਾਰਲੀਮੈਂਟ 'ਚ, ਦੇਸ਼ ਦੀ ਸੰਸਦ 'ਚ ਦਿੱਤਾ ਗਿਆ ਉਹ ਬਿਆਨ ਆ। ਖੈਰ, ਗਿਲਗਿਟ ਬਾਲਿਸਤਾਨ ਸਮਝ ਆ ਗਿਆ ਕੰਸੈਪਟ ਕਿ ਪਾਕਿਸਤਾਨ ਓਕੂਪਾਈਡ ਕਸ਼ਮੀਰ ਦਾ ਇੱਕ ਹਿੱਸਾ ਜਿਹੜਾ ਹੈ ਉਹ ਗਿਲਗਿਟ ਆ ਤੇ ਇੱਕ ਬਾਲਿਸਤਾਨ ਆ। ਤੀਸਰਾ ਹਿੱਸਾ ਜਿਹੜਾ ਥਲੜਾ ਹਿੱਸਾ ਪਾਕਿਸਤਾਨ ਓਕੂਪਾਈਡ ਕਸ਼ਮੀਰ ਦਾ ਬਚ ਗਿਆ, ਉਹਨੂੰ ਪਾਕਿਸਤਾਨ ਜਿਹੜਾ ਹੈ ਉਹ ਕਹਿੰਦਾ ਹੈ ਆਜ਼ਾਦ ਕਸ਼ਮੀਰ। ਤਿੰਨ ਹਿੱਸੇ ਬਣਾਉਂਦਾ ਪਾਕਿਸਤਾਨ POK ਦੇ, ਪਾਕਿਸਤਾਨ ਓਕੂਪਾਈਡ ਕਸ਼ਮੀਰ ਦੇ। ਗਿਲਗਿਟ ਬਾਲਿਸਤਾਨ ਜਮਾ ਨਾਰਥ ਵਾਲਾ ਪਾਰਟ ਆ। ਗਿਲਗਿਟ ਬਾਲਿਸਤਾਨ ਦੇ ਵਿੱਚੋਂ ਪਾਕਿਸਤਾਨ ਨੇ ਚਾਈਨਾ ਨੂੰ ਆਪਣੀ ਇੱਕ ਸੜਕ ਬਣਾਉਣ ਦੀ ਅਨੁਮਤੀ ਦਿੱਤੀ ਹੈ, ਜਿਹੜੀ ਚਾਈਨਾ ਦੀ ਇੱਥੇ ਕੁਇੰਗਜਿੰਗ ਉਹ ਇੱਕ ਕਹਿ ਲਓ ਕਿ ਮੈਨੂੰ ਨਾਮ ਭੁੱਲ ਗਿਆ ਉਹਦੀ ਪੂਰੀ ਪ੍ਰੋਵਿੰਸ ਦਾ, ਜ਼ਿੰਗਜ਼ਿਆਂਗ ਪ੍ਰੋਵਿੰਸ। ਜ਼ਿੰਗਜ਼ਿਆਂਗ ਪ੍ਰਾਂਤ ਤੋਂ ਲੈ ਕੇ ਪਾਕਿਸਤਾਨ ਦੇ ਗਵਾਦਰ ਬੰਦਰਗਾਹ ਤੱਕ ਇੱਕ ਸੜਕ ਬਣੀ ਆ, ਜਿਹਨੂੰ ਅਸੀਂ ਚਾਈਨਾ ਪਾਕਿਸਤਾਨ ਆਰਥਿਕ ਗਲਿਆਰਾ ਕਹਿੰਦੇ ਆ। ਇੰਗਲਿਸ਼ 'ਚ ਕਹਾਂ ਤਾਂ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ। ਭਾਰਤ ਨੂੰ ਇਸ ਸੜਕ ਤੇ, ਜਾਂ ਇਹ ਇਕੱਲੀ ਸੜਕ ਨਹੀਂ, ਕਿਤੇ ਸੜਕ ਆ, ਅੱਗੇ ਰੇਲ ਦੀ ਲਾਈਨ ਆ, ਕਿਤੇ ਇਸ ਪੂਰੀ ਦੇ ਪੂਰੇ ਕੋਰੀਡੋਰ ਨੂੰ ਪੂਰਾ ਡਿਵੈਲਪ ਕੀਤਾ ਗਿਆ ਹੈ। ਇਹਦੇ ਆਲੇ ਦੁਆਲੇ ਕੋਸ਼ਿਸ਼ ਕੀਤੀ ਗਈ ਹੈ ਡਿਵੈਲਪ ਕਰਨ ਦੀ, ਡਿਵੈਲਪ ਹੋਇਆ ਨਹੀਂ ਇੰਨਾ ਜ਼ਿਆਦਾ। ਠੀਕ ਆ, ਕਿਉਂਕਿ ਬਹੁਤ ਸਮਾਂ ਤੇ ਬਹੁਤ ਧਨ ਲੱਗਦਾ ਹੈ ਕਿਸੇ ਇਲਾਕੇ ਨੂੰ ਡਿਵੈਲਪ ਕਰਨ ਵਾਸਤੇ। ਅਸਲ 'ਚ ਚਾਈਨਾ ਦਾ ਜਿਹੜਾ ਬਹੁਤਾ ਹਿੱਸਾ ਹੈ ਨਾ ਡਿਵੈਲਪਮੈਂਟ ਵਾਲਾ, ਉਹ ਪਰਲੇ ਪਾਸੇ ਹੀ ਆ। ਬੀਜ਼ਿੰਗ ਹੋ ਗਿਆ, ਸ਼ੰਘਾਈ ਹੋ ਗਿਆ, ਹੋਰ ਵੀ ਬੜੇ, ਵੁਹਾਨ ਹੋ ਗਿਆ, ਕਈ ਸ਼ਹਿਰ। ਇੱਧਰਲੇ ਪਾਸੇ ਨਾ ਚਾਈਨਾ ਵੀ ਸੁਸਤਾ, ਤੇ ਚਾਈਨਾ ਦੇ ਇਸ ਪਾਸੇ ਜਿਹੜਾ ਆਹ ਵਾਲਾ ਪਾਸਾ ਹੈ ਜਿਹਨੂੰ ਆਪਾਂ ਕਹਿ ਦਿੰਦੇ ਆ ਪੱਛਮੀ ਚਾਈਨਾ, ਇੱਧਰਲੇ ਪਾਸੇ ਚਾਈਨਾ 'ਚ ਡਿਵੈਲਪਮੈਂਟ ਹੈ ਨਹੀਂ। ਜ਼ਿੰਗਜ਼ਿਆਂਗ ਪ੍ਰੋਵਿੰਸ ਆ ਚਾਈਨਾ ਦੀ, ਹੈ ਵੀ ਸਾਰੀ ਮੁਸਲਮਾਨਾਂ ਦੀ, ਤੇ ਚਾਈਨਾ ਮੁਸਲਮਾਨਾਂ ਨੂੰ ਕੋਈ ਬਹੁਤਾ ਜ਼ਿਆਦਾ, ਆਪਣੇ ਜਿਹੜੇ ਉੱਥੋਂ ਦੇ ਮੁਸਲਮਾਨ ਆ ਉਹਨਾਂ ਨੂੰ ਕੋਈ ਬਹੁਤੀ ਇੰਪੋਰਟੈਂਸ ਦਿੰਦਾ ਨਹੀਂ। ਇਸੇ ਕਰਕੇ ਉੱਥੇ ਅਰਾਜਕਤਾ ਫੈਲੀ ਹੋਈ ਆ, ਮਾਹੌਲ ਖਰਾਬ ਆ। ਉੱਥੇ ਡਿਵੈਲਪਮੈਂਟ ਦੇ ਪੱਖ ਤੋਂ ਚਾਈਨਾ ਚਾਹੁੰਦਾ ਸੀ ਕਿ ਕਿਉਂ ਨਾ ਜ਼ਿੰਗਜ਼ਿਆਂਗ ਪ੍ਰਾਂਤ ਜਿਹੜਾ ਹੈ ਇੱਥੇ ਡਿਵੈਲਪਮੈਂਟ ਵਾਸਤੇ ਇੱਕ ਸੜਕ ਬਣਾਈ ਜਾਵੇ। ਗਵਾਦਰ ਬੰਦਰਗਾਹ ਪਾਕਿਸਤਾਨ ਦੀ ਤੋਂ ਸਿੱਧਾ ਸਮਾਨ ਇੱਥੇ ਆ ਜੇ, ਫਿਰ ਇਹਨਾਂ ਲੋਕਾਂ ਨੂੰ ਚਾਰ ਕੰਮ ਪੈਸੇ ਬਚ ਜਾ ਕਰਨ, ਕਮਾ ਲਿਆ ਕਰਨਗੇ ਪੈਸੇ। ਠੀਕ ਆ, ਤੇ ਫਿਰ ਉਹ ਇੱਧਰ ਦੀ ਜਾਇਆ ਕਰੇ। ਨਾਲੇ ਸਾਡਾ ਬਹੁਤ ਲੰਮਾ ਰੂਟ ਜਿਹੜਾ ਟ੍ਰੇਡ ਦਾ ਰੂਟ ਆ ਇੰਡੀਆ ਦੇ ਥੱਲਿਓਂ ਦੀ ਹੋ ਕੇ ਸਾਊਥ ਚਾਈਨਾ ਸੀ ਚੋਂ, ਉਹ ਬਚ ਜੇ। ਚਾਈਨਾ ਆਪਣੀ ਨਿਗਾਹ ਨਾਲ ਦੇਖ ਰਿਹਾ ਸਾਰਾ ਕੁਝ। ਖੈਰ, ਜਦੋਂ ਇਹ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਬਣਿਆ ਤਾਂ ਉਸ ਵੇਲੇ ਪਾਕਿਸਤਾਨ ਓਕੂਪਾਈਡ ਕਸ਼ਮੀਰ ਖਬਰਾਂ ਸੀ, ਕਿਉਂਕਿ ਪਾਕਿਸਤਾਨ ਨੇ ਇਸ ਕਬਜ਼ੇ ਵਾਲੇ ਕਸ਼ਮੀਰ ਚੋਂ ਚਾਈਨਾ ਨੂੰ ਕੋਰੀਡੋਰ ਬਣਾਉਣ ਵਾਸਤੇ ਜਗ੍ਹਾ ਦਿੱਤੀ ਹੈ। ਸੋ ਚਾਈਨਾ ਦਾ ਇੱਕ ਬਹੁਤ ਵੱਡਾ ਡ੍ਰੀਮ ਆ ਕਿ ਚਾਈਨਾ ਚਾਹੁੰਦਾ ਏ ਕਿ ਪੂਰੀ ਦੁਨੀਆ 'ਚ ਜਿੱਥੇ ਧਰਤੀ ਆ ਉੱਥੇ ਰੋਡ ਬਣਾਵੇ, ਤੇ ਜਿੱਥੇ ਪਾਣੀ ਆ ਉੱਥੇ ਸਮੁੰਦਰੀ ਸੜਕਾਂ, ਸਮੁੰਦਰੀ ਲਹਿਰਾਂ ਦੇ ਉੱਪਰ ਬੈਲਟਾਂ ਬਣਾਵੇ।
ਸੋ ਚਾਈਨਾ ਇੱਕ ਇਸ ਪ੍ਰੋਜੈਕਟ ਨੂੰ, ਆਪਣੇ ਡ੍ਰੀਮ ਪ੍ਰੋਜੈਕਟ ਨੂੰ ਕਹਿੰਦਾ ਹੈ BRI, ਬੈਲਟ ਐਂਡ ਰੋਡ ਇਨੀਸ਼ੀਏਟਿਵ। ਪੱਟੀਆਂ ਤੇ ਸੜਕਾਂ ਦਾ ਜਿਹੜਾ ਉਪਰਾਲਾ ਹੈ ਕਿ ਜਿੱਥੇ ਸਮੁੰਦਰ ਦੇ ਵਿੱਚ ਸਮੁੰਦਰੀ ਬੰਦਰਗਾਹਾਂ ਬਣਾਵੇ, ਮਤਲਬ ਬੈਲਟਸ ਡਿਵੈਲਪ ਕਰੇ, ਤੇ ਸੜਕਾਂ, ਜਿੱਥੇ ਸੜਕਾਂ ਦੀ ਪ੍ਰੋਵੀਜ਼ਨ ਆ ਉੱਥੇ ਸੜਕਾਂ ਬਣਾਵੇ। ਵੈਸੇ ਪਹਿਲਾਂ ਤਾਂ ਚਾਈਨਾ ਨੇ ਇਹਦਾ ਨਾਮ ਸੀ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ, OBOR, ਪਰ ਬਾਅਦ 'ਚ ਚਾਈਨਾ ਨੂੰ ਲੱਗਿਆ ਕਿ ਇਹਦੇ 'ਚ ਨਾ ਵਨ 'ਚ ਇੱਕ ਮਤਲਬ ਅਸੀਂ ਦਿਸਦੇ ਹਾਂ ਤੇ ਦੁਨੀਆ ਦੇ ਦੂਜੇ ਦੇਸ਼ ਇਹਦੇ ਤੋਂ ਇਤਰਾਜ਼ ਕਰਦੇ ਆ। ਬੈਲਟ ਐਂਡ ਰੋਡ ਇਨੀਸ਼ੀਏਟਿਵ ਦੇ ਤਹਿਤ ਚਾਈਨਾ ਅਫਰੀਕਾ 'ਚ, ਈਸਟਰਨ ਯੂਰਪ 'ਚ, ਉੱਤਰੀ ਯੂਰਪ ਦੇ ਵਿੱਚ, ਤੇ ਯੂਰਪ ਦੇ, ਵੈਸਟਰਨ ਯੂਰਪ ਦੇ ਕੁਝ ਗਰੀਬ ਦੇਸ਼ਾਂ 'ਚ, ਤੇ ਸਾਊਥ ਅਮਰੀਕਾ ਦੇ ਵਿੱਚ ਕਈ ਜਗ੍ਹਾ ਤੇ ਸੜਕਾਂ ਤੇ ਬੰਦਰਗਾਹਾਂ ਡਿਵੈਲਪ ਕਰ ਰਿਹਾ ਹੈ। ਇਸੇ ਪ੍ਰੋਜੈਕਟ ਦੇ ਤਹਿਤ ਸਾਡੇ ਗਵਾਂਢੀ ਦੇਸ਼ ਸ਼੍ਰੀਲੰਕਾ ਨੂੰ ਉਹਨਾਂ ਨੇ ਜਾਲ 'ਚ ਫਸਾ ਲਿਆ ਸੀ ਕਰਜ਼ੇ ਦੇ 'ਚ, ਉੱਥੇ ਹੰਬਨ ਟੋਟਾ ਤੇ ਹੋਰ ਬੰਦਰਗਾਹਾਂ ਡਿਵੈਲਪ ਕਰਕੇ ਕਰਜ਼ੇ 'ਚ ਉਲਝਾ ਲਿਆ। ਇਸੇ ਹੀ ਬੈਲਟ ਐਂਡ ਰੋਡ ਇਨੀਸ਼ੀਏਟਿਵ ਦੇ ਤਹਿਤ ਇੱਕ ਛੋਟੇ ਜਿਹੇ ਪ੍ਰੋਜੈਕਟ ਦੇ ਤਹਿਤ ਪਾਕਿਸਤਾਨ ਦੇ ਵਿੱਚ ਇੱਕ ਰੋਡ ਡਿਵੈਲਪ ਕੀਤੀ ਗਈ ਹੈ ਜਿਹਨੂੰ ਕਿਹਾ ਗਿਆ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ। ਦੱਸੋ ਸਮਝ ਆ ਗਈ ਗੱਲ? ਪੂਰਾ ਕਨਸੈਪਟ ਕਲੀਅਰ ਹੋ ਗਿਆ? ਮਤਲਬ ਹੁਣ ਕੱਲ ਨੂੰ ਜਦੋਂ ਤੁਸੀਂ ਪੇਪਰਾਂ 'ਚ ਅਖਬਾਰ ਖੋਲੋ ਜਾਂ ਤੁਸੀਂ ਆਪਣੇ ਕਰੰਟ ਅਫੇਅਰਸ ਖੋਲੋ ਤੇ ਉੱਥੇ ਆ ਜਾਏ CPEC, ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ, ਜਾਂ ਆ ਜਾਏ BRI, ਬੈਲਟ ਐਂਡ ਰੋਡ ਇਨੀਸ਼ੀਏਟਿਵ, ਇੱਕ ਦੂਜੇ ਦੇ ਮੂੰਹ ਵੱਲ ਦੇਖਣ ਦੀ ਬਜਾਏ ਘੱਟੋ ਘੱਟ ਉਹਨੂੰ ਪੜ੍ਹ ਲਿਓ ਕਿ ਕੁਛ ਵੀ ਨਹੀਂਗਾ, ਕੁਝ ਛੋਟੇ ਮੋਟੇ ਫੈਕਟ ਕਨਸੈਪਟ ਪੇਪਰ 'ਚ ਆ ਸਕਦੇ ਆ। ਖੈਰ ਇਹ ਦੱਸੋ ਜੀ ਇਹ ਕਹਾਣੀ ਸਮਝ ਆ ਗਈ? ਸੋ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਸਮਝ ਆ ਗਿਆ। ਉਸ ਤੋਂ ਬਾਅਦ ਲਦਾਖ ਰੇਂਜ ਤੋਂ ਬਾਅਦ ਉਸ ਤੋਂ ਥੱਲੇ ਆ ਗਈ ਜਸਕਰ ਰੇਂਜ। ਨਗਾ ਪਰਬਤ ਇਹਦੀ ਸਭ ਤੋਂ ਹਾਈਐਸਟ ਪੀਕ ਆ, ਇਹ ਯਾਦ ਰੱਖਣਾ ਹੈ, ਠੀਕ ਆ। ਇਹ ਤਕਰੀਬਨ 33C ਦਾ ਹੀ ਇੱਕ ਪਾਰਟ ਹੁੰਦਾ ਸੀਗਾ। ਜ਼ਿਆਦਾਤਰ ਜਦੋਂ ਤੁਸੀਂ ਇਸ ਉਹਨੂੰ ਦੇਖਦੇ ਹੋ ਨਾ ਸ਼ੰਖਲਾ ਨੂੰ, ਇਹਦੇ ਥੱਲੇ ਤੁਹਾਨੂੰ ਮਰਾਈਨ ਫੋਸਿਲਸ, ਸਮੁੰਦਰੀ ਅਵਸ਼ੇਸ਼ ਜ਼ਿਆਦਾ ਮਿਲਣਗੇ ਕਿਉਂਕਿ ਇਹ ਉਸੇ ਜਗ੍ਹਾ ਤੇ ਐਗਜ਼ੈਕਟ ਉੱਪਰ ਬਣ ਗਿਆ ਜਿੱਥੇ ਪਹਿਲਾਂ ਕੀ ਹੁੰਦਾ ਸੀ, 33 ਸਮੁੰਦਰ। ਮੈਨੂੰ ਲੱਗਦਾ ਜੇ ਆਪਾਂ ਕਨਸੈਪਟ ਬਾਹਲਾ ਕਲੀਅਰ ਕਰਿਆ ਹੋਊਗਾ ਤੇ ਜ਼ਿਆਦਾ ਵਧੀਆ ਹੋ ਜਾਊਗਾ। ਕੁਝ ਚੀਜ਼ਾਂ ਫੋਟੋਜ਼ ਦੇ ਰੂਪ ਦੇ ਵਿੱਚ ਐਕਸਪਲੇਨ ਕੀਤੀਆਂ ਗਈਆਂ ਤੁਹਾਨੂੰ, ਠੀਕ ਆ। ਉਸ ਤੋਂ ਬਾਅਦ ਇੱਕ ਕੈਲਾਸ਼ ਰੇਂਜ, ਥੋੜੀ ਜੀ ਸਨਾਤਨ ਆਸਥਾ 'ਚ ਇਹਦੀ ਇੰਪੋਰਟੈਂਸ ਆ, ਇਸ ਚੀਜ਼ ਨੂੰ ਆਪਾਂ ਇਗਨੋਰ ਕਰ ਹੀ ਨਹੀਂ ਸਕਦੇ, ਠੀਕ ਆ। ਕੈਲਾਸ਼ ਮਾਨਸਰੋਵਰ ਯਾਤਰਾ ਦਾ ਅਲਟੀਮੇਟ ਏਮ ਇੱਥੋਂ ਦੀ ਹੀ ਪੀਕ ਹੁੰਦੀ ਆ। ਇੱਥੇ ਮਾਊਂਟ ਕੈਲਾਸ਼ ਇੱਥੋਂ ਦੀ ਹਾਈਐਸਟ ਪੀਕ ਆ ਤੇ ਸਨਾਤਨ ਧਰਮ ਦੇ ਵਿੱਚ ਉਹਦੀ ਅਹਿਮੀਅਤ ਨੂੰ ਆਪਾਂ ਨਾ ਇਗਨੋਰ ਕਰ ਹੀ ਨਹੀਂ ਸਕਦੇ। ਇਹ ਪਤਾ ਕੀ ਸੀਗੇ? ਇਹ ਸੀ ਗ੍ਰੇਟਰ ਹਿਮਾਲਿਆਸ ਤੋਂ ਉੱਪਰਲੇ ਹਿਮਾਲਿਆਸ, ਭਾਵ ਕਿਹੜੇ ਹਿਮਾਲਿਆਸ? ਟਰਾਂਸ ਹਿਮਾਲਿਆਸ। ਹੁਣ ਆਪਾਂ ਗੱਲ ਕਰਦੇ ਹਾਂ ਨਾਰਮਲੀ ਅੱਗੇ ਆ ਗਏ ਗ੍ਰੇਟਰ ਹਿਮਾਲਿਆਸ, ਜਿਨ੍ਹਾਂ ਨੂੰ ਆਪਾਂ ਮਹਾਨ ਹਿਮਾਲਿਆਸ। ਅਸਲ 'ਚ ਇਹ ਸ਼ੰਖਲਾ ਬਹੁਤ ਲੰਮੀ ਆ, ਇਹ ਕਸ਼ਮੀਰ ਤੋਂ ਲੈ ਕੇ ਨਾਰਥ ਈਸਟ ਤੱਕ ਜਾਂਦੀ ਆ, ਸਿੱਕਮ ਤੱਕ ਤੇ ਜਾਂਦੀ ਆ, ਤੇ ਇਹਦੇ ਤੇ ਸਭ ਤੋਂ ਉੱਚੀਆਂ ਚੋਟੀਆਂ ਨੇ। ਇਹਦੇ ਤੇ ਤੁਹਾਨੂੰ ਕੰਚਨਜੰਗਾ ਮਿਲੂਗੀ ਜਦੋਂ ਤੁਸੀਂ ਕਿੱਥੇ ਪਹੁੰਚ ਜਾਓਗੇ? ਸਿੱਕਮ। ਇਹੀ ਜਿਹੜੀ ਗ੍ਰੇਟ ਮਾਊਂਟੇਨ ਰੇਂਜ ਆ, ਇਹ ਜਦੋਂ ਨੇਪਾਲ ਚਲੇ ਜਾਂਦੀ ਆ, ਨੇਪਾਲ ਤੇ ਸਿੱਕਮ ਦੇ ਬਾਰਡਰ ਤੇ ਬਿਲਕੁਲ ਨੇਪਾਲ ਵਾਲੇ ਪਾਸੇ ਇਹਦੇ ਤੇ ਬਹੁਤ ਮਸ਼ਹੂਰ ਪਹਾੜੀ ਆ, ਦੈਟ ਇਜ਼ ਮਾਊਂਟ ਐਵਰੈਸਟ। ਮੈਨੂੰ ਲੱਗਦਾ 8800 ਸਮਥਿੰਗ ਮੀਟਰ ਉਹਦੀ ਲੰਬਾਈ ਕਿੰਨੀ ਆ? 8848 ਪੁਆਇੰਟਾਂ 'ਚ ਵੀ ਆ ਕੁਛ ਅੱਗੇ, 8848 ਪੁਆਇੰਟ ਸਮਥਿੰਗ ਉਹਦੀ ਉਚਾਈ ਆ। ਹੁਣ ਮੈਂ ਪੁਆਇੰਟਾਂ 'ਚ ਕਿਉਂ ਗਿਆ? ਪਿੱਛੇ ਜੇ ਉਹਦੀ ਉਚਾਈ ਨੂੰ ਦੁਬਾਰਾ ਨਵੀਂ ਕੋਈ ਟੈਕਨੀਕਸ ਦੇ ਨਾਲ ਚੈੱਕ ਕੀਤਾ ਗਿਆ, ਇਸ ਕਰਕੇ ਉਹ 1800 ਕਿੰਨੀ ਆ ਪੁਆਇੰਟ ਐਗਜ਼ੈਕਟਲੀ ਦੱਸੋ। ਦੇਖੋ ਮਾਊਂਟ ਐਵਰੈਸਟ ਦੀ ਉਚਾਈ ਪੁਆਇੰਟਾਂ 'ਚ ਪਤਾ ਹੋਣੀ ਚਾਹੀਦੀ ਆ ਕਿਉਂਕਿ ਇਹ ਕਰੰਟ ਅਫੇਅਰ ਆ, ਸਟੈਟਿਕ ਨਹੀਂਗਾ, ਇਹ ਕਰੰਟ ਅਫੇਅਰ ਆ। ਹਾਂਜੀ ਨਹੀਂ 8848.86, ਹਾਂ ਇਹ ਨਵੀਂ ਇਹਦੀ ਹਾਈਟ ਆ 86, ਠੀਕ ਆ। ਸੋ ਇਹ ਤੇ ਇੱਕ ਗੱਲ ਹੋਰ, ਕੱਲੀ ਮਾਊਂਟ ਐਵਰੈਸਟ ਨਹੀਂ, ਤੁਹਾਨੂੰ ਬਹੁਤ ਸਾਰੀਆਂ ਰੇਂਜਿਸ, ਧੌਲਾਗਿਰੀ, ਅੰਨਾਪੂਰਨਾ, ਇਹ ਚੋਟੀਆਂ ਨੇ। ਤੇ ਤੁਹਾਨੂੰ ਮੈਂ ਦੱਸਦਾ ਜ਼ਿਆਦਾਤਰ ਚੋਟੀਆਂ ਤੁਹਾਨੂੰ ਨੇਪਾਲ 'ਚ ਮਿਲਣਗੀਆਂ। ਨੇਪਾਲ ਦੇ ਵਿੱਚ ਜਾ ਕੇ ਗ੍ਰੇਟ ਹਿਮਾਲਿਆ ਬਹੁਤ, ਵੈਸੇ ਤਾਂ ਤੁਸੀਂ ਗ੍ਰੇਟ ਹਿਮਾਲਿਆ ਬਾਰੇ ਸਮਝੋ, ਆਹ ਦੇਖੋ ਜੀ ਗ੍ਰੇਟ ਹਿਮਾਲਿਆ ਪੂਰੀ ਦੀ ਪੂਰੀ ਆਹ ਰੇਂਜ ਆ, ਦੇਖੋ ਕਿੱਥੇ ਜਾ ਰਹੀ ਹੈ। ਤੇ ਸਾਰੀਆਂ ਚੋਟੀਆਂ ਜਿਹੜੀਆਂ ਚੋਟੀਆਂ ਨੇ ਉਹ ਸਾਰੀਆਂ ਤੁਹਾਨੂੰ ਇੱਕੋ ਜਗ੍ਹਾ ਤੇ ਦੇਖੋ, ਧੌਲਾਗਿਰੀ 8167, ਅੰਨਾਪੂਰਨਾ, ਮਨਸੂਲੂ, ਚੌਯੂ, ਐਵਰੈਸਟ 8848.86, ਲੌਸ ਤੇ ਮਕਾਲੂ, ਤੇ ਅੱਗੇ ਜਿੱਥੇ ਨੇਪਾਲ ਤੇ ਚਾਈਨਾ ਦਾ ਬਾਰਡਰ ਆ ਜਾਂਦਾ ਹੈ ਉੱਥੇ ਕੰਚਨਜੰਗਾ ਹੈ। ਉਹ ਇੰਡੀਆ ਦੀ ਹਾਈਐਸਟ ਪੀਕ ਆ 8586, ਜਿਹੜੀ ਐਕਸਕਲੂਸਿਵਲੀ ਇੰਡੀਆ 'ਚ ਆ, ਮਤਲਬ ਹੈ ਉਹ ਵੀ ਨੇਪਾਲ ਦੇ ਬਾਰਡਰ ਤੇ ਆ, ਪਰ ਫਿਰ ਵੀ ਅਸੀਂ ਇੰਡੀਆ ਦੀ ਉਹਨੂੰ ਮੰਨ ਕੇ ਚੱਲਦੇ ਹਾਂ। ਉਸ ਤੋਂ ਪਹਿਲਾਂ ਵਾਲੀ ਪਾਕਿਸਤਾਨ ਓਕੂਪਾਈਡ ਕਸ਼ਮੀਰ 'ਚ ਆ, ਇਹ ਵੈਸੇ ਨੇਪਾਲ ਦੇ ਵਿੱਚ ਆ। ਸੋ ਖੈਰ ਇਹ ਦੱਸੋ, ਆ ਕਹਾਣੀ ਸਾਰੀ ਕਲੀਅਰ ਹੋ ਗਈ। ਸੋ ਇਹ ਆ ਗਿਆ ਜੀ ਆਪਣੇ ਕੋਲ ਕਿਹੜਾ? ਗ੍ਰੇਟ ਹਿਮਾਲਿਆ। ਗ੍ਰੇਟ ਹਿਮਾਲਿਆਸ ਦੀ ਅੱਗੇ ਐਕਸਟੈਂਸ਼ਨ ਉੱਥੋਂ ਤੱਕ ਜਾਂਦੀ ਹੈ ਨਾਰਥ ਈਸਟ। ਤੁਸੀਂ ਕਹੋਗੇ ਸਰ ਜਿਹੜੀ ਏਸੇ ਦੀ ਐਕਸਟੈਂਸ਼ਨ 'ਚ
ਉੱਤਰ ਪੂਰਬ ਦੇ ਪਹਾੜ ਉਹ ਵੀ ਦੱਸ ਦਿਓ। ਨਹੀਂ, ਉਹਦੀ ਵਜ੍ਹਾ ਇੱਕ, ਉੱਤਰ ਪੂਰਬ ਦੇ ਪਹਾੜਾਂ ਬਾਰੇ ਮੈਂ ਜ਼ਿਆਦਾ ਡਿਟੇਲ 'ਚ ਪਤਾ ਕਦੋਂ ਦੱਸੂਗਾ, ਜਦੋਂ ਮੈਂ ਵੈਸਟ ਤੋਂ ਈਸਟ ਵਾਲੇ ਪਹਾੜ ਦੱਸੂਗਾ, ਉਦੋਂ ਮੈਂ ਥੋੜੀ ਜਿਹੀ ਜ਼ਿਆਦਾ ਡਿਟੇਲ ਉਹਦੀ ਐਕਸਪਲੇਨ ਕਰਨੀ ਹੈ। ਫਿਲਹਾਲ ਆਹ ਦੱਸੋ, ਕਹਾਣੀ ਸਮਝ ਆ ਗਈ? ਤਾਂ ਮੈਨੂੰ ਲੱਗਦਾ ਇਸ ਫਿਗਰ ਦੇ ਵਿੱਚ ਨਾ ਤੁਹਾਨੂੰ ਗੋਡਵਿਨ ਅਸਟਿਨ, ਬਰੌਡ ਪੀਕ, ਇਹ ਸਾਰੀਆਂ ਉੱਚੀਆਂ ਚੋਟੀਆਂ ਦੀ ਲੈਂਥ ਵਗੈਰਾ ਪਤਾ ਲੱਗ ਜੂਗੀ। ਫੈਕਟਸ ਦੇ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਇਹ ਚੀਜ਼ਾਂ ਕੰਮ ਆ ਸਕਦੀਆਂ। ਤਾਂ ਜਿਹੜਾ ਫਿਰ ਉਸ ਤੋਂ ਬਾਅਦ ਆ ਜਾਂਦੇ ਆ ਮਿਡਲ ਹਿਮਾਲਿਆਜ਼। ਮਿਡਲ ਹਿਮਾਲਿਆਜ਼ ਜਿਹੜੇ ਆ ਇਹ ਕਾਫੀ ਅਹਿਮ ਨੇ। ਇਹ ਉਹ ਹਿਮਾਲਿਆਜ਼ ਨੇ ਜਿੱਥੇ ਆਪਾਂ ਨੂੰ ਦੇਖ ਲਓ ਕਿ 2400 ਮੀਟਰ ਤੱਕ ਦੀ ਹਾਈਟ 'ਚ ਆ, ਤੇ ਜਿੰਨੇ ਵੀ ਕਸ਼ਮੀਰ, ਲਦਾਖ ਦੇ ਛੋਟੇ ਪਹਾੜ ਆ ਸਾਰੇ ਇਸੇ ਰੇਂਜ 'ਚ ਆਉਂਦੇ ਆ। ਠੀਕ ਆ, ਤਾਂ ਇਹਦੇ ਬਾਰੇ ਇੱਕ ਗੱਲ ਬੜੀ ਕਲੀਅਰ ਕਹੀ ਜਾਂਦੀ ਆ ਕਿ ਇਹਦੀ ਜਿਹੜੀ ਸਾਊਥ ਫੇਸਿੰਗ ਆ, ਇਹ ਸਾਊਥ ਫੇਸਿੰਗ ਮਤਲਬ ਜਿਹੜਾ ਇਧਰਲੇ ਪਾਸੇ ਨੂੰ ਫੇਸ ਕਰਦਾ ਪਹਾੜ ਆ ਜਿਹੜਾ, ਠੀਕ ਆ, ਉਧਰਲੇ ਪਾਸੇ ਤੁਹਾਨੂੰ ਬਹੁਤ ਜ਼ਿਆਦਾ ਮਤਲਬ ਕਿ ਨਾਰਥ ਫੇਸਿੰਗ ਤਾਂ ਜਿਹੜੀ ਉਹ ਆ ਉਹ ਤੁਹਾਨੂੰ ਵੈਜੀਟੇਸ਼ਨ ਜ਼ਿਆਦਾ ਮਿਲੂਗੀ। ਚਾਈਨਾ ਵਾਲੇ ਪਾਸੇ ਵੈਜੀਟੇਸ਼ਨ ਹੈ ਹੀ ਨਹੀਂ, ਕਿਉਂਕਿ ਇੱਕ ਪਾਸੇ ਸੂਰਜ ਸਿੱਧਾ ਪੈਂਦਾ ਹੈ, ਪੋਲ ਵਾਲੇ ਪਾਸੇ ਉਹ ਜਿਹੜਾ ਹਿਮਾਲਿਆ ਦਿਸਦਾ ਹੈ, ਉਧਰਲੇ ਪਾਸੇ ਸੂਰਜ ਪੈਂਦਾ ਹੀ ਨਹੀਂ, ਇਸ ਕਰਕੇ ਉਹ ਪਾਸਾ ਤੁਹਾਨੂੰ ਡਿਵੋਇਡ ਆਫ ਵੈਜੀਟੇਸ਼ਨ ਭਾਵ ਬਨਸਪਤੀ ਰਹਿਤ ਮਿਲੂਗਾ। ਜਿਹੜਾ ਪਾਸਾ ਤੁਹਾਨੂੰ ਇਕੁਏਟਰ ਵੱਲੋਂ ਦਿਸਦਾ ਹੈ ਉਸ ਪਾਸੇ ਤੁਹਾਨੂੰ ਹਿਮਾਲਿਆਸ ਤੇ ਜ਼ਿਆਦੀ ਬਨਸਪਤੀ ਮਿਲੂਗੀ, ਕਿਉਂਕਿ ਉਸ ਪਾਸੇ ਸੂਰਜ ਦੀ ਫੇਸਿੰਗ ਹੋਣ ਕਰਕੇ ਫੋਟੋਸਿੰਥੇਸਿਸ ਵਰਗਾ ਪ੍ਰੋਸੈਸ ਜਿਹੜਾ ਹੈ ਉਹਦੇ 'ਚ ਕੋਈ ਦਿੱਕਤ ਨਹੀਂ ਆਉਂਦੀ। ਠੀਕ ਆ, ਤਾਂ ਇਸ ਇਲਾਕੇ 'ਚ ਇਸ ਮਿਡਲ ਹਿਮਾਲਿਆ ਦੇ ਵਿੱਚ ਰੇਂਜਿਸ ਕਿਹੜੀਆਂ ਨੇ? ਗ੍ਰੇਟ ਹਿਮਾਲਿਆ ਤੋਂ ਥੱਲੇ ਕਿਹੜੀਆਂ ਰੇਂਜਿਸ ਇਹਦੇ 'ਚ ਆਉਂਦੀਆਂ ਹੈ? ਸਭ ਤੋਂ ਉੱਪਰ ਤਾਂ ਆਉਂਦੀ ਆ ਪੀਰ ਪੰਜਾਲ ਦੀ ਸ਼ੰਖਲਾ, ਪੀਰ ਪੰਜਾਲ ਤੋਂ ਥੱਲੇ ਆਉਂਦੀ ਆ ਦੌਲਾਧਾਰ। ਬਸ ਮੇਨ ਤਾਂ ਆਹੀ ਦੋ ਆ, ਤੁਹਾਨੂੰ ਮੈਂ ਸਹੀ ਦੱਸਾਂ। ਇਸ ਤੋਂ ਬਾਅਦ ਆਉਂਦੀ ਆ ਤੀਸਰੀ ਮੈਸੂਰੀ ਰੇਂਜ ਬਸ, ਜਾਂ ਮਹਾਭਾਰਤ ਲੇਖ। ਮੇਨ ਤਾਂ ਇਹ ਆ ਕਿ ਸਭ ਤੋਂ ਉੱਪਰ ਪੀਰ ਪੰਜਾਲ, ਉਸ ਤੋਂ ਬਾਅਦ ਦੌਲਾਧਾਰ, ਇਸ ਤੋਂ ਉੱਪਰ ਗ੍ਰੇਟ ਹਿਮਾਲਿਆਜ਼, ਗ੍ਰੇਟ ਹਿਮਾਲਿਆਜ਼ ਤੋਂ ਉੱਪਰ ਕੈਲਾਸ਼, ਕੈਲਾਸ਼ ਤੋਂ ਉੱਪਰ ਸੀਗੀ ਜਸਕਰ, ਜਸਕਰ ਤੋਂ ਉੱਪਰ ਸੀਗੀ ਲਦਾਖ, ਤੇ ਲਦਾਖ ਤੋਂ ਉੱਪਰ ਸੀਗੀ ਕਾਰਾਕੋਰਮ। ਆਹ ਰੇਂਜਿਸ ਨੇ ਜਿਹੜੀਆਂ ਨਾਰਥ ਤੋਂ ਲੈ ਕੇ ਸਾਊਥ ਤੱਕ ਪੇਪਰ ਦੇ ਵਿੱਚ ਤੁਹਾਨੂੰ ਆਉਂਦੀਆਂ। ਇਹ ਗੱਲ ਯਾਦ ਰੱਖਿਓ ਕਿ ਜਿਹੜੀਆਂ ਤੁਹਾਨੂੰ ਨਾਰਥ ਤੋਂ ਲੈ ਕੇ ਸਾਊਥ ਤੱਕ ਪੇਪਰ 'ਚ ਆਉਂਦੀਆਂ, ਟੈਕਨੀਕਲੀ ਇਹੀ ਆਉਂਦੀਆਂ ਪੇਪਰ 'ਚ, ਤਾਂ ਇਹਨਾਂ ਬਾਰੇ ਆਪਾਂ ਨੂੰ ਥੋੜਾ ਜਿਹਾ ਆਈਡੀਆ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਲਾਸਟ 'ਚ ਆ ਜਾਂਦੇ ਆ ਆਪਣੇ, ਟੈਨਸ਼ਨ ਨਾ ਲਓ, ਆਪਾਂ ਨਾ ਜਦੋਂ ਵੈਸਟ ਤੋਂ ਈਸਟ ਵਾਲੇ ਹਿਮਾਲਿਆਜ਼ ਪੜਾਂਗੇ, ਮੈਨੂੰ ਐਵੇਂ ਆ ਮੈਂ ਜ਼ਿਆਦਾ ਡਿਟੇਲ ਉੱਧਰ ਪਾਈ ਆ। ਤੇ ਇੱਕ ਗੱਲ ਹੋਰ, ਨੋ ਡਾਊਟ ਚੀਜ਼ਾਂ ਦੀ ਰੈਪੀਟੀਸ਼ਨ ਹੋਈ ਆ, ਪਰ ਮੈਨੂੰ ਇਹ ਸੀ ਕਿ ਪੱਕੇ ਪੈਰੀਂ ਕਰੀਏ। ਜੇ ਉਹ ਚੀਜ਼ ਕੱਟਣ ਵਾਲੀ ਹੁੰਦੀ ਤਾਂ ਮੈਂ ਇਹਨਾਂ ਨੋਟਸ 'ਚ ਕੱਟਦਾ। ਜਦੋਂ ਮੈਂ ਪੱਛਮ ਤੋਂ ਪੂਰਬ ਵੱਲ ਪਹਾੜ ਪੜਾਉਂਗਾ ਨਾ, ਤਾਂ ਸਭ ਤੋਂ ਪਹਿਲੇ ਪਹਾੜਾਂ ਬਾਰੇ ਜਦੋਂ ਪੜਾਉਂਗਾ ਤਾਂ ਉਹਦੇ 'ਚ ਕਸ਼ਮੀਰ ਦੇ ਪਹਾੜਾਂ ਦੀ ਅੰਦਰਲੀ ਡਿਟੇਲ ਆਊਗੀ ਕਿ ਇੱਥੇ ਕੇਸਰ ਕਿਉਂ ਹੁੰਦਾ ਹੈ। ਠੀਕ ਆ, ਕਰੇਵਾਜ਼ ਕੀ ਨੇ, ਆ ਜਿਹੜੇ ਆਪਾਂ ਸੁਣਦੇ ਆ ਦੂਨਸ, ਜਿਨ੍ਹਾਂ 'ਚ ਬੜੇ ਮਸ਼ਹੂਰ ਨਹੀਂ ਦੇਹਰਾਦੂਨ ਵਰਗੇ, ਇਹ ਦੂਨ ਕੀ ਹੁੰਦੇ ਆ, ਇੱਕ ਵੈਲੀ ਘਾਟੀ ਕਿਹਨੂੰ ਕਹਿੰਦੇ ਆ, ਠੀਕ ਆ, ਗੌਰਜ ਜਾਂ ਕੈਨਨ ਕਿਹਨੂੰ ਕਹਿੰਦੇ ਆ, ਖਾਈਆਂ ਕੀ ਹੁੰਦੀਆਂ ਜਿਨ੍ਹਾਂ 'ਚੋਂ ਨਦੀਆਂ ਵਹਿੰਦੀਆਂ। ਇਹ ਸਾਰੀ ਟਰਮਨੋਲੋਜੀ ਆਪਾਂ ਨੂੰ ਪਹਾੜਾਂ 'ਚ ਹੀ ਕਲੀਅਰ ਹੋ ਜਾਣੀ ਆ। ਤੇ ਬੜੇ ਰੀਝ ਨਾਲ ਦੇਖੋ, ਪਤਾ ਕੀ ਆ, ਇੰਡੀਆ ਦੀ ਜੀਓਗ੍ਰਾਫੀ ਦਾ ਇੱਕ ਹੀ ਚੈਪਟਰ ਆ ਜਿਹਨੂੰ ਮੈਂ ਮੰਨਦਾ ਕਿ ਸਭ ਤੋਂ ਔਖਾ ਹੈ। ਔਖਾ ਤਾਂ ਨਹੀਂ ਕਹਿ ਸਕਦਾ, ਜਿਹਦੇ 'ਚ ਸਭ ਤੋਂ ਵੱਧ ਫੈਕਟ ਆ। ਸਾਰੀ ਦੀ ਸਾਰੇ ਪਹਾੜ ਇਹਦੇ 'ਚ ਕਵਰ ਆ, ਸਾਰੇ ਦੇ ਸਾਰੇ ਡੈਜ਼ਰਟਸ ਇਸ ਚੈਪਟਰ 'ਚ ਖਤਮ ਆ, ਸਾਰੇ ਦੇ ਸਾਰੇ ਸਾਊਥ ਇੰਡੀਆ ਦੇ ਜਿਹੜੇ ਪਲੇਟੂਜ਼ ਨੇ ਉਹ ਵੀ ਸਾਰੇ ਇਹਦੇ 'ਚ ਕਵਰ ਆ, ਜਿੰਨੇ ਸਾਡੇ ਆਈਲੈਂਡਸ ਨੇ ਸਾਰੇ ਇਹਦੇ 'ਚ ਕਵਰ ਆ। ਫਿਰ ਜਾ ਕੇ ਦੂਸਰਾ ਚੈਪਟਰ ਸ਼ੁਰੂ ਹੋਣਾ ਹੈ, ਤੇ ਦੂਸਰੇ ਚੈਪਟਰ ਦਾ ਨਾਮ ਆ ਡਰੇਨੇਜ ਆਫ ਇੰਡੀਆ, ਜਿਸ 'ਚ ਕੇਵਲ ਤੇ ਕੇਵਲ ਇੰਡੀਆ ਦੇ ਦਰਿਆ ਨੇ। ਫਿਰ ਤੀਸਰਾ ਚੈਪਟਰ ਸ਼ੁਰੂ ਹੋਣਾ ਹੈ ਨੈਚੁਰਲ ਵੈਜੀਟੇਸ਼ਨ ਆਫ ਇੰਡੀਆ, ਭਾਰਤ ਦੀ ਬਨਸਪਤੀ। ਠੀਕ ਆ, ਫਿਰ ਚੌਥਾ ਚੈਪਟਰ ਸ਼ੁਰੂ ਹੋਣਾ ਹੈ ਸੋਇਲ ਆਫ ਇੰਡੀਆ, ਭਾਰਤ ਦੇ ਵਿੱਚ ਕਿਹੜੀ ਕਿਹੜੀ ਮਿੱਟੀ ਆ। ਫਿਰ ਪੰਜਵਾਂ ਚੈਪਟਰ ਸ਼ੁਰੂ ਹੋਣਾ ਹੈ ਐਗਰੀਕਲਚਰ ਆਫ ਇੰਡੀਆ, ਭਾਰਤ 'ਚ ਕਿਸ ਕਿਸ ਪ੍ਰਕਾਰ ਦੀ ਖੇਤੀਬਾੜੀ ਹੁੰਦੀ ਆ ਤੇ ਕਿਹੜੀ ਕਿਹੜੀ ਚੀਜ਼ ਦੀ ਖੇਤੀਬਾੜੀ ਆ, ਕਿਸ ਚੀਜ਼ ਦੀ ਪ੍ਰੋਡਕਸ਼ਨ 'ਚ ਭਾਰਤ ਪਹਿਲੇ ਨੰਬਰ ਤੇ ਆ, ਤੇ ਜੇ ਭਾਰਤ ਪਹਿਲੇ ਨੰਬਰ ਤੇ ਨਹੀਂਗਾ ਤਾਂ ਦੁਨੀਆ ਦਾ ਕਿਹੜਾ ਦੇਸ਼ ਪਹਿਲੇ ਤੇ ਆ, ਤੇ ਜੇ ਭਾਰਤ ਪਹਿਲੇ ਤੇ ਆ ਤੇ ਭਾਰਤ 'ਚੋਂ ਕਿਹੜੀ ਸਟੇਟ ਪਹਿਲੇ ਤੇ ਆ। ਫਿਰ ਉਸ ਤੋਂ ਬਾਅਦ ਚੈਪਟਰ ਆ ਜਾਣਾ ਹੈ ਮਿਨਰਲਸ, ਭਾਰਤ 'ਚ ਕਿਹੜੇ ਕਿਹੜੇ ਖਣਿਜ ਨੇ, ਮਿਨਰਲਸ ਐਂਡ એનર્ਜੀ ਕਹਿ ਦਿੰਦੇ ਆ। ਉਸ ਤੋਂ ਬਾਅਦ ਚੈਪਟਰ ਆ ਜਾਣਾ ਹੈ ਟਰਾਂਸਪੋਰਟੇਸ਼ਨ ਐਂਡ ਕਮਿਊਨੀਕੇਸ਼ਨ, ਭਾਰਤ 'ਚ ਕਿਹੜੇ ਕਿਹੜੇ ਆਵਾਜਾਈ ਦੇ ਸਾਧਨ, ਭਾਰਤ 'ਚ ਕਿੰਨੇ ਪ੍ਰਕਾਰ ਦੀਆਂ ਟ੍ਰੇਨ ਦੀਆਂ ਪਟਰੀਆਂ ਨੇ। ਠੀਕ ਆ, ਭਾਰਤ 'ਚ ਕਿਹੜੇ ਕਿਹੜੇ ਪ੍ਰੋਜੈਕਟਾਂ ਨਾਲ ਸੜਕਾਂ ਬਣੀਆਂ, ਗੋਲਡਨ ਕੁਆਡਰਲੇਟਰਲ ਕੀ ਆ, ਐਕਸਪ੍ਰੈਸਵੇ ਕੌਣ ਬਣਾਉਂਦਾ ਹੈ, ਕਿਹੜੇ ਕਿਹੜੇ ਹਾਈਵੇ ਆ, ਕਿਹੜੇ ਹਾਈਵੇ ਨੂੰ ਨੰਬਰ ਈਵਨ ਦਿੱਤਾ ਜਾਂਦਾ ਹੈ, ਕਿਹੜੇ ਹਾਈਵੇਜ਼ ਦੇ ਨਾਮ ਦੇ ਅੱਗੇ ਔਡ ਆਉਂਦਾ ਹੈ, NH11 ਤੇ NH22 ਕੀ ਫਰਕ ਹੁੰਦਾ ਹੈ, ਕਿ ਜਿਹੜਾ NH11 ਹੋਊਗਾ ਉਹ ਨਾਰਥ ਤੋਂ ਸਾਊਥ ਜਾਊਗਾ ਕਿ ਈਸਟ ਤੋਂ ਵੈਸਟ ਜਾਊਗਾ। ਉਸ ਤੋਂ ਬਾਅਦ ਕਮਿਊਨੀਕੇਸ਼ਨ, ਭਾਰਤ ਦੇ ਸੰਚਾਰ ਦੇ ਸਾਧਨ ਹੋਰ ਕਿਹੜੇ ਕਿਹੜੇ ਆ।
ਸੋ ਇਹਨੂੰ ਕਹਿੰਦੇ ਆ ਪੂਰੀ ਦੀ ਪੂਰੀ ਇੰਡੀਅਨ ਜੀਓਗ੍ਰਾਫੀ, ਸਮਝ ਗਏ ਨਾ। ਇੱਕ ਆਊਟਲਾਈਨ ਤਿਆਰ ਹੋ ਗਈ ਤੇ ਜਦੋਂ ਤੁਸੀਂ ਇਹ ਸਾਰੀ ਆਊਟਲਾਈਨ ਪੜੋਗੇ ਸਮਝ ਲਓ ਫਿਰ ਜਦੋਂ ਬੰਦਾ ਕਹਿੰਦਾ ਜੀ ਸਰ ਅਸੀਂ ਨੈਚੁਰਲ ਵੈਜੀਟੇਸ਼ਨ ਪੜ੍ਹ ਰਹੇ ਇੰਡੀਆ ਦੀ, ਤਾਂ ਮੈਂ ਨੈਚੁਰਲ ਵੈਜੀਟੇਸ਼ਨ ਵਾਲੇ ਚੈਪਟਰ ਦੇ ਵਿੱਚ ਇੰਡੀਆ ਦੇ ਸਾਰੇ ਬਾਇਓਸਫੀਅਰਸ ਨੈਸ਼ਨਲ ਪਾਰਕ ਕਵਰ ਕਰੂੰਗਾ। ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜੀ ਤੁਸੀਂ ਫੈਕਚੁਅਲ ਦੇਖੋ, ਮੈਂ ਆਪਣਾ ਪੂਰਾ ਟਾਈਮ ਲੈਣਾ ਹੈ ਜੀਓਗ੍ਰਾਫੀ ਪੜ੍ਹਾਉਣ 'ਚ, ਕਿਉਂਕਿ ਮੈਨੂੰ ਪਤਾ ਹੈ ਕਿ ਜੀਓਗ੍ਰਾਫੀ ਫੈਕਟਸ ਦਾ ਪੂਰਾ ਸੋਰਸ ਆ। ਇੱਕ ਵਾਰ ਇਹ ਚੰਗੀ ਤਰ੍ਹਾਂ ਪੜ੍ਹਾਈ ਜਾਵੇ, ਹਾਂ ਤੁਸੀਂ ਤਾਂ ਔਖੇ ਸੌਖੇ ਟੈਸਟ ਤਿਆਰ ਕਰ ਹੀ ਲਓਗੇ, ਜਿੱਥੇ ਤੁਸੀਂ 2 ਟੈਸਟ ਦੇਣੇ ਹੋਣਗੇ 3 ਦੇ ਲਿਓ। ਘੱਟੋ ਘੱਟ ਇਹ ਆ ਕਿ ਚੀਜ਼ ਤਾਂ ਪੂਰੀ ਤਿਆਰ ਹੋਊਗੀ ਨਾ। ਇੱਕ ਵਾਰੀ ਤੁਹਾਡੇ ਸਾਹਮਣੇ ਜੀਓਗ੍ਰਾਫੀ ਪੂਰੀ ਕੰਪਲੀਟ ਹੋ ਕੇ ਆਵੇ ਤਾਂ ਤੁਸੀਂ ਇਹ ਨਾ ਕਹਿ ਸਕੋ ਕਿ ਯਾਰ ਆਹ ਚੀਜ਼ ਮਿਸ ਸੀਗੀ। ਖੈਰ ਨੈਕਸਟ ਆ ਗਏ ਆਪਾਂ ਸ਼ਿਵਾਲਿਕਸ ਵਾਲੇ ਪਾਸੇ, ਠੀਕ ਆ। ਸੋ ਸ਼ਿਵਾਲਿਕਸ ਦੇ ਜਿਹੜੇ ਪਹਾੜ ਨੇ ਇਹਨਾਂ ਬਾਰੇ ਮੈਨੂੰ ਲੱਗਦਾ ਮੈਂ ਪਹਿਲਾਂ ਹੀ ਐਕਸਪਲੇਨ ਕਰ ਚੁੱਕਿਆ, ਠੀਕ ਆ, ਕਿ ਇਹ ਕੋਈ ਪਹਾੜ ਨਹੀਂ ਗੇ। ਇਹ ਦੂਸਰੀ ਤੀਸਰੀ ਸਟੇਜ ਦੇ ਵਿੱਚ ਜਾ ਕੇ ਪਤਾ ਕੀ ਹੋਇਆ ਸੀ, ਜਿਹੜੀ ਮਿੱਟੀ ਥੱਲੇ ਰਹਿ ਗਈ ਸੀ ਇਹਨਾਂ ਦੀ ਫੋਲਡਿੰਗ ਹੀ ਬਾਅਦ ਚ ਹੋਈ ਆ। ਤੇ ਤੁਹਾਨੂੰ ਮੈਂ ਇੱਕ ਗੱਲ ਦੱਸਦਾ, ਅੱਜ ਵੀ ਜਿਹੜੀ ਥੱਲੇ ਵਾਲੀ ਪਲੇਟ ਆ ਨਾ ਉੱਪਰ ਨੂੰ ਚੱਲ ਰਹੀ ਆ ਤੇ ਉਹਦੀ ਸਪੀਡ 3.5 ਸੈਂਟੀਮੀਟਰ ਪਰ ਈਅਰ ਆ ਹਜੇ ਵੀ। ਤਾਂ ਇਹ ਉਦੋਂ ਸੀ ਜਦੋਂ ਦੀ ਸਪੀਡ 6 ਜਾਂ 5 ਸੈਂਟੀਮੀਟਰ ਪਰ ਈਅਰ ਸੀ। ਉਦੋਂ ਇੱਕ ਲਾਸਟ ਵਾਰ ਫੋਲਡਿੰਗ ਹੋਈ ਆ ਤੇ ਉਸ ਲਾਸਟ ਦੀ ਫੋਲਡਿੰਗ 'ਚ ਉੱਪਰ ਕੁਛ ਗਿਆ ਨਹੀਂ, ਸਿਰਫ ਮਿੱਟੀ ਮਿੱਟੀ ਉੱਪਰ ਗਈ ਆ। ਇਹ ਪਹਾੜ ਤੁਹਾਨੂੰ ਸਾਰੇ ਦੇ ਸਾਰੇ ਜਿਹੜੇ ਆ ਮਿੱਟੀ ਦੇ ਮਿਲਣਗੇ ਤੇ 1.5 ਕਿਲੋਮੀਟਰ ਤੋਂ ਉਚਾਈ ਇਹਨਾਂ ਦੀ ਵੱਧ ਨਹੀਂ ਤੇ 10 ਤੋਂ 50 ਕਿਲੋਮੀਟਰ ਦੇ ਵਿੱਚ ਇਹਨਾਂ ਦੀ ਚੜਾਈ ਆ। ਬਸ ਇਹ ਕੋਈ ਬਹੁਤ ਲੰਮੇ ਨਹੀਂਗੇ, ਚੰਡੀਗੜ੍ਹੋਂ ਸ਼ੁਰੂ ਹੋ ਜਾਂਦੇ ਆ ਤੇ ਸ਼ਿਮਲੇ ਤੱਕ ਜਾਂਦੇ ਜਾਂਦੇ ਮੁੱਕ ਜਾਂਦੇ ਆ। ਉਸ ਤੋਂ ਉੱਪਰ ਅੱਗੇ ਮਿਡਲ ਹਿਮਾਲਿਆਜ਼ ਆ, ਉੱਪਰਲੇ ਪਾਸੇ ਜਿਹੜੇ ਤੁਸੀਂ ਰੋਹਤਾਂਗ ਪਾਸ ਜਾਂ ਹੋਰ ਦਰੇ ਦੇਖਦੇ ਹੋ, ਮੈਸੂਰੀ ਵਗੈਰਾ, ਇਹ ਸਾਰੇ ਮਿਡਲ ਹਿਮਾਲਿਆਜ਼ 'ਚ ਆ। ਦੇਹਰਾਦੂਨ ਵਗੈਰਾ ਸਭ ਮਿਡਲ ਹਿਮਾਲਿਆਜ਼ 'ਚ ਆ, ਠੀਕ ਆ। ਤੇ ਇਹ ਜਸਟ ਬਹੁਤ ਥੋੜੀ ਜਿਹੀ ਵਿਡਥ ਆ ਸਾਰੀ, ਠੀਕ ਆ। ਇਹ ਲਾਸਟ ਸਟੇਜ 'ਚ ਬਣੇ ਸੀ, ਟੋਟਲੀ ਇਹ ਮਿੱਟੀ ਦੇ ਆ। ਤੇ ਇਹਨਾਂ ਹਿਮਾਲਿਆਜ਼ ਦੇ ਵਿੱਚ ਤੁਹਾਨੂੰ ਨਾ ਜਾਂ ਤਾਂ ਮਿਲਣਗੇ ਇਹ ਕਿਹੜੇ ਇਲਾਕੇ ਆ, ਇਹ ਆ ਭੱਬਰ ਦੇ ਇਲਾਕੇ। ਇੱਥੇ ਬਹੁਤ ਜ਼ਿਆਦਾ ਮਿੱਟੀ ਹੀ ਮਿੱਟੀ ਆ। ਇਹ ਉਹ ਇਲਾਕੇ ਆ ਜਿੱਥੇ ਉੱਪਰੋਂ ਨਦੀ ਆਉਂਦੀ ਆ, ਨਦੀ ਇੱਥੋਂ ਦੇ ਜਿਹੜੇ ਪਾਣੀ ਆ ਉਹਨਾਂ ਪਾਣੀਆਂ 'ਚ ਸਮਾ ਜਾਂਦੀ ਆ, ਠੀਕ ਆ। ਸੋ ਇੱਥੇ ਨਾ ਨਦੀਆਂ ਨੇ ਕੀ ਕੀਤਾ ਹੋਇਆ ਹੈ, ਬਹੁਤ ਮਿੱਟੀ ਉੱਪਰੋਂ ਲਿਆ ਕੇ ਇੱਥੇ ਕਈ ਪੁਰਾਣੇ ਸਮੇਂ ਦੀਆਂ ਖਾਈਆਂ ਪੂਰਤੀਆਂ, ਉਹਨਾਂ ਖਾਈਆਂ ਦੇ ਉੱਪਰ ਮਿੱਟੀ ਜੰਮ ਕੇ ਦੂਨਸ ਬਣ ਗਏ, ਵੈਲੀਜ਼ ਬਣ ਗਈਆਂ, ਉੱਚੇ ਟਿੱਬੇ ਬਣ ਗਏ। ਉਹਨਾਂ ਟਿੱਬਿਆਂ ਤੇ ਅੱਜ ਲੋਕ ਰਹਿਣ ਲੱਗ ਪਏ। ਉਹਨਾਂ ਟਿੱਬਿਆਂ ਨੂੰ ਆਪਾਂ ਦੂਨ ਕਹਿ ਕੇ ਬੁਲਾਉਂਦੇ ਆ। ਜਿੰਨੇ ਵੀ ਮਸ਼ਹੂਰ ਦੂਨ ਆ, ਕੋਤਲਾ ਦੂਨ ਹੋ ਗਿਆ, ਦੇਹਰਾਦੂਨ, ਕੋਟਲੀ ਦੂਨ, ਪਟਲੀ ਦੂਨ, ਇਹ ਉੱਥੋਂ ਦੇ ਲੋਕਲ ਨਾਮ ਨੇ। ਇਹਨਾਂ ਚੋਂ ਇੱਕ ਅੱਧਾ ਦੂਨ ਇਹੋ ਜਿਹਾ ਹੈ ਜਿਨ੍ਹਾਂ ਨੂੰ ਅੰਗਰੇਜ਼ਾਂ ਨੇ ਸ਼ਿੰਗਾਰਤਾ ਤੇ ਉਹਨੂੰ ਸਾਰੇ ਜਾਣਦੇ ਆ, ਬਾਕੀ ਕਿਸੇ ਦੂਨ ਨੂੰ ਕੋਈ ਨਹੀਂ ਜਾਣਦਾ। ਇਹ ਬੇਸਿਕਲੀ ਕੀ ਨੇ, ਲੰਬਕਾਰੀ ਖਾਈਆਂ ਨੇ, ਵੈਲੀਜ਼ ਨੇ, ਲੌਂਗੀਟਿਊਡਨਲ ਵੈਲੀਜ਼, ਜਿਨ੍ਹਾਂ 'ਚ ਉੱਪਰੋਂ ਆ ਕੇ ਮਿੱਟੀ ਪਈ ਆ। ਇੱਥੇ ਮਿੱਟੀ ਕਿਉਂ ਡਿਪੋਜ਼ਿਟ ਹੋ ਗਈ, ਕਿਉਂਕਿ ਜਿਸ ਇਲਾਕੇ ਦੇ ਵਿੱਚ ਇਹ ਸ਼ਿਵਾਲਿਕ ਹੈਗਾ ਹੈ ਉੱਥੇ ਸਾਰਾ ਕੁਝ ਮਿੱਟੀ ਦਾ ਸੀਗਾ। ਉੱਪਰੋਂ ਨਦੀਆਂ ਆਈਆਂ, ਮਿੱਟੀ ਇਕੱਠੀ ਕੀਤੀ, ਕਿਸੇ ਖਾਈ 'ਚ ਪਾਤੀ, ਲੰਮੇ ਸਮੇਂ ਬਾਅਦ ਉਹ ਖਾਈ ਦੇ ਉੱਪਰ ਡਿਪੋਜ਼ਿਟ ਹੋ ਗਿਆ ਤੇ ਜਿਹੜੀ ਚੀਜ਼ ਉਸ ਖਾਈ 'ਚ ਬਣ ਗਈ, ਜਿਹੜੀ ਉੱਚੀ ਉੱਠ ਕੇ ਮਿੱਟੀ ਬਣ ਗਈ, ਉਹਨਾਂ ਨੂੰ ਅਸੀਂ ਕੀ ਨਾਮ ਦਿੱਤਾ, ਵੈਲੀਜ਼, ਦੂਨਸ। ਕੀ ਨਾਮ ਦਿੱਤਾ, ਦੂਨਸ। ਇਹ ਉਹ ਖਾਈਆਂ ਨੇ ਜਿਹੜੀਆਂ ਸਮੇਂ ਦੇ ਨਾਲ ਇਸੇ ਦੀ ਮਿੱਟੀ ਨਾਲ ਡਿਪੋਜ਼ਿਟ ਹੋ ਗਈਆਂ। ਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਐਵੇਂ ਹੀ ਕਈ ਜਿਹੜੀਆਂ ਬਹੁਤ ਉੱਪਰਲੇ ਪਾਸੇ ਖਾਈਆਂ ਸੀਗੀਆਂ, ਕਸ਼ਮੀਰ ਵਾਲੇ ਪਾਸੇ ਜਿਹੜਾ ਬਿਲਕੁਲ ਗ੍ਰੇਟਰ ਹਿਮਾਲਿਆਸ ਤੋਂ ਥੱਲੜਾ ਪਾਸਾ ਹੈ, ਉੱਥੇ ਵੀ 2 ਪਹਾੜਾਂ ਦੇ ਵਿੱਚ ਜਿਹੜੀ ਆ ਖਾਈ ਹੁੰਦੀ ਆ, ਉੱਥੇ ਵੀ ਮਿੱਟੀ ਜੰਮੀ ਆ। ਪਰ ਉੱਥੇ ਜਿਹੜੀ ਮਿੱਟੀ ਜੰਮੀ ਆ ਨਾ, ਉਹ ਇਹਨਾਂ ਨਦੀਆਂ ਦੇ ਪਾਣੀ ਦੀ ਨਹੀਂਗੀ, ਉਹ ਉੱਪਰਲੇ ਪਾਸੇ ਜਿਹੜੇ ਗਲੇਸ਼ੀਅਰਸ ਆ ਉਹਨਾਂ ਦੀ ਮਿੱਟੀ ਆ। ਉਹ ਗਲੇਸ਼ੀਅਰਸ ਬੜੇ ਪੁਰਾਣੇ ਟਾਈਮ ਤੋਂ ਹੀ ਉੱਪਰ ਉੱਠ ਗਏ ਸੀਗੇ, ਜਦੋਂ ਟੈਚੀ ਦਾ ਸਾਰਾ ਸਮਾਨ ਖਤਮ ਹੋ ਕੇ ਉੱਪਰ ਚਲੇ ਗਿਆ ਸੀਗਾ, ਉਦੋਂ ਦੇ ਜੰਮੇ ਹੋਏ ਆ। ਉਹ ਹੁਣ ਥੋੜੇ ਪਿਘਲ ਰਹੇ ਆ। ਉਹਨਾਂ ਦੇ ਪਿਘਲਣ ਕਰਕੇ ਉਹ ਸਾਰਾ ਗਲੇਸ਼ੀਅਲ ਫੋਸਿਲਸ ਇਹਨਾਂ ਉੱਚੇ ਪਹਾੜਾਂ 'ਚ ਜੰਮ ਗਿਆ ਜਾ ਕੇ। ਇਹ ਤਾਂ ਥੱਲੇ ਆਇਆ ਹੀ ਨਹੀਂ, ਉਹ ਤਾਂ ਉੱਪਰਲੇ ਪਹਾੜਾਂ ਦੀਆਂ ਖਾਈਆਂ 'ਚ ਹੀ ਜੰਮ ਗਿਆ। ਉਹ ਇੰਨੀ ਕੁ ਜ਼ਿਆਦੀ ਉਪਜਾਊ ਮਿੱਟੀ ਆ ਨਾ, ਉਹ ਵਾਲੀ ਜਿਹੜੀ ਉੱਪਰ ਵਾਲੀ ਆ, ਉਹ ਵੀ ਇਹਨਾਂ ਦੂਨਸ ਵਾਂਗ ਹੀ ਬਣਿਆ, ਪਰ ਉਹ ਮਿੱਟੀ ਜ਼ਿਆਦੀ ਉਪਜਾਊ ਆ ਕਿਉਂਕਿ ਉਹ ਗਲੇਸ਼ੀਅਰਸ ਦੇ ਪਿਘਲਣ ਤੋਂ ਆਈ ਆ। ਉੱਥੇ ਜਿਹੜੀ ਉਹ ਜ਼ਮੀਨ ਬਣੀ ਆ ਨਾ, ਸਮਤਲ ਜ਼ਮੀਨ ਉੱਪਰ ਬਣੀ ਆ ਜਿਹੜੀ, ਉਹਨੂੰ ਕਰੇਵਾਜ਼ ਕਹਿੰਦੇ ਆ, KAREWAS, ਕਰੇਵਾਜ਼। ਉੱਥੇ ਹੁੰਦੀ ਆ ਕਿਹੜੀ ਖੇਤੀ, ਉਹ ਕੀ ਆਪਾਂ ਮਾੜਾ ਜਿਹਾ ਪੀਲੇ ਜਿਹੇ ਰੰਗ ਦਾ ਹੁੰਦਾ, ਪਾਈਏ, ਕੇਸਰ, ਠੀਕ ਆ। ਮਤਲਬ ਕੇਸਰ ਉੱਥੇ ਉੱਗਦਾ ਹੈ। ਸੈਫਰਨ ਕਲਟੀਵੇਸ਼ਨ ਵਾਸਤੇ ਕਰੇਵਾਜ਼ ਮਿੱਟੀ ਬਹੁਤ ਲਾਭਦਾਇਕ ਆ, ਠੀਕ ਆ। ਉੱਥੇ ਬਹੁਤ ਵਧੀਆ ਤੁਹਾਨੂੰ ਸੇਬਾਂ ਦੇ ਬਾਗ ਮਿਲਣਗੇ। ਤਾਂ ਇਹ ਜਿੰਨੀ ਵੀ ਮਿੱਟੀ ਆਪਣੀ ਉੱਪਰ, ਕੁਛ ਕੁ ਮਿੱਟੀ ਉੱਥੋਂ ਗਲੇਸ਼ੀਅਰਸ ਦੀ ਪਿਘਲ ਕੇ ਨਦੀਆਂ ਦੇ ਥਰੂ ਇਹਨਾਂ ਦੂਨਸ ਤੱਕ ਪਹੁੰਚੀ ਹੈ, ਮਿਡਲ ਹਿਮਾਲਿਆਸ ਤੱਕ। ਤੁਹਾਨੂੰ ਤਾਂ ਹੀ ਕਰਕੇ ਹਿਮਾਚਲ ਦੇ ਵਿੱਚ ਵੀ ਨਾ ਬੜੇ
ਸੇਬਾਂ ਦੇ ਬਾਗ ਮਿਲਣਗੇ, ਕਿਉਂਕਿ ਇਹ ਮਿੱਟੀ ਸੇਬਾਂ ਨੂੰ ਬਹੁਤ ਕੈਚ ਕਰਦੀ ਹੈ। ਸੋ ਉਮੀਦ ਕਰਦਾ ਕਿ ਆਹ ਕਹਾਣੀ ਚੰਗੀ ਤਰ੍ਹਾਂ ਸਮਝ ਆ ਗਈ ਹੋਊਗੀ। ਠੀਕ ਆ, ਇਹ ਤਾਂ ਤੁਹਾਨੂੰ ਇੱਕ ਨਜ਼ਰੀਆ ਦੱਸਿਆ ਮੈਂ। ਫਿਰ ਉਸ ਤੋਂ ਬਾਅਦ ਇੱਕ ਸਾਈਡ ਤੇ ਆ ਜਾਂਦੇ ਆਪਣੇ ਪੂਰਵਾਂਚਲਸ, ਜਿਹੜੇ ਸਾਡੇ ਪੂਰਬ ਦੇ ਪਹਾੜ ਆ, ਬਿਲਕੁਲ ਲਾਸਟ ਵਾਲੇ ਪਾਸੇ। ਇਹਨਾਂ ਦੀ ਨਾ ਮੈਂ ਇਸ ਪਾਸੇ ਐਕਸਪਲੇਨੇਸ਼ਨ ਦੱਸੀ ਨਹੀਂ ਪੂਰਵਾਂਚਲਸ ਦੀ, ਕਿ ਵੀ ਪੂਰਬ 'ਚ ਕਿਹੜੇ ਕਿਹੜੇ ਪਹਾੜ ਆ। ਉਹਦੀ ਵਜ੍ਹਾ ਹੈ ਕਿਉਂਕਿ ਮੈਨੂੰ ਲੱਗਿਆ ਕਿ ਆਪਾਂ ਨੂੰ ਪਹਾੜਾਂ ਦੀ ਇੱਕ ਹੋਰ ਐਕਸਪਲੇਨੇਸ਼ਨ ਵੀ ਪੜ੍ਹਨੀ ਪੈਣੀ ਹੈ। ਜਿਹੜੀ ਦੂਜੀ ਐਕਸਪਲੇਨੇਸ਼ਨ ਆਪਾਂ ਪਹਾੜਾਂ ਦੀ ਪੜ੍ਹਨੀ ਹੈ ਨਾ, ਸੇਮ ਰੈਪੀਟੀਸ਼ਨ ਆ, ਪਰ ਮੈਨੂੰ ਜਿਹੜੀ ਤੁਸੀਂ ਕਹੋਗੇ ਕਿ ਸਰ ਆਪਾਂ ਤੁਸੀਂ ਬੋਲ ਕੇ ਤਾਂ ਦੱਸਦਾ ਕਿ ਕਰੇਵਾਜ਼ ਹੁੰਦੇ ਆ, ਦੂਨਸ ਹੁੰਦੇ ਆ, ਇਹ ਲਿਖਿਆ ਕਿੱਥੇ ਆ? ਅਸਲ 'ਚ ਮੈਂ ਕੱਲ ਫਿਰ ਅਗਲੀ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਮੈਂ ਇਹ ਨਹੀਂ ਕਹਿ ਕੇ ਜਾਊਂਗਾ ਕਿ ਆਪਾਂ ਦੂਨਸ ਬਾਰੇ ਪਹਿਲਾਂ ਪੜ੍ਹ ਲਿਆ, ਕਿਉਂਕਿ ਮੈਨੂੰ ਐਵੇਂ ਆ ਕਿ ਬੇਸ਼ੱਕ ਜਿਹੜੀ ਚੀਜ਼ ਇੰਪੋਰਟੈਂਟ ਆ 2 ਵਾਰ ਰਿਪੀਟ ਹੋ ਜੇ ਤੁਸੀਂ ਅੱਜ ਇੰਡੀਅਨ ਜੀਓਗ੍ਰਾਫੀ ਚੱਕ ਲਈ ਕਿਸੇ ਵੀ ਲੈਵਲ ਤੇ, ਤੁਸੀਂ ਇਸ ਜੀਓਗ੍ਰਾਫੀ ਨੂੰ, ਕਿਉਂਕਿ ਮੈਨੂੰ ਕੋਈ ਫਰਕ ਨਹੀਂ ਪੈਣਾ, 10 ਲੈਕਚਰ ਨਹੀਂ ਤਾਂ 15 ਹੋ ਜਾਣਗੇ। ਠੀਕ ਆ, ਪਰ ਜੇ ਆਪਾਂ ਕੋਈ ਕੰਟੈਂਟ ਕਵਰ ਕਰ ਰਹੇ ਆ ਤੇ ਫਿਰ ਉਹ A ਤੋਂ ਲੈ ਕੇ Z ਤੱਕ ਹਰ ਇੱਕ ਪੇਪਰ ਨੂੰ ਕਵਰ ਕਰਦਾ ਹੋਵੇ, ਭਾਵੇਂ ਉਹ ਕਿਸੇ ਵੀ ਲੈਵਲ ਦਾ ਪੇਪਰ ਹੋਵੇ, ਸਾਡਾ ਕਨਸੈਪਟ ਕਲੀਅਰ ਹੁੰਦਾ ਹੋਵੇ। ਜਦੋਂ ਆਪਾਂ ਪੱਛਮ ਤੋਂ ਪੂਰਬ ਵੱਲ ਪੜਾਂਗੇ ਨਾ, ਤਾਂ ਸਭ ਤੋਂ ਪਹਿਲਾਂ ਮੈਂ ਪੜਾਉਂਗਾ ਕਸ਼ਮੀਰ ਹਿਮਾਲਿਆਜ਼, ਜਿਨ੍ਹਾਂ ਨੂੰ ਆਪਾਂ ਪੰਜਾਬ ਹਿਮਾਲਿਆਜ਼ ਵੀ ਕਹਿ ਦਿੰਦੇ। ਵੈਸੇ ਪੰਜਾਬ ਹਿਮਾਲਿਆਜ਼ ਨਾਮ ਕੋਈ ਜੱਚਦਾ ਨਹੀਂ, ਇਸ ਕਰਕੇ ਇਹਨੂੰ ਕਸ਼ਮੀਰ ਹਿਮਾਲਿਆਜ਼ ਹੀ ਕਵਾਂਗੇ। ਫਿਰ ਪੜਾਉਂਗਾ ਕਮਾਓ ਹਿਲਸ, ਜਿਨ੍ਹਾਂ ਨੂੰ ਆਪਾਂ ਕਵਾਂਗੇ ਉੱਤਰਾਖੰਡ ਦੇ ਹਿਮਾਲਿਆਜ਼। ਫਿਰ ਉਸ ਤੋਂ ਬਾਅਦ ਤੀਸਰਾ ਪੜਾਉਂਗਾ ਮੈਂ ਨੇਪਾਲ ਹਿਲਸ, ਜਿਨ੍ਹਾਂ ਨੂੰ ਆਪਾਂ ਨੇਪਾਲ ਦੇ ਹਿਮਾਲਿਆਜ਼ ਕਵਾਂਗੇ। ਤਾਂ ਜਿਹੜੀ ਮੈਂ ਐਵਰੈਸਟ ਦੇ ਫੈਕਟ ਦੱਸਣੇ ਆ, ਉਹ ਜ਼ਿਆਦਾ ਇਹਦੇ 'ਚ ਕਵਰ ਹੋ ਜਾਣਗੇ। ਉਸ ਤੋਂ ਬਾਅਦ ਇੱਕ ਪਤਲੇ ਜਿਹਾ ਸਿੱਕਿਮ ਹਿਮਾਲਿਆਜ਼, ਲਾਸਟ 'ਚ ਅਸਾਮ ਹਿਮਾਲਿਆਜ਼। ਪੂਰਵਾਂਚਲ ਦੇ ਹਿਮਾਲਿਆਜ਼ ਦਾ ਹੀ ਦੂਸਰਾ ਨਾਮ ਆ ਅਸਾਮ ਹਿਮਾਲਿਆਜ਼, ਕਿਉਂਕਿ ਉਹਦੇ 'ਚ ਮੈਂ ਸਾਰੇ ਦੱਸੂਗਾ ਕਿ ਨਾਰਥ ਈਸਟ 'ਚ ਕਿਹੜੇ ਕਿਹੜੇ ਪਹਾੜ ਆ। ਜਦੋਂ ਤੁਸੀਂ ਆਹ ਹਿਮਾਲਿਅਨ ਸਿਸਟਮ ਪੜ੍ਹ ਲਿਆ ਤਾਂ ਤੁਹਾਨੂੰ ਡਾਫਲਾ, ਮਿਸ਼ਮੀ, ਪਟਕਈ ਬਮ, ਨਾਗਾ, ਮੀਜ਼ੋ, ਹਰ ਇੱਕ ਪਹਾੜ ਦੀ ਪਤਾ ਹੋਊਗਾ ਕਿ ਇਸ ਪਹਾੜ 'ਚ ਕੀ ਆ। ਇਹ ਜੇ ਤੁਹਾਨੂੰ ਮੈਂ ਪੁੱਛਾਂ ਕਿ ਮੀਜ਼ੋ ਹਿਲਸ ਦੀ ਹਾਈਐਸਟ ਪੀਕ ਕਿਹੜੀ ਆ, ਤੇ ਆਪਣਾ ਮਤਲਬ ਕਿ ਗਾਰੋ ਹਿਲਸ ਦੀ ਹਾਈਐਸਟ ਪੀਕ ਕਿਹੜੀ ਆ, ਖਾਸੀ ਦੀ ਹਾਈਐਸਟ ਪੀਕ ਕਿਹੜੀ ਆ, ਜੈਂਤੀਆ ਦੀ ਹਾਈਐਸਟ ਪੀਕ ਕਿਹੜੀ ਆ, ਸਭ ਤੋਂ ਉੱਚੀ ਚੋਟੀ ਕਿਹੜੀ ਆ, ਤਾਂ ਇਹਦੇ ਤੋਂ ਬਾਅਦ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ। ਠੀਕ ਆ, PDF ਇੱਕ ਅੱਧੇ ਦਿਨ 'ਚ ਅਪਲੋਡ ਕੀਤੀ ਜਾਊਗੀ। ਹਜੇ ਨਹੀਂ ਕਰਦਾ ਮੈਂ PDF, ਜਦੋਂ ਤੱਕ ਮੈਨੂੰ ਲੱਗੇ ਕਿ ਇਹਦੇ 'ਚ ਕੋਈ ਵੀ ਫੈਕਟ ਮਿਸ ਹੋ ਗਿਆ। ਠੀਕ ਆ, ਤਾਂ ਬਾਈ ਚਾਂਸ ਜੇ ਨਾ ਵੀ ਹੋਈ ਤਾਂ ਮੈਨੂੰ ਪਤਾ ਕਿ ਤੁਸੀਂ ਯਾਦ ਕਰਵਾ ਲਿਓ, ਬਿਕੋਜ਼ ਤੁਹਾਡੇ 'ਚੋਂ ਬੜਿਆਂ ਨੇ ਆਪਣੀਆਂ ਬੁੱਕਸ 'ਚ ਜਿਹੜੇ ਫੈਕਟਸ ਆ ਇਸ PDF ਤੋਂ ਅਪਡੇਟ ਕਰਨੇ ਹੋਣਗੇ। ਠੀਕ ਆ, ਸੋ ਅੱਜ ਵਾਸਤੇ ਇੰਨਾ ਹੀ ਬਹੁਤ ਆ, ਮਿਲਦੇ ਹਾਂ ਜੀ ਆਪਾਂ।